सियासी बदला, सियासत दे खिडारियां दे दा, हरेक पक्ष नूं उजागर करता है PTN 24। हक सच दी आवाज। PTN 24 रेडियो ते TV बनो साडे प्रोग्रामां दा हिस्सा। जुड़ो फेसबुक ते YouTube चैनल दे नाल। PTN 24 हक सच दी आवाज। बापू पैसे मिल गए सी ना टाइम सर? हाँ पुत्र, इधर तू पैसे पाए नाले मैनू मिल गए। बस बस इसी करके मैं अपरा ट्रेडिंग इंक वालियां ते भरोसा करदा। जी हाँ, अपरा ट्रेडिंग इनकॉर्पोरेट मनी एक्सचेंज। जे तुसी पैसे इंडिया भेजना या मंगवाना चाहते हो, वधिया डॉलरां दा रेट लेना चाहते हो, तां अज ही कॉल करो जगतार सिंह ढा हुणां नूं 9057943233 905 794 3233 4167317710 416 731 7710 6 रे एवेन्यू ब्रैम्पटन। इमीग्रेशन ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, पर सोच समझ के लिया होया फैसला ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। कॉल नवजोत गिल 647-864-3719 647 864 3719। एड्रेस 350 रदरफोर्ड रोड, साउथ ब्रैम्पटन, यूनिट 223। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF Goodrich, Bridgestone, Firestone, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। Call 9054520111 905 452 0111। क्यों भाई सुखी, क्यों हो इन्ने दुखी? डॉक्टर की आखा, मेरे पति दा परफॉर्मेंस हुन टोटली दुखी, ओ भी परेशान ते मैं भी। पर इस विच की शर्माना, बहुत सारे मर्दां दी है रेगुलर डुक डुक मतलब प्रॉब्लम। पर हुन गुड न्यूज़, मर्दां दी कमजोरी दे लई हुन डॉक्टर दी जरूरत नहीं। अच्छा ओ किवें? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नू दूर करदा है, ते ओ भी जस्ट 4 दिनां विच। फुल परफॉर्मेंस और सच? थैंक यू डॉक्टर बॉब। डुक डुक दौड़ाओ, एनर्जेक्स खाओ। कॉल SPM 1-888-732-9935 1-888-732-9935। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। बस सुपना ए ता सच हो कमलिए। बस सरबलो डिजाइन एंड बिल्ड लिमिटेड वालियां नु फोन कर। जी हाँ, जे तुसी भी लग्जरी कार, छोटा या वड्डा नवा कार लेना चाहते हो या फिर पुराना घर ढा के नवा बनाना चाहते हो, ता अज ही मिलो सरबलो डिजाइन एंड बिल्डिंग वाले कुलविंदर पत्तड़ जी नु। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ओ मैनू रख ले कली नरियारा ओए लंबिया रूटा ते। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ, ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ, ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905799 8877। ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ। ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ। ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਬਸ ਸਿਆਣਾ ਤੇ ਬੜਾ ਹੈ ਤੂੰ। ਉਹ
ਓਏ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੂਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। PTN 24 ਔਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਹਾਂ ਤੁਹਾਡਾ ਸੁਖਵਿੰਦਰ ਸਿੰਘ ਚੰਦੀ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ PTN 24 ਤੇ ਇਸ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰੀ ਦੀਆਂ ਜੀ ਤੁਹਾਡੇ ਨਾਲ ਵੀ। ਅੱਜ ਜਿਹੜੀ ਤਰੀਕ ਆ 16 ਤੇ ਦਿਨ ਮੰਗਲਵਾਰ ਆ, ਬਾਹਰ ਚੰਗੀ ਤੇਜ਼ ਹਵਾਵਾਂ ਚੱਲ ਰਹੀਆਂ ਜੀ, -1 ਟੈਂਪਰੇਚਰ ਆ ਤੇ ਫੀਲ ਲਾਈਕ -7 ਆ। 24 ਕਿਲੋਮੀਟਰ ਦੀ ਸਪੀਡ ਦੇ ਨਾਲ ਹਵਾ ਚੱਲ ਰਹੀ ਹੈ ਤੇ ਸੂਰਜ 7:26 ਤੇ ਚੜਿਆ ਤੇ 7:26 ਤੇ 24 ਮਿੰਟ ਤੇ ਚੜਿਆ ਤੇ 26 ਤੇ ਚੜਿਆ ਜੀ, 26 ਤੇ ਛਿਪੂਗਾ। ਵਾਜੀ ਵਾਹ, ਬੱਲੇ ਬੱਲੇ ਹੋਗੀ, 26 ਆ। ਤੇ ਆਪਣੀ ਜਿਹੜੀ ਲਾਈਨ ਆ ਇਸ ਟਾਈਮ ਮੋਹਾਲੀ ਸਟੂਡੀਓ ਦੇ ਵਿੱਚ ਅਰਸ਼ਦੀਪ ਉਹਨਾਂ ਨਾਲ ਜੁੜ ਚੁੱਕੀ ਆ, ਆਪਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਜੀ। ਅਰਸ਼ਦੀਪ, ਸਵਾਗਤ ਆ ਤੁਹਾਡਾ, ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਸ਼ਦੀਪ, ਆਪਾਂ ਖਬਰਾਂ ਤੇ ਚੱਲਦੇ ਹਾਂ ਜੀ। ਸਿੱਖ ਨੌਜਵਾਨ ਰਣਜੀਤ ਸਿੰਘ ਨੂੰ ਮਿਲੀ ਜ਼ਮਾਨਤ। ਦੇਖੋ ਜੀ, ਸਿੱਖ ਨੌਜਵਾਨ ਰਣਜੀਤ ਸਿੰਘ ਦੀ ਰਿਹਾਈ ਦੀ ਮੰਗ ਜਿਹੜੀ ਸੀ ਉਹ ਲਗਾਤਾਰ ਕੀਤੀ ਜਾ ਰਹੀ ਸੀ ਜੀ। ਬੇਸ਼ੱਕ ਰਣਜੀਤ ਸਿੰਘ ਬਹੁਤ ਉੱਥੇ ਹਿੰਸਕ ਹੋਏ, ਪਰ ਜੇ ਆਪਾਂ ਉਹਨਾਂ ਹਾਲਾਤਾਂ ਦੀ ਗੱਲ ਕਰੀਏ ਕਿ ਜਿਸ ਤਰ੍ਹਾਂ ਇੱਕ ਭੀੜ ਨੇ ਆ ਕੇ ਮੋਰਚੇ ਤੇ ਹਮਲਾ ਕੀਤਾ ਜੀ ਤੇ ਦਿੱਲੀ ਪੁਲਿਸ ਜਿਹੜੀ ਆ ਮੂਕ ਦਰਸ਼ਕ ਬਣ ਕੇ ਦੇਖਦੀ ਰਹੀ ਸਭ ਕੁਝ, ਤੇ ਜਿਹੜੇ ਹਮਲਾ ਕਰਨ ਲਈ ਆਏ ਸੀ ਉਹ ਤੰਬੂਆਂ ਤੱਕ ਪਹੁੰਚ ਗਏ, ਤਾਂ ਉਸ ਸਮੇਂ ਰਣਜੀਤ ਸਿੰਘ ਵੱਲੋਂ ਜਿਹੜੀ ਸੀ ਕਿਰਪਾਨ ਚਲਾਈ ਗਈ। ਬੇਸ਼ੱਕ ਉਹ ਘਟਨਾ ਨਿੰਦਿਆ ਕਰਦੇ ਆ, ਪਰ ਉਹ ਹਾਲਾਤਾਂ 'ਚ ਉਪਜੀ ਹੋਈ ਘਟਨਾ ਸੀ ਕਿ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਨਹੀਂ ਸਮਝੀ। ਉਸ ਸਮੇਂ ਦੇ ਉੱਪਰ ਉਹਨਾਂ ਨੇ ਭੀੜ ਨੂੰ ਨਹੀਂ ਰੋਕਿਆ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਭੀੜ ਨੂੰ ਅੱਗੇ ਵਧਣ ਦਾ ਮੌਕਾ ਜਿਹੜਾ ਪੁਲਿਸ ਵੱਲੋਂ ਦਿੱਤਾ ਗਿਆ। ਤੇ ਇਹਦੇ ਬਾਅਦ ਸਿੱਖ ਨੌਜਵਾਨ ਰਣਜੀਤ ਸਿੰਘ ਦੀ ਰਿਹਾਈ ਦੀ ਮੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਸੀ, ਕਿਉਂਕਿ ਜਿਹੜਾ ਪੁਲਿਸ ਨੇ ਵਤੀਰਾ ਉਹਦੇ ਨਾਲ ਕੀਤਾ ਉਸ ਤੋਂ ਬਾਅਦ ਉਹ ਵੀ ਬੇਹੱਦ ਨਿੰਦਣਯੋਗ ਸੀਗਾ ਕਿ ਜਿਸ ਤਰ੍ਹਾਂ ਮਨੁੱਖੀ ਤਸ਼ੱਦਦ ਜਿਹੜਾ ਪੁਲਿਸ ਵੱਲੋਂ ਉੱਥੇ ਕੀਤਾ ਗਿਆ ਉਹਦੀ ਵੀ ਸਖਤ ਸ਼ਬਦਾਂ 'ਚ ਨਿੰਦਿਆ ਸਭ ਵੱਲੋਂ ਕੀਤੀ ਗਈ ਅਤੇ ਉਸ ਘਟਨਾ ਦੀ ਨਿਖੇਧੀ ਵੀ ਵਾਰ-ਵਾਰ ਕੀਤੀ ਗਈ। ਤਾਂ ਸੋਸ਼ਲ ਮੀਡੀਆ ਤੇ ਲਗਾਤਾਰ ਸਿੱਖ ਨੌਜਵਾਨ ਰਣਜੀਤ ਸਿੰਘ ਦੀ ਰਿਹਾਈ ਦੀ ਮੰਗ ਜਿਹੜੀ ਉਹ ਕੀਤੀ ਜਾ ਰਹੀ ਸੀ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵਕੀਲਾਂ ਵੱਲੋਂ ਜਿਹੜਾ ਰਣਜੀਤ ਸਿੰਘ ਦੀ ਰਿਹਾਈ ਦੇ ਲਈ ਲਗਾਤਾਰ ਕੇਸ ਲੜਿਆ ਜਾ ਰਿਹਾ ਸੀਗਾ। ਸ਼ਨੀਵਾਰ ਨੂੰ ਰਣਜੀਤ ਸਿੰਘ ਦੀ ਵੇਲ ਜਿਹੜੀ ਉਹ ਰਿਜੈਕਟ ਵੀ ਹੋਈ, ਤਾਂ ਉਹਦੇ ਬਾਅਦ ਦਿੱਲੀ ਪੁਲਿਸ ਵੱਲੋਂ ਦੁਬਾਰਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਦੁਬਾਰਾ ਜਿਹੜਾ ਹੈ ਉਹ ਅਪਲਾਈ ਕੀਤਾ ਗਿਆ ਬੇਲ ਦੇ ਲਈ, ਤੇ ਅੱਜ ਜਿਹੜੀ ਹੈ ਸਿੱਖ ਨੌਜਵਾਨ ਰਣਜੀਤ ਸਿੰਘ ਦੀ ਬੇਲ ਜਿਹੜੀ ਉਹ ਮਨਜ਼ੂਰ ਹੋ ਗਈ ਹੈ। ਤੇ ਜਿਹਦੇ ਬਾਅਦ ਸਿੱਖ ਸੰਗਤਾਂ ਵੱਲੋਂ ਸੋਸ਼ਲ ਮੀਡੀਆ ਤੇ ਤਸੱਲੀ ਪ੍ਰਗਟਾਈ ਜਾ ਰਹੀ ਹੈ ਕਿ ਠੀਕ ਹੈ, ਰਣਜੀਤ ਸਿੰਘ ਦੀ ਬੇਲ ਹੋਈ ਹੈ ਤੇ ਲੜਾਈ ਜਿਹੜੀ ਉਹ ਅੱਗੇ ਜਾਰੀ ਰੱਖੀ ਜਾਊਗੀ। ਰਣਜੀਤ ਸਿੰਘ ਦਾ ਐਕਸ਼ਨ ਗਲਤ ਹੋ ਸਕਦਾ, ਪਰ ਜਿਹੜੇ ਐਕਸ਼ਨ ਦੇ ਰਿਐਕਸ਼ਨ ਦੇ ਵਿੱਚ ਉਹ ਐਕਸ਼ਨ ਨਿਕਲਿਆਗਾ ਉਹ ਗਲਤ ਨਹੀਂ ਸੀਗਾ। ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਦੇ ਲਈ ਉਸ ਸਮੇਂ ਜੋ ਕੁਝ ਕੀਤਾ ਗਿਆ ਤੇ ਜਿਸ ਤਰ੍ਹਾਂ ਭੀੜ ਨੇ ਪੁਲਿਸ ਦੀ ਹਾਜ਼ਰੀ 'ਚ ਜੋ ਕੁਝ ਕੀਤਾ ਉਹ ਵੀ ਜਿਹੜਾ ਕਿਸੇ ਹੱਦ ਤੱਕ ਠੀਕ ਨਹੀਂ ਸੀ। ਉਹਨਾਂ ਹਾਲਾਤਾਂ 'ਚ ਉਪਜਿਆ ਹੋਇਆ ਜਿਹੜਾ ਐਕਸ਼ਨ ਸੀਗਾ ਜੀ। ਬਿਲਕੁਲ ਜੀ, ਆਪਾਂ ਥੋੜੀ ਜੀ ਗੱਲਬਾਤ ਕਰਦੇ ਹਾਂ ਜੀ। ਮਾਲਵੇ ਦੇ ਨਾਲ ਸੰਬੰਧਿਤ ਚੰਗੇ ਲੀਡਰ ਸੀਗੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਪੈਦਾ ਕੀਤਾ ਸੀਗਾ, ਬਹੁਤ ਨਜ਼ਦੀਕੀ ਸੰਬੰਧ ਸੀਗੇ, ਫੈਮਿਲੀ ਰਿਲੇਸ਼ਨ। ਦਿਆਲ ਸਿੰਘ ਕੋਲਿਆਂ ਵਾਲੀ ਤੇ ਇੱਕ ਹੋਰ ਲੀਡਰ ਆ ਜੀ, 3 ਲੀਡਰ ਜਿਹੜੇ ਆ ਥੋੜੇ ਦਿਨਾਂ ਦੇ ਵਿੱਚ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜਿਹੜੇ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਤੇ ਦਿਆਲ ਸਿੰਘ ਕੋਲਿਆਂ ਵਾਲੀ ਹਮੇਸ਼ਾ ਹੀ ਜਿਹੜਾ ਵਿਵਾਦਾਂ ਦੇ ਵਿੱਚ ਵੀ ਬਹੁਤ ਰਿਹਾ ਜੀ। ਦੇਖੋ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਜਿਹੜੇ ਅਕਾਲੀ ਦਲ ਦੇ 3 ਲੀਡਰ ਸੀ ਉਸ ਸੰਸਾਰ ਨੂੰ ਰੁਖਸਤ ਹੋ ਗਏ ਨੇ ਜੀ। ਗੁਰਤੇਜ ਸਿੰਘ ਢੱਡੇ ਵੀ ਹੈ, ਪਰ ਜਿਹੜਾ ਵੱਡਾ ਨਾਮ ਹੈ ਉਹ ਦਿਆਲ ਸਿੰਘ ਕੋਲਿਆਂ ਵਾਲੀ ਦਾ ਗਾ। ਕਿਉਂਕਿ ਜਦੋਂ ਆਪਾਂ ਦਿਆਲ ਸਿੰਘ ਕੋਲਿਆਂ ਵਾਲੀ ਦੀ ਗੱਲ ਕਰਦੇ ਹਾਂ ਤਾਂ ਦਿਆਲ ਸਿੰਘ ਕੋਲਿਆਂ ਵਾਲੀ ਨੇ ਬੇਸ਼ੱਕ ਜਿਹੜੀ ਆਪਣੀ ਸਿਆਸਤ ਦੀ ਸ਼ੁਰੂਆਤ ਸੀ ਉਹ ਸਰਪੰਚੀ ਤੋਂ ਸ਼ੁਰੂ ਕੀਤੀ ਸੀ ਅਕਾਲੀ ਦਲ ਦੇ ਵਿੱਚ, ਪਰ ਉਹਦੇ ਬਾਅਦ ਜਿਹੜੇ ਬਾਦਲ ਪਰਿਵਾਰ ਦੇ ਨੇੜਲੇ ਲੀਡਰ ਸੀ ਉਹਨਾਂ ਦੀ ਮੌਤ ਤੋਂ ਬਾਅਦ ਤੇ ਜਿਹੜਾ ਮਨਪ੍ਰੀਤ ਬਾਦਲ ਦਾ ਟੱਬਰ ਹੈਗਾ ਉਹ ਅਕਾਲੀ ਦਲ ਤੋਂ ਜਦੋਂ ਵੱਖਰਾ ਹੋ ਗਿਆ, ਕਿਉਂਕਿ ਜਦੋਂ ਵੱਖਰੇ ਹੋ ਗਏ ਅਕਾਲੀ ਦਲ ਤੋਂ ਤਾਂ ਉੱਥੇ ਖਲਾਅ ਪੈਦਾ ਹੋਇਆ ਲੰਬੀ ਹਲਕੇ ਦੇ ਵਿੱਚ ਵੀ ਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ। ਤਾਂ ਉਹਦੇ ਬਾਅਦ ਦਿਆਲ ਸਿੰਘ ਕੋਲਿਆਂ ਵਾਲੀ ਜਿਹੜੇ ਨੇ ਉਹ ਬਾਦਲ ਪਰਿਵਾਰ ਦੇ ਕਰੀਬੀ ਹੋਏ
ਤਾਂ ਬਾਦਲ ਪਰਿਵਾਰ ਦੇ ਕਰੀਬੀ ਹੋਣ ਤੋਂ ਬਾਅਦ ਤੇ ਮੰਨਿਆ ਜਾਂਦਾ ਸੀ ਕਿ ਉਹਨਾਂ ਦੀ ਗੱਲ ਜਿਹੜੀ ਹੈ ਅਕਾਲੀ ਦਲ ਦੇ ਵਿੱਚ ਕੋਈ ਨਹੀਂ ਟਾਲਦਾ ਸੀ। ਉਹਨਾਂ ਨੂੰ ਸਿਕਿਉਰਿਟੀ ਵੀ ਜਿਹੜੀ ਇਸ ਤਰ੍ਹਾਂ ਦਿੱਤੀ ਜਾਂਦੀ ਸੀ ਅਕਾਲੀ ਸਰਕਾਰ ਦੇ ਵਿੱਚ, ਜਿਸ ਤਰ੍ਹਾਂ ਉਹ ਮੰਤਰੀ ਹੋਣ, 2-2 ਪਾਇਲਟਾਂ ਵੀ ਜਿਹੜੀਆਂ ਉਹ ਦਿੱਤੀਆਂ ਜਾਂਦੀਆਂ ਸਨ ਜੀ। ਤਾਂ ਜਦੋਂ ਦਿਆਲ ਸਿੰਘ ਕੋਲਿਆਲੀ ਦਾ ਨਾਮ ਆਉਂਦਾ ਤਾਂ ਕਈ ਕਿਸਮ ਦੇ ਦੋਸ਼ ਇਲਜ਼ਾਮ ਲਾਏ ਜਾਂਦੇ ਨੇ। ਇਹ ਵੀ ਕਿਹਾ ਜਾਂਦਾ ਕਿ ਉਹਨਾਂ ਨੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਜਿਹੜੀ ਹੈ ਉਹ ਇਕੱਠੀ ਕੀਤੀ ਹੈ ਸਿਆਸਤ ਦੇ ਵਿੱਚ। ਤੇ ਨਾਲੋਂ ਨਾਲ ਜਦੋਂ ਕਾਂਗਰਸ ਸਰਕਾਰ ਪੰਜਾਬ ਦੇ ਵਿੱਚ ਆਈ ਤਾਂ ਪਤਾ ਲੱਗਿਆ ਕਿ ਕੋਆਪਰੇਟਿਵ ਵਿਭਾਗ ਦਾ ਵੀ 1 ਕਰੋੜ ਰੁਪਈਆ ਉਹਨਾਂ ਨੇ ਨਹੀਂ ਤਾਰਿਆ, ਬਿਜਲੀ ਦੇ ਬਿੱਲ ਉਹਨਾਂ ਨੇ ਨਹੀਂ ਤਾਰੇ, ਤੇ ਘਪਲੇ ਦੇ ਕੇਸ ਦੇ ਵਿੱਚ ਉਹ ਜੇਲ੍ਹ ਵੀ ਜਿਹੜਾ ਜਾ ਕੇ ਆਏ 2-3 ਮਹੀਨੇ ਦੇ ਲਈ। ਫਰਵਰੀ ਦੇ ਵਿੱਚ ਉਹਨਾਂ ਦੀ ਜ਼ਮਾਨਤ ਜਿਹੜੀ ਉਹ ਹੋਈ 2020 ਦੇ ਵਿੱਚ। ਇਸ ਕਰਕੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਉਹਨਾਂ ਤੇ ਲੱਗਦੇ ਰਹਿੰਦੇ ਨੇ। ਤੇ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਸੱਜੀ ਬਾਹ ਜਿਹੜੀ ਹੈ ਪ੍ਰਕਾਸ਼ ਸਿੰਘ ਬਾਦਲ ਦੀ ਮੰਨੇ ਜਾਂਦੇ ਸੀ ਕਿ ਲੰਬੀ ਹਲਕੇ ਦੀ ਪੂਰੀ ਕੰਮਕਾਜ ਜਿਹੜਾ ਸੀ ਦਿਆਲ ਸਿੰਘ ਕੋਲਿਆਲੀ ਵੱਲੋਂ ਸਾਂਭਿਆ ਜਾਂਦਾ ਸੀ। ਤੇ ਇਹਦੇ ਬਾਅਦ ਅਕਾਲੀ ਲੀਡਰਾਂ ਵੱਲੋਂ ਸੋਗ ਦਾ ਪ੍ਰਗਟਾਵਾ ਕੀਤਾ ਜਾ ਰਿਹਾ। ਸ਼੍ਰੋਮਣੀ ਕਮੇਟੀ ਮੈਂਬਰ ਸੀ ਉਹ ਲਗਾਤਾਰ 3 ਵਾਰ, ਇਸ ਕਰਕੇ ਸ਼੍ਰੋਮਣੀ ਕਮੇਟੀ ਨੇ ਵੀ ਡਾਢੇ ਦੁੱਖ ਦਾ ਪ੍ਰਗਟਾਵਾ ਜਿਹੜਾ ਕੀਤਾ ਗਿਆ। ਪਰ ਜੇ ਆਪਾਂ ਕਿਰਦਾਰ ਦੀ ਗੱਲ ਕਰੀਏ ਦਿਆਲ ਸਿੰਘ ਕੋਲਿਆਲੀ ਦੀ, ਤਾਂ ਉਹਦੇ ਤੇ ਕਈ ਕਿਸਮ ਦੇ ਸਵਾਲ ਜਿਹੜੇ ਨੇ ਉਹਨਾਂ ਦੇ ਸਿਆਸੀ ਜੀਵਨ ਤੇ ਉੱਠਦੇ ਰਹੇ ਨੇ। ਭ੍ਰਿਸ਼ਟਾਚਾਰ ਨੂੰ ਲੈ ਕੇ ਵੀ, ਕੋਆਪਰੇਟਿਵ ਵਿਭਾਗ ਦਾ ਪੈਸਾ ਨਾ ਦੇਣ ਨੂੰ ਲੈ ਕੇ, ਬਿਜਲੀ ਦੇ ਬਿੱਲ ਨਾ ਤਾਰਨ ਨੂੰ ਲੈ ਕੇ ਭ੍ਰਿਸ਼ਟਾਚਾਰ ਦਾ ਕਾਫੀ ਇਲਜ਼ਾਮ ਉਹਨਾਂ ਤੇ ਲੱਗਦੇ ਰਹੇ ਨੇ। ਪਰ ਦਿਆਲ ਸਿੰਘ ਕੋਲਿਆਲੀ ਦੀ ਇੱਕ ਗੱਲ ਸੀ ਕਿ ਉਹ ਮੀਡੀਆ 'ਚ ਆ ਕੇ ਜਿਹੜਾ ਜਵਾਬ ਜ਼ਰੂਰ ਦਿੰਦੇ ਸਨ, ਉਹ ਜਿਹੜਾ ਮੀਡੀਆ ਤੋਂ ਭੱਜਦੇ ਹੋਏ ਕਦੇ ਦਿਖਾਈ ਨਹੀਂ ਦਿੱਤੇ। ਜੀ ਬਿਲਕੁਲ ਜੀ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਦੇ, ਕਾਲ ਤੇ ਵੀ ਚੱਲਦੇ ਆਪਾਂ। ਇੱਕ ਖਬਰ ਲੈ ਲਈਏ, ਜਿਹੜਾ ਵਿਰਸਾ ਸਿੰਘ ਵਲਟੋਏ ਦਾ ਨਾਂ ਜਦੋਂ ਦਾ ਅਨਾਉਂਸ ਹੋਇਆ ਜੀ, ਤੋਂ ਉਸ ਤੋਂ ਬਾਅਦ ਹੁਣ ਖੇਮਕਰਨ ਦੇ ਵਿੱਚ ਜਿਹੜਾ ਕੁੰਡੀਆਂ ਦੇ ਸਿੰਘ ਫਸ ਗਿਆ ਜੀ। ਦੇਖੋ ਜੀ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ, ਤਾਂ ਉਹਨਾਂ ਵੱਲੋਂ ਜਿਹੜੀ ਕਾਂਗਰਸ ਸਰਕਾਰ ਵਿਰੋਧੀ ਰੈਲੀ ਸੀ ਉੱਥੇ ਜਿਹੜਾ ਸੀ ਵਿਰਸਾ ਸਿੰਘ ਵਲਟੋਹਾ ਦਾ ਨਾਮ ਖੇਮਕਰਨ ਹਲਕੇ ਤੋਂ ਉਮੀਦਵਾਰ ਉਹਨਾਂ ਨੂੰ ਐਲਾਨਿਆ ਗਿਆ ਸੀ। ਪਰ ਜਿਹੜੇ ਬਾਦਲ ਪਰਿਵਾਰ ਦੇ ਜਵਾਈ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਉਹਨਾਂ ਵੱਲੋਂ ਲਗਾਤਾਰ ਰੈਲੀਆਂ ਕਰਕੇ ਖੇਮਕਰਨ ਹਲਕੇ 'ਚ ਇਹੀ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਕੈਰੋਂ ਪਰਿਵਾਰ ਦਾ ਕੋਈ ਮੈਂਬਰ ਜਿਹੜਾ ਉਹ ਖੇਮਕਰਨ ਹਲਕੇ ਤੋਂ ਚੋਣ ਲੜੇਗਾ, ਵਿਰਸਾ ਸਿੰਘ ਵਲਟੋਹਾ ਨਹੀਂ। ਪਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਸੀ ਕਿ ਕੈਰੋਂ ਪਰਿਵਾਰ ਦਾ ਵਜੂਦ ਪੰਜਾਬ ਦੀ ਸਿਆਸਤ 'ਚ ਨਹੀਂ ਹੈ। ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਇੰਨੀ ਪ੍ਰਾਪਤੀ ਹੈ ਕਿ ਉਹ ਬਾਦਲ ਪਰਿਵਾਰ ਦੇ ਜਵਾਈ ਨੇ, ਤੇ ਇਸ ਕਰਕੇ ਉਹਨਾਂ ਦੀ ਬੁੱਕਤ ਥੋੜੀ ਬਹੁਤੀ ਹੈਗੀ ਹੈ। ਤੇ ਉਮੀਦਵਾਰ ਜਿਹੜਾ ਮੈਨੂੰ ਐਲਾਨਿਆ ਜਾਣਾ, ਤਾਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਤਾਂ ਐਲਾਨਿਆ ਗਿਆ, ਪਰ ਇਹਦੇ ਬਾਅਦ ਜਿਹੜਾ ਕੈਰੋਂ ਪਰਿਵਾਰ ਵੱਲੋਂ ਹੁਣ ਰਿਐਕਸ਼ਨ ਆਇਆਗਾ, ਜਿਹੜਾ ਅਕਾਲੀ ਦਲ ਦੇ ਵਿੱਚ ਬਗਾਵਤ ਤੇ ਧਮਾਕੇ ਦੇ ਜਿਹੜੇ ਸੁਰ ਦੇ ਰਿਹਾ ਹੈਗਾ। ਕਿਉਂਕਿ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਜਿਹੜੇ ਸਿਆਸੀ ਸਲਾਹਕਾਰ ਨੇ ਗੁਰਮੁਖ ਸਿੰਘ, ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ। ਉਹਨਾਂ ਨੇ ਸਾਫ਼ ਕਿਹਾ ਕਿ ਬੇਸ਼ੱਕ ਸੁਖਬੀਰ ਸਿੰਘ ਬਾਦਲ ਨੇ ਵਿਰਸਾ ਸਿੰਘ ਵਲਟੋਹਾ ਦੇ ਨਾਮ ਦਾ ਐਲਾਨ ਕਰ ਦਿੱਤਾ, ਉਹ ਲੀਡਰ ਨੂੰ ਟਿਕਾਉਣ ਦੇ ਲਈ ਇੱਕ ਵਾਰ ਕੀਤਾ ਗਿਆ ਵਾ ਕਿ ਅਕਾਲੀ ਦਲ ਦੇ ਵਿੱਚ ਬਗਾਵਤ ਨਾ ਹੋਵੇ, ਕਿਸੇ ਕਿਸਮ ਦੀ ਘਟਨਾਕ੍ਰਮ ਨਾ ਹੋਵੇ। ਪਰ ਇਸ ਸੀਟ ਤੋਂ ਖੇਮਕਰਨ ਸੀਟ ਤੋਂ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਧੀ ਹੈ ਪਰਨੀਤ ਕੌਰ, ਉਹਨਾਂ ਵੱਲੋਂ ਚੋਣ ਜਿਹੜੀ ਉਹ ਲੜੀ ਜਾਣੀ ਹੈ ਤੇ ਅਕਾਲੀ ਦਲ ਦੇ ਚੋਣ ਨਿਸ਼ਾਨ ਤੇ ਲੜੀ ਜਾਣੀ ਹੈ। ਇਸ ਕਰਕੇ ਖੇਮਕਰਨ ਸੀਟ ਦੇ ਉੱਪਰ ਜਿਹੜਾ ਪੂਰੀ ਖਿੱਚੋਤਾਣ ਬਣੀ ਹੋਈ ਹੈ, ਕਿਉਂਕਿ ਵਿਰਸਾ ਸਿੰਘ ਵਲਟੋਹਾ ਜਿਹੜੇ ਉਹ ਵਿਕਰਮ ਸਿੰਘ ਮਜੀਠੀਆ ਦੇ ਖਸਮ ਖਾਸ ਮੰਨੇ ਜਾਂਦੇ ਨੇ, ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਨੇ। ਤੇ ਦੂਜੇ ਪਾਸੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਵਿਆਹੀ ਹੋਈ ਹੈ, ਉਹ ਬਾਦਲ ਪਰਿਵਾਰ ਦੇ ਜਵਾਈ ਨੇ। ਇਸ ਕਰਕੇ ਖਿੱਚੋਤਾਣ ਦੋਵੇਂ ਧਿਰਾਂ ਦੇ ਵਿੱਚ ਹੈ। ਇੱਕ ਵਾਰੀ ਵਿਕਰਮ ਸਿੰਘ ਮਜੀਠੀਆ ਦੇ ਖਸਮ ਖਾਸ ਵਲਟੋਹਾ ਸਾਹਿਬ ਦੇ ਨਾਮ ਦਾ ਐਲਾਨ ਤਾਂ ਹੋ ਗਿਆ, ਪਰ ਹੁਣ ਕੈਰੋਂ ਸਾਹਿਬ ਦੇ ਸਿਆਸੀ ਸਕੱਤਰ ਇਹ ਕਹਿ ਰਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਪਰਨੀਤ ਕੌਰ ਚੋਣ ਲੜੇਗੀ ਤੇ ਪ੍ਰਕਾਸ਼ ਸਿੰਘ ਬਾਦਲ ਵੱਲੋਂ ਐਲਾਨ ਜਿਹੜਾ ਕੀਤਾ ਜਾਣਾਗਾ। ਜੀ ਬਿਲਕੁਲ ਜੀ। ਦੇਖਦੇ ਹੁਣ ਕੁੰਡੀਆਂ 'ਚ ਸਿੰਘ ਫਸ ਗਿਆ ਤੇ ਨਿਤਰੂ ਵੜੇਵੇਂ ਖਾਣੀ। ਚੱਲਦੇ ਜੀ ਆਪਾਂ ਪਹਿਲੀ ਕਾਲ ਤੇ। ਹਾਂਜੀ 26 ਤੇ ਹੀ ਸਵਾਗਤ ਹੈ ਵੀਰ ਜੀ। ਵੀਰ ਜੀ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇਹਦਾ ਗੱਲ ਹੈ ਵੀ ਜਿਹੜਾ ਉਹ ਸਿੰਘ ਬਾਹਰ ਆਇਆ ਆ, ਬਹੁਤ ਆਪਣੇ ਕਮੇਟੀ ਵਾਲਿਆਂ ਨੂੰ ਵਧਾਈ ਦੇ ਪਾਤਰ ਆ ਵੀ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਸਾਡਾ ਬੰਦਾ ਬਾਹਰ ਕੱਢਿਆ। ਬਿਲਕੁਲ ਜੀ। ਅੱਛਾ, ਨੰਬਰ 2 ਇੱਕ ਗੱਲ ਦੀ ਮੈਨੂੰ ਸਮਝ ਨਹੀਂ ਆਉਂਦੀ, ਸਾਡੇ ਸਿੱਖਾਂ ਨੂੰ ਹੀ ਕਿਉਂ ਇੰਡੀਆ ਦੇ ਅੰਦਰ ਟਾਰਗੇਟ ਕੀਤਾ ਜਾਂਦਾ ਹਮੇਸ਼ਾ। ਜਦੋਂ ਵੀ ਕੋਈ 84 ਆਉਂਦੀ ਤਾਂ ਵੀ ਸਿੱਖ ਕਤਲੇਆਮ, ਜਦੋਂ ਕੋਈ ਹੋਰ ਕੋਈ ਭਾਵੇਂ ਤੁਰਿਆ ਜਾਂਦਾ ਸਾਈਕਲ ਤੇ ਵੀ ਤੁਰਿਆ ਜਾਂਦਾ, ਰੋੜਾ ਕਿਸੇ ਹੋਰ ਨੇ ਮਾਰਿਆ, ਉਹ ਵੀ ਕੋਈ ਸਿੱਖ ਦੇਖ ਲੈਂਦੇ, ਉਹਨੂੰ ਫੜ ਲੈਂਦੇ ਆ। ਵਿਚਾਰ ਸਿੱਖਾਂ ਨਾਲ ਹੁੰਦੀ ਰਹੂਗੀ, ਬਾਕੀ ਰਹੀ ਆ ਕੈਰੋਂ ਪਰਿਵਾਰ ਦੀ। ਇਹ ਤਾਂ ਵੀਰ ਜੀ ਇਹ ਬਾਦਲਾਂ ਜਦੋਂ ਹੁਣ ਪਟਾਕਾ ਪੈਣਾ ਤੇ ਏਦਾਂ ਹੀ ਪੈਣਾ ਆ। ਇਹ ਹੁਣ ਇਹ ਪਟਾਕੇ ਪੈਣ ਵਾਲੇ ਆ, ਤੇ ਗੁਰੂ ਸਾਹਿਬ ਨਾਲ ਦੇਖਦਾ ਆ। ਇਹ ਪਰਿਵਾਰਵਾਦ ਨਾਲ ਦੀ ਲੜਾਈ ਚੱਲੂਗੀ, ਫੇਰ ਹੀ ਇਹਨਾਂ ਦੀ ਬਗਾਵਤ ਹੋਣੀ ਹੈ। ਜੇ ਇਹ ਗੁਰੂ ਕਰਾ ਰਿਹਾ ਜੋ ਕਰਾ ਰਿਹਾ ਇਹਨਾਂ ਨਾਲ, ਇਹਨਾਂ ਨੇ ਗੁਰੂ ਨਾਲ ਬਹੁਤ ਧੋਖਾ ਕੀਤਾ ਆ। ਸਿੱਖਾਂ ਨਾਲ ਕੀਤਾ, ਗੁਰੂ ਨਾਲ ਵੀ ਨਹੀਂ ਕੀਤਾ। ਉਹਦਾ ਖਾ ਕੇ ਉਹਦੀ ਕੌਮ ਨਾਲ ਹੀ ਗਦਾਰੀਆਂ ਕਰਦੇ ਹੁਣ ਤੱਕ ਜੀ, ਠੀਕ ਨੀ? ਤਾਂ ਫਿਰ ਰਿਜ਼ਲਟ ਤਾਂ ਆਉਣਾ ਹੀ ਆ ਵੀਰ ਜੀ। ਬਾਕੀ ਇਹ ਕਿਸਾਨਾਂ ਦਾ ਕਿਵੇਂ ਆ? ਬੰਗਲਾ ਉੱਥੇ ਚੜ੍ਹਦੀ ਕਲਾ ਆ ਆਪਣੇ ਬੰਗਲਾਦੇਸ਼ ਵਿੱਚ ਜਿੱਥੇ ਗਏ ਆ ਇਹ ਢਾਕੇ 'ਚ, ਉਹ ਜ਼ਰੂਰ ਦੱਸਿਓ। ਬੰਗਾਲ ਦੇ ਵਿੱਚ ਜੀ। ਧੰਨਵਾਦ ਜੀ।
ਜੀ ਅਰਸ਼ਦੀਪ। ਦੇਖੋ ਜੀ, ਵੈਸਟ ਬੰਗਾਲ ਦੇ ਵਿੱਚ ਕਿਸਾਨਾਂ ਨੇ ਜਿੰਨੀਆਂ ਰੈਲੀਆਂ ਤੇ ਰੋਡ ਸ਼ੋਅ ਕੀਤੇ ਨੇ, ਉਹਨਾਂ ਨੂੰ ਭਰਵਾਂ ਸਮਰਥਨ ਜਿਹੜਾ ਮਿਲਿਆਗਾ। ਲੋਕਾਂ ਨੇ ਉਹਨਾਂ ਦੀ ਗੱਲ ਜਿਹੜੀ ਉਹ ਸੁਣੀ ਹੈਗੀ। ਫਲॉप ਸ਼ੋਅ ਜਿਹੜਾ ਕਿਸਾਨਾਂ ਵੱਲੋਂ ਵੈਸਟ ਬੰਗਾਲ ਦੇ ਵਿੱਚ ਨਹੀਂ ਕੀਤਾ ਗਿਆ। ਉੱਥੇ ਰੈਲੀਆਂ ਦੇ ਵਿੱਚ ਜਿਹੜੇ ਲੋਕਾਂ ਨੇ ਗੱਲ ਸੁਣੀ ਹੈ ਕਿਸਾਨਾਂ ਦੀ, ਰੋਡ ਸ਼ੋਅਜ਼ ਦੇ ਵਿੱਚ ਵੀ ਕਿਸਾਨਾਂ ਦੀ ਗੱਲ ਸੁਣੀ ਹੈ, ਤੇ ਕਿਸਾਨਾਂ ਵੱਲੋਂ ਜਿਹੜਾ ਵੈਸਟ ਬੰਗਾਲ ਦੀਆਂ ਸਾਰੀਆਂ ਜਿੰਨੀਆਂ ਵੀ ਵਿਧਾਨ ਸਭਾ ਸੀਟਾਂ ਨੇ ਉਹਨਾਂ ਸਾਰਿਆਂ ਦੇ ਉੱਪਰ ਜਿਹੜਾ ਹੈ ਪ੍ਰਚਾਰ ਕੀਤਾ ਜਾ ਰਿਹਾ ਹੈ। ਤੇ ਕਿਸਾਨਾਂ ਦਾ ਅੰਦੋਲਨ ਜਿਹੜਾ ਉਹ ਚੜ੍ਹਦੀ ਕਲਾ ਦੇ ਵਿੱਚ, ਸਿੰਘੂ ਟਿੱਕਰੀ ਵਗੈਰਾ ਤੇ ਵੀ ਭੀੜ ਜਿਹੜੀ ਹੈ ਘਟਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉਹ ਨਹੀਂ, ਹਲਚਲ ਜਿਹੜੀ ਉਹ ਚੱਲਦੀ ਰਹਿੰਦੀ ਹੈ। ਪਰ ਕਿਸਾਨ ਅੰਦੋਲਨ ਦੀ ਇਹ ਗੱਲ ਹੈ ਕਿ ਪਹਿਲਾਂ ਇਹ ਪੰਜਾਬ ਤੱਕ ਮਹਿਦੂਦ ਸੀਗਾ, ਉਹਦੇ ਬਾਅਦ ਦਿੱਲੀ ਦੀ ਸਰਹੱਦਾਂ ਤੱਕ ਮਹਿਦੂਦ ਹੋਇਆ, ਤੇ ਹੁਣ ਇਹ ਪੂਰੀ ਤਰ੍ਹਾਂ ਦੇਸ਼ ਦਾ ਅੰਦੋਲਨ ਜਿਹੜਾ ਬਣ ਗਿਆਗਾ। ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੂੰ ਦਿੱਲੀ ਬੈਠਿਆਂ ਨੂੰ ਪਤਾ ਨਹੀਂ ਕਿ ਕਿੱਥੇ ਕਿੱਥੇ ਕਿਸਾਨ ਜਿਹੜੇ ਉਹ ਪ੍ਰੋਟੈਸਟ ਕਰੀ ਜਾਂਦੇ ਨੇ। ਜਦੋਂ ਵੈਸਟ ਬੰਗਾਲ ਚ ਗਏ ਤਾਂ ਉੱਥੇ ਵੈਸਟ ਬੰਗਾਲ ਚ ਉਹਨਾਂ ਨੂੰ ਕਿਸਾਨ ਮਿਲੇ ਜਿਹੜੇ ਕਿ 3 ਖੇਤੀ ਕਾਨੂੰਨਾਂ ਵਿਰੁੱਧ ਧਰਨਾ ਦੇ ਰਹੇ ਸੀ, ਤੇ ਇੱਥੇ ਦਿੱਲੀ ਬੈਠੇ ਕਿਸਾਨ ਲੀਡਰਾਂ ਨੂੰ ਨਹੀਂ ਪਤਾ ਸੀ ਕਿ ਉਹ ਧਰਨਾ ਚੱਲ ਰਿਹਾ ਹੈਗਾ। ਤਾਂ ਇਸ ਕਰਕੇ ਦੇਸ਼ ਪੱਧਰ ਤੇ ਜਿਹੜਾ ਅੰਦੋਲਨ ਹੈ ਹੁਣ ਫੈਲ ਚੁੱਕਿਆ, ਤੇ ਵੱਖ-ਵੱਖ ਥਾਵਾਂ ਤੇ ਕਿਸਾਨਾਂ ਵੱਲੋਂ ਧਰਨੇ ਜਿਹੜੇ ਉਹ ਦਿੱਤੇ ਜਾ ਰਹੇ ਨੇ। ਬਿਲਕੁਲ ਜੀ। ਆਪਾਂ ਗੱਲਬਾਤ ਕਰਦੇ ਜੀ। ਗਵਰਨਰ ਸੱਤਿਆਪਾਲ ਮਲਿਕ ਵੱਲੋਂ ਮੁੜ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ। ਦੇਖੋ ਜੀ, ਸੱਤਿਆਪਾਲ ਮਲਿਕ, ਕਿਉਂਕਿ ਜੇ ਤਾਂ ਵਿਰੋਧੀ ਪਾਰਟੀਆਂ ਦੇ ਲੀਡਰ ਬੋਲਦੇ ਨੇ ਤਾਂ ਇਹ ਕਿਹਾ ਜਾ ਰਿਹਾ ਕਿ ਸਿਆਸਤ ਜਿਹੜੀ ਹੈ ਕਿਸਾਨੀ ਅੰਦੋਲਨ ਦੀ ਕੀਤੀ ਜਾ ਰਹੀ ਹੈ। ਜੇ ਕਿਸਾਨ ਹੁਣ ਬੰਗਾਲ ਦੇ ਵਿੱਚ ਤੇ 5 ਵਿਧਾਨ ਸਭਾ ਚੋਣਾਂ ਜਿਹੜੇ ਸੂਬਿਆਂ ਦੇ ਵਿੱਚ ਹੋ ਰਹੀਆਂ ਨੇ, ਜੇ ਉੱਥੇ ਗਏ ਨੇ ਤਾਂ ਇਹ ਕਿਹਾ ਜਾ ਰਿਹਾ ਕਿ ਕਿਸਾਨ ਸਿਆਸੀ ਰੰਗ ਦੇ ਵਿੱਚ ਰੰਗ ਗਏ ਨੇ। ਪਰ ਸੱਤਿਆਪਾਲ ਮਲਿਕ ਦੀ ਆਪਾਂ ਗੱਲ ਕਰੀਏ ਤਾਂ ਗਵਰਨਰ ਨੇ, ਤੇ ਗਵਰਨਰ ਜਿਹੜਾ ਹਮੇਸ਼ਾ ਹੀ ਸੈਂਟਰ ਬੇਸ਼ੱਕ ਰਾਸ਼ਟਰਪਤੀ ਵੱਲੋਂ ਅਪੁਆਇੰਟ ਕੀਤੀ ਜਾਂਦੀ ਪੋਸਟ ਹੈਗੀ, ਪਰ ਇਹ ਹੈ ਕਿ ਸੱਤਾ ਧਿਰ ਦੇ ਨਾਲ ਸੰਬੰਧਿਤ ਗਵਰਨਰ ਜਿਹੜੇ ਉਹ ਲਗਾਏ ਜਾਂਦੇ ਨੇ। ਇਸ ਕਰਕੇ ਸੱਤਿਆਪਾਲ ਮਲਿਕ ਜਿਹੜੇ ਨੇ ਉਹ ਜੰਮੂ ਕਸ਼ਮੀਰ ਦੇ ਗਵਰਨਰ ਵੀ ਰਹੇ ਨੇ, ਬਿਹਾਰ ਦੇ ਵੀ ਰਹੇ ਨੇ, ਗੋਆ ਦੇ ਵੀ ਰਹੇ ਨੇ, ਤੇ ਅੱਜ ਕੱਲ੍ਹ ਉਹ ਮੇਘਾਲਿਆ ਦੇ ਗਵਰਨਰ ਨੇ, ਉੱਤਰ ਪ੍ਰਦੇਸ਼ ਦੇ ਨਾਲ ਸੰਬੰਧਿਤ ਨੇ। ਤਾਂ ਬਾਗਪਤ ਦਾ ਇਲਾਕਾ ਜਿਹੜਾ ਹੈ ਇਹਨਾਂ ਦਾ ਉੱਤਰ ਪ੍ਰਦੇਸ਼ ਦੇ ਵਿੱਚ, ਉੱਥੇ ਆਏ ਹੋਏ ਸੀ ਜਿੱਥੇ ਇਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਕਿਸਾਨ ਜੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਨੇ ਤਾਂ ਸਰਕਾਰ ਉਹਨਾਂ ਦਾ ਸਨਮਾਨ ਜਿਹੜਾ ਜ਼ਰੂਰ ਕਰੇ, ਉਹਨਾਂ ਨੂੰ ਨਿਰਾਸ਼ ਕਰਕੇ ਵਾਪਸ ਨਾ ਭੇਜੇ। MSP ਤੇ ਗਰੰਟੀ ਸਰਕਾਰ ਦੇ ਦੇ, ਉਹਦੇ ਨਾਲ ਕਿਸਾਨੀ ਅੰਦੋਲਨ ਖਤਮ ਹੋ ਸਕਦਾ ਹੈ। ਸੱਤਿਆਪਾਲ ਮਲਿਕ ਨੇ ਕਿਹਾ ਕਿ ਬਦਲਾਅ ਕਰੇ ਕਾਨੂੰਨਾਂ ਦੇ ਵਿੱਚ, ਪਰ MSP ਤੇ ਗਰੰਟੀ ਜਿਹੜੀ ਹੈ ਉਹ ਕਿਸਾਨਾਂ ਨੂੰ ਮਿਲਣੀ ਚਾਹੀਦੀ ਹੈ। ਨਾਲ ਸੱਤਿਆਪਾਲ ਮਲਿਕ ਨੇ ਜਿਹੜੀ ਹੈ ਸਿੱਖ ਕਮਿਊਨਿਟੀ ਦੀ ਗੱਲ ਵੀ ਕੀਤੀ। ਉਹਨਾਂ ਨੇ ਕਿਹਾ ਕਿ ਜੇ ਸਿੱਖ ਕਮਿਊਨਿਟੀ ਨੂੰ ਨਿਰਾਸ਼ ਮੋੜਤਾ ਕੇਂਦਰ ਸਰਕਾਰ ਨੇ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਜਾ ਕੇ ਭੁੱਲ ਜਾਣਗੇ, ਉਹ 300 ਸਾਲ ਵੀ ਇਸ ਗੱਲ ਨੂੰ ਜਿਹੜਾ ਯਾਦ ਰੱਖਣਗੇ ਕਿ ਅਸੀਂ ਦਿੱਲੀ ਦੇ ਸਰਹੱਦਾਂ ਤੇ ਗਏ ਸੀ, ਉੱਥੇ ਜਿਹੜਾ ਪ੍ਰਦਰਸ਼ਨ ਕੀਤਾਗਾ, ਤੇ ਇਸ ਕਰਕੇ ਕੇਂਦਰ ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ। ਤੇ ਇਸ ਮੌਕੇ ਸੱਤਿਆਪਾਲ ਮਲਿਕ ਨੇ ਇਹ ਵੀ ਕਿਹਾ ਕਿ ਮੈਂ ਇੱਕ ਸੀਨੀਅਰ ਜਰਨਲਿਸਟ ਦੇ ਨਾਲ ਵੀ ਗੱਲਬਾਤ ਕੀਤੀ ਜਿਹੜੇ ਕਿ ਪ੍ਰਧਾਨ ਮੰਤਰੀ ਸਾਹਿਬ ਦੇ ਬੜੇ ਖਾਸ ਖਾਸ ਨੇ, ਤਾਂ ਮੈਂ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਮੈਂ ਗੱਲ ਪਹੁੰਚਾ ਰਿਹਾ, ਤੁਸੀਂ ਵੀ ਜਦੋਂ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੁੰਦੀ ਹੈ ਤੇ ਇਹ ਗੱਲ ਉਹਨਾਂ ਤੱਕ ਜ਼ਰੂਰ ਪਹੁੰਚਾਓ ਕਿ ਕਿਸਾਨ ਜਿਹੜੇ ਨੇ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। ਤਾਂ ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ MSP ਤੇ ਗਰੰਟੀ ਦੇਣ ਦੇ ਵੱਲ ਜਿਹੜਾ ਜ਼ਰੂਰ ਵਧਣ। ਨਾਲ ਉਹਨਾਂ ਨੇ ਸਿੱਖ ਕਮਿਊਨਿਟੀ ਦੀ ਗੱਲ ਇੱਕ ਹੋਰ ਕੀਤੀ ਕਿ ਸਿੱਖ ਕਮਿਊਨਿਟੀ ਜਿਹੜੀ ਉਹ ਭੁੱਲਦੀ ਨਹੀਂ। ਜੇ ਕਾਂਗਰਸ ਵੱਲੋਂ ਇੰਦਰਾ ਗਾਂਧੀ ਵੱਲੋਂ ਆਪਰੇਸ਼ਨ ਬਲੂ ਸਟਾਰ ਕੀਤਾ ਗਿਆ ਤਾਂ ਇੰਦਰਾ ਗਾਂਧੀ ਦੀ ਹੱਤਿਆ ਵੀ ਜਿਹੜਾ ਕਤਲ ਸਿੱਖਾਂ ਨੇ ਕੀਤਾ, ਤੇ ਨਾਲ ਜਿਹੜਾ ਜਨਰਲ ਸੀ ਉਸ ਸਮੇਂ ਵੈਦਿਆ, ਉਹਨੂੰ ਵੀ ਪੂਨੇ 'ਚ ਜਾ ਕੇ ਜਿਹੜਾ ਮਾਰਿਆ ਗਿਆ। ਤੇ ਇਸ ਕਰਕੇ ਸਿੱਖ ਕਮਿਊਨਿਟੀ ਨਹੀਂ ਭੁੱਲਦੀ ਹੈ। ਇਸ ਕਰਕੇ ਪ੍ਰਧਾਨ ਮੰਤਰੀ ਸਾਹਿਬ ਸਨਮਾਨ ਕਰਨ ਕਿਸਾਨਾਂ ਦਾ, ਤੇ ਕਿਸਾਨਾਂ ਦੀਆਂ ਮੰਗਾਂ ਵੱਲ ਜਿਹੜੇ ਗੌਰ ਹੈ ਜ਼ਰੂਰ ਫਰਮਾਉਣ। ਕਿਸਾਨ ਦਿੱਲੀ ਤੋਂ ਨਿਰਾਸ਼ ਹੋ ਕੇ ਜਿਹੜਾ ਉਹ ਨਾ ਮੁੜਨ। ਹਾਂ ਬਿਲਕੁਲ, ਵਾਕਿਆ ਗੱਲ ਸਹੀ ਹੈ ਜੀ। ਤੇ ਕੈਪਟਨ ਅਮਰਿੰਦਰ ਸਿੰਘ ਨੇ ਚਲਾਇਆ ਸੀ ਜੀ ਪਹਿਲਾਂ ਕਾਫੀ ਵਿਦ ਕੈਪਟਨ ਤੇ ਕਈ ਕੁਝ ਕੀਤਾ ਗਿਆ, ਪਰ ਨਵਜੋਤ ਸਿੱਧੂ ਦਾ ਵੀ ਕਹਿੰਦੇ ਫੇਰ ਆ ਰਿਹਾ ਜੀ। ਕਹਿੰਦੇ ਨਵਜੋਤ ਸਿੱਧੂ ਨੂੰ ਲੰਚ ਲਈ ਮੁੜ ਸੱਦਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ। ਦੇਖੋ ਜੀ, ਨਵਜੋਤ ਸਿੰਘ ਸਿੱਧੂ ਦੀ ਜਦੋਂ ਕਾਂਗਰਸ ਤੇ ਐਂਟਰੀ ਹੋਈ ਸੀ ਤਾਂ ਉਸ ਸਮੇਂ ਪ੍ਰਸ਼ਾਂਤ ਕਿਸ਼ੋਰ ਦਾ ਕਾਫੀ ਅਹਿਮ ਯੋਗਦਾਨ ਸੀ, ਕਿਉਂਕਿ ਨਵਜੋਤ ਸਿੰਘ ਸਿੱਧੂ ਦੀ ਐਂਟਰੀ ਜਿਹੜੀ ਹੈ ਉਹ ਕੈਪਟਨ ਅਮਰਿੰਦਰ ਸਿੰਘ ਥਰੂ ਨਹੀਂ ਹੋਈ ਸੀ, ਉਹ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਥਰੂ ਹੋਈ ਸੀਗੀ ਜੀ। ਤੇ ਇਸ ਕਰਕੇ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਨੁਕਰੇ ਲਾਇਆ ਗਿਆ, ਬਾਅਦ ਦੇ ਵਿੱਚ ਉਪ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਗਿਆ, ਪਰ ਉਹ ਸਿਰੇ ਨਹੀਂ ਚੜਿਆ। ਬਾਅਦ ਚ ਉਹਨਾਂ ਦਾ ਕੈਬਨਿਟ ਵਜ਼ੀਰੀ ਵਾਲਾ ਜਿਹੜਾ ਰੈਂਕ ਸੀਗਾ ਉਹ ਵੀ ਵਾਪਸ ਲੈ ਲਿਆ ਗਿਆ, ਡਿਪਾਰਟਮੈਂਟ ਬਦਲ ਦਿੱਤਾ ਗਿਆ। ਤਾਂ ਉਹਦੇ ਬਾਅਦ ਸਿੱਧੂ ਸਾਹਿਬ ਜਿਹੜੇ ਨਿਰਾਸ਼ ਚੱਲ ਰਹੇ ਸੀ, ਆਪਣੀ ਸਰਕਾਰ ਤੇ ਉਂਗਲਾਂ ਜਿਹੜੀਆਂ ਲਗਾਤਾਰ ਚੁੱਕ ਰਹੇ ਸੀ। ਪਰ ਹੁਣ ਜਦੋਂ ਪ੍ਰਸ਼ਾਂਤ ਕਿਸ਼ੋਰ ਦੀ ਦੁਬਾਰਾ ਤੋਂ ਐਂਟਰੀ ਹੋਈ ਹੈ ਤਾਂ ਆਪਾਂ ਦੇਖ ਰਹੇ ਹਾਂ ਕਿ ਨਵਜੋਤ ਸਿੰਘ ਸਿੱਧੂ ਦੇ ਸੁਰ ਵੀ ਥੋੜੇ ਬਦਲੇ ਨੇ, ਤੇ ਨਾਲ ਜਿਹੜੇ ਪੰਜਾਬ ਦੇ ਇੰਚਾਰਜ ਨੇ ਹਰੀਸ਼ ਰਾਵਤ ਸਾਹਿਬ, ਉਹਨਾਂ ਵੱਲੋਂ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੀਟਿੰਗ ਕੀਤੀ ਗਈ ਤੇ ਨਵਜੋਤ ਸਿੰਘ ਸਿੱਧੂ ਨਾਲ ਵੀ ਪੰਜਾਬ ਭਵਨ ਦੇ ਵਿੱਚ ਮੀਟਿੰਗ ਕੀਤੀ ਗਈ। ਤਾਂ ਜਿਹੜੇ ਹਾਲਾਤ ਨੇ ਉਹ ਸਾਰਗਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਤਾਂ ਇਹਦੇ ਬਾਅਦ ਹੁਣ ਦੂਜੀ ਵਾਰੀ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਸਿਸਮਾ ਵਾਲਾ ਫਾਰਮ ਹਾਊਸ ਜਿਹੜਾ ਪਹਾੜਾਂ ਦੇ ਵਿੱਚ ਬਣਾਇਆ ਹੈਗਾ, ਤਾਂ ਉੱਥੇ ਜਿਹੜਾ ਹੈ ਲੰਚ ਦੇ ਲਈ ਭਲਕੇ ਸੱਦਿਆ ਗਿਆ ਹੈਗਾ।
ਤਾਂ ਭਲਕੇ ਦੀ ਮੀਟਿੰਗ ਬੇਹੱਦ ਅਹਿਮ ਮੰਨੀ ਜਾ ਰਹੀ ਹੈ, ਕਿਉਂਕਿ ਥੋੜੇ ਸਮੇਂ ਦੇ ਵਿੱਚ ਹੀ ਨਵਜੋਤ ਸਿੰਘ ਸਿੱਧੂ ਨੂੰ ਦੂਜੀ ਵਾਰੀ ਲੰਚ ਤੇ ਸੱਦਿਆ ਗਿਆ। ਤੇ ਇੱਥੇ ਇਹੀ ਹੈ ਕਿ ਨਵਜੋਤ ਸਿੰਘ ਸਿੱਧੂ ਵੱਡੀ ਜ਼ਿੰਮੇਵਾਰੀ ਦੀ ਮੰਗ ਕਰਦੇ ਨੇ। ਜੇ ਕਾਂਗਰਸ ਦੇ ਵਿੱਚ ਉਹਨਾਂ ਨੇ ਰਹਿਣਾਗਾ ਤਾਂ ਉਹ ਜ਼ਿੰਮੇਵਾਰੀ ਦੇ ਲਈ ਹਾਈ ਕਮਾਂਡ ਹੱਥ ਲਗਭਗ ਖੜੇ ਕਰ ਗਈ ਆ, ਕਿਉਂਕਿ ਕੈਪਟਨ ਸਾਹਿਬ ਹਾਈ ਕਮਾਂਡ ਦੀ ਗੱਲ ਜਿਹੜੀ ਉਹ ਨਹੀਂ ਮੰਨਦੇ, ਇਹ ਮੰਨਿਆ ਜਾਂਦਾ। ਇਸ ਕਰਕੇ ਹਾਈ ਕਮਾਂਡ ਦੇ ਜਿਹੜੇ ਫਰਜ਼ੰਦ ਨੇ, ਇੱਥੇ ਇੰਚਾਰਜ ਨੇ ਹਰੀਸ਼ ਰਾਵਤ, ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਹਾਂ ਤੋਂ ਬਿਨਾਂ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਕੋਈ ਵੀ ਜ਼ਿੰਮੇਵਾਰੀ ਨਹੀਂ ਦਿੱਤੀ ਜਾਊਗੀ। ਤਾਂ ਇਸ ਕਰਕੇ ਭਲਕੇ ਦਾ ਲੰਚ ਜਿਹੜਾ ਉਹ ਬੇਹੱਦ ਅਹਿਮ ਹੈ। ਉੱਥੇ ਲੰਚ ਤੇ ਜਿਹੜਾ ਨਵਜੋਤ ਸਿੰਘ ਸਿੱਧੂ ਦੀ ਜ਼ਿੰਮੇਵਾਰੀ ਕੀ ਹੋਊਗੀ ਕਾਂਗਰਸ 'ਚ, ਉਹਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਕੀਤਾ ਜਾ ਸਕਦਾ। ਸੁਲਹ ਸਫਾਈ ਜਿਹੜੀ ਉਹ ਹੋ ਸਕਦੀ ਹੈ, ਕਿਉਂਕਿ ਕਾਂਗਰਸ ਦੀ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਨੂੰ ਨਹੀਂ ਖੋਣਾ ਚਾਹੁੰਦੀ। ਪ੍ਰਸ਼ਾਂਤ ਕਿਸ਼ੋਰ ਦੁਬਾਰਾ ਆਏ ਨੇ ਤਾਂ ਪ੍ਰਸ਼ਾਂਤ ਕਿਸ਼ੋਰ ਵੀ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਛੱਡ ਕੇ ਕਿਸੇ ਹੋਰ ਪਾਰਟੀ 'ਚ ਜਾਣ, ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਸੁਣਨ ਲੋਕ ਆਉਂਦੇ ਨੇ, ਬੇਦਾਗ ਨੇ ਉਹ, ਸਪੀਕਰ ਚੰਗੇ ਨੇ, ਗੱਲ ਕਹਿ ਜਾਂਦੇ ਨੇ। ਪਰ ਜਿੱਥੋਂ ਤੱਕ ਸਿੱਧੂ ਸਾਹਿਬ ਦੇ ਬਗਾਵਤ ਕਰਨ ਦੀਆਂ ਗੱਲਾਂ ਸੀ, ਤਾਂ ਲੱਗਦਾ ਕਿ ਜਿਸ ਤਰ੍ਹਾਂ ਦੀ ਲੰਚ ਡਿਪਲੋਮੇਸੀ ਚੱਲ ਰਹੀ ਹੈ, ਨਵਜੋਤ ਸਿੰਘ ਸਿੱਧੂ ਕਾਂਗਰਸ ਤੋਂ ਬਾਹਰ ਸ਼ਾਇਦ ਹੀ ਜਾਣ। ਉਹਨਾਂ ਨੂੰ ਜਾਂ ਤਾਂ ਪੰਜਾਬ ਪ੍ਰਧਾਨ ਲਾਇਆ ਜਾ ਸਕਦਾ ਹੈ, ਤੇ ਕੈਬਨਿਟ 'ਚ ਵਾਪਸੀ ਦੇ ਚਾਂਸ ਜਿਹੜੇ ਉਹ ਘੱਟ ਨੇ। ਪਰ ਜੇ ਕੈਬਨਿਟ 'ਚ ਵਾਪਸੀ ਕਰਨਗੇ ਤਾਂ ਉਹ ਪੁਰਾਣੇ ਡਿਪਾਰਟਮੈਂਟ ਦੇ ਨਾਲ ਹੀ ਕਰਨਗੇ। ਬਿਲਕੁਲ ਜੀ, ਕੋਈ ਬਾਲਾ ਫਾਇਦਾ ਵੀ ਹੈ ਨਹੀਂਗਾ ਜੀ। 7-8 ਮਹੀਨੇ ਆ, ਕਾਹਦੀ ਕੈਬਨਿਟ ਵਜ਼ੀਰੀ ਹੈ ਜੀ ਇਹ। ਉਦਾਂ ਠੀਕ ਆ ਵੀ ਅੜੀ ਪਗਾ ਦਿੱਤੀ, ਇਹ ਤਾਂ ਗੱਲ ਹੋ ਸਕਦੀ ਹੈ। ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ ਬਿਲਗਾ ਸਾਹਿਬ, ਸਵਾਗਤ ਹੈ ਜੀ, ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਚੰਦੀ ਸਾਹਿਬ, ਸਤਿ ਸ਼੍ਰੀ ਅਕਾਲ ਹਰਸ਼ਦੀਪ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਸ ਤਰ੍ਹਾਂ ਹੁਣ ਹਰਸ਼ਦੀਪ ਜੀ ਮਹਾਰਾਸ਼ਟਰ ਦੇ ਵਿੱਚ ਕਹਿ ਰਹੇ ਨੇ ਕਰੋਨਾ ਦੇ ਕੇਸ ਵੱਧ ਰਹੇ, ਤੀਸਰੀ ਵੇਵ ਆ ਰਹੀ ਹੈ। ਪੰਜਾਬ 'ਚ ਵੀ ਕੁਝ ਕੇਸਿਸ ਵੱਧ ਰਹੇ ਨੇ, ਤੇ ਪਿੱਛੇ ਜਿਸ ਤਰ੍ਹਾਂ ਸੁਣਿਆ ਸੀ ਮਨਪ੍ਰੀਤ ਬਾਦਲ ਜੋ ਪੰਜਾਬ ਦੇ ਫਾਈਨੈਂਸ ਮਿਨਿਸਟਰ, ਉਹਨੂੰ ਕਰੋਨਾ ਹੋਇਆ। ਹੁਣ ਸੁਖਬੀਰ ਬਾਦਲ ਦਾ ਵੀ ਆ ਰਿਹਾ ਵੀ ਪੋਜ਼ਿਟਿਵ ਹੋ ਗਿਆ। ਤੇ ਪੰਜਾਬ ਸਰਕਾਰ ਕੀ ਕਦਮ ਉਠਾ ਰਹੀ ਹੈ? ਤੇ ਉਧਰੋਂ ਕੁਝ ਪਤਾ ਲੱਗਦਾ ਬੱਚਿਆਂ ਦੇ ਮਾਂ-ਬਾਪ ਵੀ ਪਰੇਸ਼ਾਨ ਹੈ, ਸਕੂਲਾਂ ਦੇ ਬੱਚਿਆਂ ਦੇ ਇੱਕ ਪੀਰੀਅਡ, ਖਾਸ ਕਰਕੇ ਪ੍ਰਾਈਵੇਟ ਸਕੂਲਾਂ ਦੇ ਵੀ ਉਹ ਫੀਸਾਂ ਹੁਣ ਮੰਗ ਰਹੇ ਨੇ ਬੱਚਿਆਂ ਕੋਲ 6-6 ਮਹੀਨੇ ਜਿਹੜੀਆਂ ਰਹਿ ਗਈਆਂ ਉਹ ਫੀਸਾਂ ਇਕੱਠੀਆਂ ਦਿਓ, ਤਾਂ ਫਿਰ ਐਗਜ਼ਾਮ 'ਚ ਬੈਠਣਗੇ ਤਾਂ ਉਹਨਾਂ ਲਈ ਤਾਂ ਬੜੀ ਮੁਸ਼ਕਲ ਹੋ ਜਾਏਗੀ ਕਿ ਨਹੀਂ ਗੱਲ। ਤੇ ਇਹਨਾਂ ਬਾਰੇ ਕੁਝ ਦੱਸੀ। ਬਾਕੀ ਸਿੱਧੂ ਸਾਹਿਬ ਦਾ ਤਾਂ ਮੈਨੂੰ ਲੱਗਦਾ ਨਹੀਂ ਕੁਝ ਹੋਣਾ, ਬਸ ਇਸ ਤਰ੍ਹਾਂ ਹੀ ਪੋਜੀਸ਼ਨ ਰਹਿਣੀ। ਥੈਂਕ ਯੂ ਜੀ। ਧੰਨਵਾਦ ਜੀ। ਅਰਸ਼ਦੀਪ, ਦੇਖੋ ਜੀ, ਕੋਵਿਡ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਦੁਬਾਰਾ ਤੋਂ ਸਿਰ ਜਿਹੜਾ ਚੁੱਕ ਰਿਹਾ ਹੈਗਾ। ਭਲਕੇ ਵੀ ਜਿਹੜੇ ਹੈ ਕੇਸ ਉਹ 25,000 ਤੋਂ ਉੱਪਰ ਜਿਹੜੇ ਉਹ ਸਾਹਮਣੇ ਆਏ ਨੇ। ਤੇ ਮਹਾਰਾਸ਼ਟਰ, ਪੰਜਾਬ ਤੇ ਇੱਕ ਦੋ ਹੋਰ ਸੂਬਿਆਂ ਦੇ ਵਿੱਚ ਜਿਹੜਾ ਅਸਰ ਹੈ ਇਹਦਾ ਜ਼ਿਆਦਾ ਦਿਖਾਈ ਦੇ ਰਿਹਾ ਹੈਗਾ। ਇਸ ਕਰਕੇ ਪੰਜਾਬ ਸਰਕਾਰ ਵੱਲੋਂ ਸਕੂਲ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ। ਨਾਈਟ ਕਰਫਿਊ ਜਿਹੜਾ ਉਹ ਲਗਾ ਦਿੱਤਾ ਗਿਆ ਸ਼ਹਿਰੀ ਇਲਾਕਿਆਂ ਦੇ ਵਿੱਚ। ਤੇ ਜਿਹੜੇ ਇਕੱਠ ਨੇ ਉਹਨਾਂ ਦੀ ਲਿਮਟ ਜਿਹੜੀ ਉਹ ਘਟਾ ਦਿੱਤੀ ਗਈ ਹੈ। ਨਾਲੋਂ ਨਾਲ ਮਹਾਰਾਸ਼ਟਰ ਸਰਕਾਰ ਨੇ ਵੀ ਜਿਹੜੇ ਪ੍ਰਭਾਵਿਤ ਇਲਾਕੇ ਨੇ ਉੱਥੇ ਲੋਕਡਾਊਨ ਵੀ ਲਗਾਇਆ ਤੇ ਬਾਕੀ ਜਗ੍ਹਾ ਤੇ ਨਾਈਟ ਕਰਫਿਊ ਇੰਪਲੀਮੈਂਟ ਕੀਤਾ ਗਿਆ। ਜਿੱਥੋਂ ਤੱਕ ਪ੍ਰਾਈਵੇਟ ਸਕੂਲਾਂ ਦੀ ਗੱਲ ਹੈ, ਤਾਂ ਪ੍ਰਾਈਵੇਟ ਸਕੂਲਾਂ ਦੀ ਫੀਸ ਦੇ ਮਸਲੇ ਦਾ ਹੱਲ ਪੰਜਾਬ ਸਰਕਾਰ ਤੋਂ ਪਹਿਲਾਂ ਵੀ ਜਿਹੜਾ ਉਹ ਨਹੀਂ ਨਿਕਲਿਆ। ਸਕੂਲ ਪਹਿਲਾਂ ਵੀ ਬੰਦ ਰਹੇ ਤੇ ਮਾਪਿਆਂ ਨੂੰ ਫੀਸਾਂ ਜਿਹੜੀਆਂ ਉਹ ਦੇਣੀਆਂ ਹੀ ਪਈਆਂ, ਤਾਰਨੀਆਂ ਹੀ ਪਈਆਂ। ਤੇ ਇਸੇ ਤਰ੍ਹਾਂ ਹੁਣ ਵੀ ਬੇਸ਼ੱਕ ਬੱਚੇ ਸਕੂਲ ਨਹੀਂ ਜਾਂਦੇ ਤਾਂ ਪ੍ਰਾਈਵੇਟ ਸਕੂਲ ਕਹਿੰਦੇ ਕਿ ਅਸੀਂ ਆਨਲਾਈਨ ਜਿਹੜੀ ਪੜ੍ਹਾਈ ਦਾ ਪ੍ਰਬੰਧ ਕਰਕੇ ਦਿੱਤਾ ਹੋਇਆ, ਇਸ ਕਰਕੇ ਫੀਸ ਤਾਂ ਅਸੀਂ ਲਵਾਂਗੇ ਕਿਉਂਕਿ ਸਾਡੇ ਖਰਚੇ ਉਹ ਹੈਗੇ ਨੇ। ਤਾਂ ਉਹਦੇ 'ਚ ਇਹ ਸੀ ਕਿ ਟਿਊਸ਼ਨ ਫੀਸ ਇਕੱਲੀ ਵਸੂਲ ਲੈਣ, ਪਰ ਪ੍ਰਾਈਵੇਟ ਸਕੂਲਾਂ ਨੇ ਕੀ ਕੀਤਾ ਕਿ ਟਿਊਸ਼ਨ ਫੀਸ ਜਿਹੜੀ ਉਹ 4-4 ਗੁਣਾ ਵਧਾ ਕੇ ਵਸੂਲੀ, ਜਿਹੜੇ ਬਾਕੀ ਖਰਚੇ ਘਟਾ ਤੇ ਟਿਊਸ਼ਨ ਫੀਸ 'ਚ 4 ਗੁਣਾ ਵਾਧਾ ਕਰਤਾ ਤੇ ਉਹਦੇ ਨਾਲ ਉਨੀ ਹੀ ਫੀਸ ਜਿਹੜੀ ਉਹ ਮਾਪਿਆਂ ਨੂੰ ਦੇਣੀ ਪਈ। ਤਾਂ ਇਸ ਕਰਕੇ ਪੰਜਾਬ ਸਰਕਾਰ ਦਾ ਐਜੂਕੇਸ਼ਨ ਡਿਪਾਰਟਮੈਂਟ ਜਿਹੜਾ ਜੇ ਉਹ ਠੋਸ ਕਦਮ ਚੁੱਕੇ ਤਾਂ ਉਹ ਕਰ ਸਕਦਾ ਹੈਗਾ। ਪਰ ਜਿਹੜੀ ਰੈਗੂਲੇਟਰੀ ਹੋਈ ਹੈ, ਜਿਹੜਾ ਫੈਸਲਾ ਹੋਇਆ ਪ੍ਰਾਈਵੇਟ ਸਕੂਲਾਂ ਨੂੰ ਲੈ ਕੇ, ਤਾਂ ਉਹਦੀ ਫੀਸ ਵਧਾਉਣ ਨੂੰ ਲੈ ਕੇ ਜਾਂ ਫੀਸ ਵਸੂਲਣ ਨੂੰ ਲੈ ਕੇ ਕਲੈਰਿਟੀ ਨਹੀਂ ਹੈ ਨੰਬਰ 1 ਤੇ। ਨੰਬਰ 2 ਤੇ ਸਰਕਾਰ ਦਾ ਕੰਟਰੋਲ ਵੀ ਜਿਹੜਾ ਉਸ ਹਿਸਾਬ ਦੇ ਨਾਲ ਨਹੀਂ ਹੈ, ਕਿਉਂਕਿ ਉਹ ਕੇਸ ਜਿਹੜਾ ਹਾਈ ਕੋਰਟ ਦੇ ਵਿੱਚੋਂ ਪਹਿਲਾਂ ਵੀ ਪ੍ਰਾਈਵੇਟ ਸਕੂਲ ਜਿਹੜੇ ਉਹ ਜਿੱਤੇ ਹੋਏ ਨੇ। ਬਿਲਕੁਲ ਜੀ। ਚੱਲਦੇ ਆਪਾਂ ਨੈਕਸਟ ਖਬਰ ਤੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਦੀ ਜਿਹੜੀ ਜਾਂਚ ਆ ਉਹ ਮੁਕੰਮਲ ਹੋ ਗਈ ਹੈ ਜੀ। ਕੰਵਰ ਵਿਜੇ ਪ੍ਰਤਾਪ ਬੜੇ ਜਿਹੜੇ ਹੌਸਲੇ ਦੇ ਵਿੱਚ ਲੱਗ ਰਿਹਾ, ਤਾਂ ਉਹਨਾਂ ਨੇ ਥੋੜਾ ਜਿਹਾ ਜਿਹੜਾ ਕਹਿ ਦਿੱਤਾ ਜੀ ਵੱਡੇ ਵੱਡੇ ਮਗਰਮੱਛ, ਜਿਹੜੇ ਵੱਡੇ ਵੱਡੇ ਦਿੱਗਜ ਮਗਰਮੱਛ ਆ, ਕਹਿੰਦਾ ਇਹਦੇ ਜਾਲ ਦੇ ਵਿੱਚ ਫਸ ਜਾਣਗੇ। ਦੇਖੋ ਜੀ, ਬਾਈਬਲ ਕਲਾ ਗੋਲੀकांड ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਮਾਮਲਾ ਗਾ, ਇਹ ਬੇहद ਅਹਿਮ ਮਾਮਲਾ ਗਾ। ਤਾਂ ਹੁਣ ਜਿਹੜੀ ਜਾਂਚ ਹੈਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਜਾਂ ਕੋਟਕਪੂਰਾ ਗੋਲੀकांड, ਬਾਈਬਲ ਕਲਾ ਗੋਲੀकांड ਦੀ ਜਿਹੜੀ ਜਾਂਚ ਹੈਗੀ, ਉਹ ਜਾਂਚ ਟੀਮ ਨੇ ਮੁਕੰਮਲ ਕਰ ਲਈ ਹੈ। ਤੇ ਮੁਕੰਮਲ ਕਰਨ ਤੋਂ ਬਾਅਦ ਉਹਨਾਂ ਨੇ ਇਹੀ ਦੱਸਿਆ ਕਿ ਅਸੀਂ 8 ਚਲਾਨ ਜਿਹੜੇ ਆ ਉਹ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਨੇ, ਜਿਹਦੇ 'ਚ ਉਸ ਸਮੇਂ ਦੇ ਡੀਜੀਪੀ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ ਜਿਹੜੇ ਐਸਐਸਪੀ ਸੀ, ਇੱਕ ਐਸਪੀ ਸੀ ਉਸ ਸਮੇਂ ਦੇ, ਤੇ ਉਹਨਾਂ ਸਾਰਿਆਂ ਦੇ ਵਿਰੁੱਧ ਜਿਹੜੇ ਚਲਾਨ ਨੇ ਉਹ ਪੇਸ਼ ਕਰ ਦਿੱਤੇ ਗਏ ਨੇ। ਤੇ ਨਾਲੋਂ ਨਾਲ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਵੀ ਕਿਹਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿ ਜਿਹੜਾ ਸੌਦਾ ਸਾਹਿਬ ਸੀਗਾ ਉਹਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਉਣ ਦੇ ਮਾਮਲੇ 'ਚ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਮਾਫੀ
ਦਿੱਤੀ ਗਈ ਤੇ ਜਿਹਦਾ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਜ਼ੋਰਦਾਰ, ਜੀ ਤਾਂ ਉਸ ਨੂੰ ਜਿਹੜਾ ਹੈਗਾ ਉਹ ਹਾਲਾਤਾਂ ਨੂੰ ਨਜਿੱਠਣ ਦੇ ਲਈ ਜਿਹੜਾ ਗੋਲੀ ਕਾਂਡ ਹੈ ਇਹ ਕਰਵਾਇਆ ਗਿਆ ਹੈਗਾ। ਇਹ ਜਾਣੀ ਕਿ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਕਿਹਾ ਗਿਆ ਹੈਗਾ। ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਸਾਜ਼ਿਸ਼ ਜਿਹੜੀ ਹੈ ਪੂਰੀ ਉਹ ਡੇਰੇ ਨੂੰ ਮਾਫੀ ਦੇਣ ਤੋਂ ਬਾਅਦ ਹੀ ਰਚੀ ਗਈ ਹੈ, ਪੂਰੀ ਯੋਜਨਾ ਦੇ ਤਹਿਤ ਇਹ ਰਚੀ ਗਈ ਹੈ ਜਿਹੜਾ ਗੋਲੀ ਕਾਂਡ ਕੀਤਾ ਗਿਆ ਹੈਗਾ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਉਸ ਸਮੇਂ ਦੇ ਜਿਹੜੇ ਗ੍ਰਹਿ ਮੰਤਰੀ ਹੈ ਸੁਖਬੀਰ ਸਿੰਘ ਬਾਦਲ, ਉਹ ਵੀ ਇਸ ਪੂਰੀ ਸਾਜ਼ਿਸ਼ ਦੇ ਵਿੱਚ ਕਥਿਤ ਤੌਰ ਤੇ ਸ਼ਾਮਲ ਸੀ। ਪਰ 8 ਚਲਾਨ ਜਿਹੜੇ ਉਹ ਪੇਸ਼ ਕੀਤੇ ਨੇ, 1 ਚਲਾਨ ਰਹਿੰਦਾ ਹੈਗਾ ਤੇ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਹਾਲੇ ਜਾਂਚ ਟੀਮ ਨੇ ਚਲਾਨ ਜਿਹੜਾ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤਾ, ਤਾਂ ਇਸ ਕਰਕੇ ਅਗਲਾ ਚਲਾਨ ਕਿਹਦੇ ਵਿਰੁੱਧ ਪੇਸ਼ ਕਰਦੇ ਆ ਇਹ ਦੇਖਣਾ ਹੋਊਗਾ। ਪਰ 1 ਚਲਾਨ ਜਿਹੜਾ ਪੇਸ਼ ਕਰਨ ਵਾਲਾ ਰਹਿੰਦਾ ਜਾਂ ਫਰੀਦਕੋਟ ਅਦਾਲਤ ਦੇ ਵਿੱਚ, ਬਾਕੀ ਚਲਾਨ ਜਿਹੜੇ ਉਹ ਪੇਸ਼ ਕਰ ਦਿੱਤੇ ਗਏ ਨੇ। ਜਾਂਚ ਟੀਮ ਨੇ ਬੇਸ਼ੱਕ ਤਸੱਲੀ ਪ੍ਰਗਟਾਈ ਹੈ ਕਿ ਅਸੀਂ ਹਰ ਉਸ ਵਿਅਕਤੀ ਦੇ ਨਾਲ ਵੀ ਗੱਲ ਕੀਤੀ ਹੈ ਜਿਹੜਾ ਇਸ ਘਟਨਾ ਦੇ ਨਾਲ ਸੰਬੰਧਿਤ ਹੈ, ਹਰ ਫੈਕਟ ਜਿਹੜਾ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ ਤੇ 2 ਸਾਲ ਦੇ ਵਿੱਚ ਅਸੀਂ ਆਪਣੀ ਜਾਂਚ ਮੁਕੰਮਲ ਕਰਕੇ 8 ਚਲਾਨ ਜਿਹੜੇ ਅਦਾਲਤ ਦੇ ਵਿੱਚ ਪੇਸ਼ ਕਰ ਦਿੱਤੇ ਨੇ। ਤੇ ਜਿਹੜੇ ਆਰੋਪੀ ਬਣਾਏ ਗਏ ਨੇ ਸਿੱਟ ਟੀਮ ਵੱਲੋਂ, ਉਹ ਸਾਰੇ ਦੇ ਸਾਰੇ ਜਿਹੜੇ ਉਹ ਜ਼ਮਾਨਤ ਤੇ ਬਾਹਰ ਨੇ। ਤੇ ਜਿਹੜੇ ਡੇਰੇ ਦੀ ਸੌਦੇ ਸਾਹਿਬ ਦੀ ਹਾਈ ਪ੍ਰੋਫਾਈਲ ਕਮੇਟੀ ਦੇ 3 ਬੰਦੇ ਨੇ ਉਹ ਫਰਾਰ ਨੇ, ਉਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਹਾਲੇ ਤੱਕ ਨਹੀਂ ਹੋਈ। ਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਜਾਂਚ ਦੌਰਾਨ ਉਹਨਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਹਨਾਂ ਨੇ ਜਿਹੜੀ ਜਾਂਚ ਹੈ ਉਹ ਨਿਰਪੱਖਤਾ ਦੇ ਨਾਲ ਕੀਤੀ ਹੈ ਉਹਨਾਂ ਦੀ ਟੀਮ ਨੇ। ਤਾਂ ਹੁਣ ਫਿਰ 8 ਚਲਾਨ ਪੇਸ਼ ਹੋ ਗਏ ਨੇ, 1 ਚਲਾਨ ਰਹਿੰਦਾ ਹੈ। ਸੁਖਬੀਰ ਸਿੰਘ ਬਾਦਲ ਦਾ ਨਾਮ ਉਹਨਾਂ ਨੇ ਜਿਹੜਾ ਪ੍ਰੈਸ ਕਾਨਫਰੰਸ ਦੇ ਵਿੱਚ ਲਿਆ ਗਾ ਕਿ ਸੌਦਾ ਸਾਹਿਬ ਦੀ ਮਾਫੀ ਤੋਂ ਬਾਅਦ ਹਾਲਾਤਾਂ ਨਾਲ ਨਜਿੱਠਣ ਦੇ ਲਈ ਗੋਲੀ ਕਾਂਡ ਕੀਤਾ ਗਿਆ ਹੈ, ਜਾਂਚ ਸੱਚ ਟੀਮ ਦਾ ਕਹਿਣਾ ਗਾ। ਹੁਣ ਦੇਖਦੇ ਹਾਂ ਕਿ ਅਦਾਲਤ ਜਿਹੜੀ ਇਹਨਾਂ ਫੈਕਟਾਂ ਤੇ ਤਸੱਲੀ ਪ੍ਰਗਟਾਉਂਦੀ ਹੈ ਕਿ ਨਹੀਂ ਤੇ ਕੀ ਫੈਸਲਾ ਜਿਹੜਾ ਇਸ ਮਾਮਲੇ ਦੇ ਵਿੱਚ ਲੈਂਦੀ ਹੈ। ਪਰ ਹੁਣ ਜੇ ਜਾਂਚ ਮੁਕੰਮਲ ਹੋ ਗਈ ਹੈ, ਫੈਕਟ ਜਿਹੜੇ ਹੈਗੇ ਆ ਤਲਾਸ਼ਣ ਦਾ ਦਾਅਵਾ ਕੀਤਾ ਗਿਆ, ਤਾਂ ਸ਼ਾਇਦ ਗੋਲੀकांड ਮਾਮਲੇ ਦੇ ਵਿੱਚ ਇਨਸਾਫ ਜਿਹੜਾ ਉਹ ਮਿਲ ਸਕਦਾ ਹੈਗਾ। ਮਹਿਜ ਇੱਕ ਸਿਆਸੀ ਮੁੱਦਾ ਬਣ ਕੇ ਜਿਹੜਾ ਉਹ ਨਹੀਂ ਰਹੂਗਾ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਨਾਲ ਸੰਬੰਧਿਤ ਮਸਲਾ ਹੈਗਾ। ਉਹਦੇ ਬਾਅਦ ਜੇ ਸਿੱਖ ਸੰਗਤਾਂ ਸ਼ਾਂਤਮਈ ਤਰੀਕੇ ਦੇ ਨਾਲ ਇਨਸਾਫ ਲੈਣ ਦੇ ਲਈ ਬੈਠੀਆਂ ਤੇ ਉਹਨਾਂ ਤੇ ਗੋਲੀकांड ਪੁਲਿਸ ਵੱਲੋਂ ਕੀਤਾ ਜਾਵੇ ਤੇ ਬਾਅਦ ਦੇ ਵਿੱਚ ਪੁਲਿਸ ਜਿਹੜੀ ਉਹ ਅਣਪਛਾਤੀ ਹੋ ਜਾਏ, ਤਾਂ ਇਹ ਮੰਦਭਾਗਾ ਤਾਂ ਸੀ। ਤੇ ਇਸ ਕਰਕੇ ਜਾਂਚ ਕਮੇਟੀ ਨੇ ਇਹਨੂੰ ਸਾਜ਼ਿਸ਼ ਦਾ ਨਾਮ ਦਿੱਤਾ ਹੈਗਾ। ਹੁਣ ਦੇਖਦੇ ਹਾਂ ਕਿ ਅਦਾਲਤ ਇਸ ਮਾਮਲੇ 'ਚ ਅੱਗੇ ਸੁਣਵਾਈ ਦੌਰਾਨ ਕੀ ਫੈਸਲਾ ਕਰਦੀ ਹੈ। ਬਿਲਕੁਲ ਜੀ, ਕੇਂਦਰ ਸਰਕਾਰ ਵੱਲੋਂ ਅਧਿਕਾਰਾਂ ਲਈ ਮੁੜ ਧਰਨਾ ਦੇਣਗੇ ਅਰਵਿੰਦ ਕੇਜਰੀਵਾਲ। ਦੇਖੋ ਜੀ, ਅਰਵਿੰਦ ਕੇਜਰੀਵਾਲ ਜੇ ਆਪਾਂ ਜਦੋਂ ਦਿੱਲੀ ਸਰਕਾਰ ਦੀ ਗੱਲ ਕਰਦੇ ਹਾਂ ਤਾਂ ਦਿੱਲੀ ਜਿਹੜਾ ਪੂਰਨ ਸਟੇਟ ਨਹੀਂ ਹੈ, ਉਹ ਜਿਹੜਾ ਯੂਟੀ ਹੈ ਇੱਕ ਤਰ੍ਹਾਂ ਦਾ ਸਬ ਸਟੇਟ ਆ ਗਈ, ਉਹ ਪੂਰਨ ਸਟੇਟ ਨਹੀਂ ਹੈ। ਇਸ ਕਰਕੇ ਉੱਥੋਂ ਦੇ ਜਿਹੜੇ ਉਪ ਰਾਜਪਾਲ ਨੇ ਉਹਨਾਂ ਦੇ ਅਧਿਕਾਰਾਂ ਨੂੰ ਲੈ ਕੇ ਜਿਹੜੀ ਇਹ ਲੜਾਈ ਉਹ ਲਗਾਤਾਰ ਅਰਵਿੰਦ ਕੇਜਰੀਵਾਲ ਤੇ ਉਪ ਰਾਜਪਾਲ ਦੇ ਵਿੱਚ ਚੱਲਦੀ ਰਹਿੰਦੀ ਹੈ। ਤਾਂ ਇਹ ਕੇਸ ਜਿਹੜਾ ਸੁਪਰੀਮ ਕੋਰਟ ਵੀ ਗਿਆ ਸੀਗਾ, ਤਾਂ ਸੁਪਰੀਮ ਕੋਰਟ ਨੇ ਸਾਫ਼ ਤੌਰ ਤੇ ਇਹੀ ਕਿਹਾ ਸੀ ਕਿ ਹਰ ਫਾਈਲ ਜਿਹੜੀ ਹੈ ਉਹ ਉਪ ਰਾਜਪਾਲ ਕੋਲੇ ਭੇਜਣ ਦੀ ਜ਼ਰੂਰਤ ਨਹੀਂ, ਲੋਕਾਂ ਦੀ ਚੁਣੀ ਹੋਈ ਸਰਕਾਰ ਹੈ ਕਿ ਇਸ ਕਰਕੇ ਚੀਫ ਮਿਨਿਸਟਰ ਸਰਕਾਰ ਹੈ, ਨਾ ਕਿ ਉਪ ਰਾਜਪਾਲ ਸਰਕਾਰ ਹੈਗਾ। ਤੇ ਇਸ ਕਰਕੇ ਉਹਦੇ ਬਾਅਦ ਅਰਵਿੰਦ ਕੇਜਰੀਵਾਲ ਦਾ ਧਰਨਾ ਜਾਂ ਸ਼ਬਦੀ ਜੰਗ ਜਿਹੜੀ ਉਹ ਦਿਖਾਈ ਨਹੀਂ ਦਿੱਤੀ ਸੀ, ਕਿਉਂਕਿ ਸੁਪਰੀਮ ਕੋਰਟ ਵੱਲੋਂ ਜਿਹੜਾ ਅਧਿਕਾਰ ਸੀ ਉਹ ਦਿੱਲੀ ਸਰਕਾਰ ਨੂੰ ਦੇ ਦਿੱਤਾ ਗਿਆ ਸੀ। ਤਾਂ ਇਹਦੇ ਬਾਅਦ ਜਿਹੜਾ ਹੁਣ ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਰਾਜਧਾਨੀ ਖੇਤਰ ਸੋਧ ਬਿੱਲ ਲਿਆਂਦਾ ਗਿਆ 2021, ਜਿਹਦੇ ਤੇ ਸੰਸਦ ਦੇ ਵਿੱਚ ਵੀ ਬਿਆਨਬਾਜ਼ੀ ਦੇਖਣ ਨੂੰ ਮਿਲੀ ਹੈ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਵੱਲੋਂ ਸੰਸਦ ਦੇ ਬਾਹਰ ਜਿਹੜਾ ਧਰਨਾ ਵੀ ਦਿੱਤਾ ਗਿਆ ਕਿ ਕੇਂਦਰ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਦੇ ਫੈਸਲੇ ਦਾ ਸਨਮਾਨ ਨਹੀਂ ਕਰ ਰਹੀ ਤੇ ਹੁਣ ਮੁੜ ਤੋਂ ਉਪ ਰਾਜਪਾਲ ਨੂੰ ਅਧਿਕਾਰ ਜਿਹੜੇ ਉਹ ਦੇਣ ਜਾ ਰਹੀ ਹੈ ਕਿ ਸਾਰੀਆਂ ਫਾਈਲਾਂ ਜਿਹੜੀਆਂ ਉਪ ਰਾਜਪਾਲ ਦੇ ਅਪਰੂਵਲ ਦੇ ਨਾਲ ਹੀ ਜਿਹੜੀਆਂ ਉਹ ਪਾਸ ਹੋਣਗੀਆਂ, ਫੇਰ ਹੀ ਦਿੱਲੀ ਸਰਕਾਰ ਜਿਹੜੀ ਉਹ ਇੰਪਲੀਮੈਂਟ ਕਰ ਸਕਦੀ ਹੈ। ਤੇ ਇਸ ਕਰਕੇ ਅਰਵਿੰਦ ਕੇਜਰੀਵਾਲ ਦੀ ਸਰਕਾਰ ਦੀ ਜਿਹੋ ਜਿਹੀ ਛਵੀ ਹੈ ਦਿੱਲੀ ਦੇ ਵਿੱਚ, ਜਿਸ ਤਰ੍ਹਾਂ ਦੇ ਉਹਨਾਂ ਦੇ ਕੰਮ ਨੇ, ਤੇ ਉਹਦਾ ਅਸਰ ਜਿਹੜਾ ਹੈ ਉਹ ਦੇਸ਼ ਵਿਆਪੀ ਪੱਧਰ ਤੇ ਦਿਖ ਰਿਹਾ। ਜਾਂ ਇਹ ਕਹ ਲਓ ਕਿ ਹਲਕੀ ਚਰਚਾ ਛਿੜਨ ਲੱਗੀ ਹੈ ਕਿ ਕਾਂਗਰਸ ਦਾ ਬਦਲ ਆਮ ਆਦਮੀ ਪਾਰਟੀ ਦੇ ਰੂਪ 'ਚ ਹੋ ਸਕਦਾ ਹੈਗਾ। ਇਹ ਚਰਚਾ ਕੁਝ ਮਾਹਿਰਾਂ ਦੇ ਵਿੱਚ ਛਿੜਨ ਲੱਗੀ ਹੈ ਤੇ ਦਿੱਲੀ ਦੇ ਵਿੱਚ ਲਗਾਤਾਰ ਉਹ ਜਿਹੜੀ ਹੈ 2/3 ਮੈਜੋਰਟੀ ਤੋਂ ਉੱਪਰ ਜਾ ਕੇ ਕਲੀਨ ਸਵੀਪ ਦੇ ਤੌਰ ਤੇ ਜਿਹੜੀ ਸਰਕਾਰ ਆ ਉਹਨਾਂ ਨੇ ਬਣਾਈ ਹੈ। ਤੇ ਇਸ ਕਰਕੇ ਅਰਵਿੰਦ ਕੇਜਰੀਵਾਲ ਦੀਆਂ ਸ਼ਕਤੀਆਂ ਘੱਟ ਕਰਨ ਦੇ ਲਈ ਦੁਬਾਰਾ ਤੋਂ ਉਪ ਰਾਜਪਾਲ ਨੂੰ ਨਵੇਂ ਕਾਨੂੰਨ ਰਾਹੀਂ ਕੇਂਦਰ ਸਰਕਾਰ ਅਧਿਕਾਰ ਦੇਣ ਜਾ ਰਹੀ ਹੈ, ਜਿਹਦੇ ਵਿਰੁੱਧ ਜਿਹੜਾ ਹੈ ਜੰਤਰ ਮੰਤਰ ਤੇ ਭਲਕੇ ਜਿਹੜਾ ਆਮ ਆਦਮੀ ਪਾਰਟੀ ਦੇ ਵਿਧਾਇਕ, ਮੰਤਰੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਧਰਨਾ ਜਿਹੜਾ ਉਹ ਦਿੱਤਾ ਜਾਣਾ। ਕਿਉਂਕਿ ਹੁਣ ਜਿਹੜੀਆਂ ਮਿਊਨਿਸਪਲ ਕਾਰਪੋਰੇਸ਼ਨ ਹੈ, ਕਿਉਂਕਿ ਦਿੱਲੀ ਦੇ ਵਿੱਚ ਜਿਹੜੀ ਨਗਰ ਨਿਗਮ ਆ ਗਈ, 4 ਨਗਰ ਨਿਗਮਾਂ ਦੇ ਵਿੱਚ ਦਿੱਲੀ ਵੰਡੀ ਹੋਈ ਹੈ, ਉਹ ਵੀ ਬੇਹੱਦ ਅਹਿਮ ਹੈ, ਉਹ ਵੀ ਇੱਕ ਸਰਕਾਰ ਦੀ ਤਰ੍ਹਾਂ ਕੰਮ ਕਰਦੀ ਹੈ। ਤਾਂ ਉਹ ਜ਼ਿਮਨੀ ਚੋਣਾਂ ਦੇ ਵਿੱਚ 4 MC ਜਿਹੜੇ ਆ 5 ਸੀਟਾਂ ਦੇ ਵਿੱਚੋਂ 4 MC ਜਿਹੜੇ ਉਹ ਆਮ ਆਦਮੀ ਪਾਰਟੀ ਦੇ ਜਿੱਤੇ ਨੇ ਤੇ ਭਾਜਪਾ ਦਾ ਜਿਹੜਾ ਸਫਾਇਆ ਹੋਇਆਗਾ। ਇਸ ਕਰਕੇ ਲੱਗਦਾ ਹੈ ਕਿ ਦੁਬਾਰਾ ਤੋਂ ਪਰਖ ਉਤਰਨ ਦੀ ਤਿਆਰੀ ਜਿਹੜੀ ਹੈ ਕੇਜਰੀਵਾਲ ਸਰਕਾਰ ਦੀ ਕੀਤੀ ਜਾ ਰਹੀ ਹੈ, ਜਿਹਦੇ ਵਿਰੁੱਧ ਉਹ ਭਲਕੇ ਜਿਹੜਾ ਜੰਤਰ ਮੰਤਰ ਤੇ ਧਰਨਾ ਦੇਣਗੇ। ਧੰਨਵਾਦ ਅਰਸ਼ਦੀਪ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਮਾਂ ਇੱਕ ਕਮਰਸ਼ੀਅਲ ਬ੍ਰੇਕ ਦਾ, ਉਸ ਤੋਂ ਬਾਅਦ ਆਪਾਂ ਲੋਕਲ ਖਬਰਾਂ ਲੈ ਕੇ ਤੁਹਾਡੇ ਨਾਲ ਜੁੜਦੇ ਹਾਂ। ਧੰਨਵਾਦ ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਜੀ, ਸਤਿ ਸ਼੍ਰੀ ਅਕਾਲ ਜੀ।
ਇਸ ਦੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਜੀ, ਜਿਹੜੀ ਕੱਲ ਕਿਰਨਦੀਪ ਹੋਣਾ ਦਾ ਆਪਾਂ ਗੱਲਬਾਤ ਕੀਤੀ ਸੀਗੀ, ਉਹਨਾਂ ਦੇ ਵਾਸਤੇ ਪੈਸੇ ਇਕੱਠੇ ਕੀਤੇ ਸੀ ਜੀ, ਤੇ ਉਹਨਾਂ ਦਾ ਜਿਹੜਾ ਨੰਬਰ ਆ ਜੀ, ਅਕਾਊਂਟ ਨੰਬਰ ਤੇ ਉਹਨਾਂ ਦਾ ਜਿਹੜਾ ਈਮੇਲ ਆ ਟੀਵੀ ਸਕਰੀਨ ਤੇ PTN 24 ਤੇ ਜਾਂ ਤੁਸੀਂ ਫੇਸਬੁੱਕ ਤੇ ਦੇਖ ਸਕਦੇ ਹੋ, ਉਹ ਦਿੱਤਾ ਹੋਇਆ। ਤੁਸੀਂ ਜਿਹਨੇ ਵੀਰਾਂ ਨੇ ਜਿਹੜੇ ਪੈਸੇ ਜਮ੍ਹਾਂ ਕਰਾ ਦਿੱਤੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਕੱਲ ਬੜੇ ਵੀਰਾਂ ਨੇ ਜਿਹੜੇ ਟ੍ਰਾਂਸਫਰ ਕਰ ਦਿੱਤੇ ਆ। ਆਪਾਂ ਇਸ ਵਿਸ਼ੇ ਤੇ ਵੀ ਗੱਲਬਾਤ ਕਰਾਂਗੇ ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, First mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with Mortgage Alliance, broker license number 10530। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਆਹਾਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਹੈ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ no more tension, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 409 1300। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਸੀ ਹੈ। ਅਗਰ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਐਕਸਟੈਂਸ਼ਨ ਜਾਂ ਵਿਦ ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾਹ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ, ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ, ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ,
PF Good Rich, Bridgestone, Firestone, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ 25 ਕਲਾਰਕ ਬੁਲੇਵਾਰਡ ਬਰੈਂਪਟਨ। Call 905-452-0111 905 452 0111। क्यों भाई सुखी क्यों हो इन्ने दुखी? डॉक्टर की आखा मेरे पति दा परफॉर्मेंस हुन टोटली दुखी, ਉਹ ਵੀ ਪਰੇਸ਼ਾਨ ਤੇ ਮੈਂ ਵੀ। पर इस विच की शर्माना? बहुत सारे मर्दां दी ये है रेगुलर डुक डुक मतलब प्रॉब्लम, पर हुण गुड न्यूज़, मर्दां दी कमजोरी दे लई हुण डॉक्टर दी जरूरत नहीं। अच्छा ਉਹ ਕਿਵੇਂ? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नु दूर करदा है ते वो भी जस्ट 4 दिनां विच। फुल परफॉर्मेंस और सच? थैंक यू डॉक्टर बॉब। डुक डुक दौड़ाओ, एनर्जेक्स खाओ। Call SBM 1-888-732-9935 1-888-732-9935। ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ ਛੋਟਾ ਜਾਂ ਵੱਡਾ ਨਵਾਂ ਕਾਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। Call ਕੁਲਵਿੰਦਰ ਪੱਤੜ 4168410478 416-841-0478। ਉਹ ਮੈਨੂੰ ਰੱਖ ਲੈ ਕੱਲੀ ਨਰਿਆਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ USA ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514-625-0025 ਜਾਂ ਫਿਰ 514887-0025 514-887-0025। ਇਮੀਗ੍ਰੇਸ਼ਨ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ ਤੇ ਆਪਾਂ ਤੁਹਾਡੇ ਨਾਲ ਲੋਕਲ ਖਬਰਾਂ ਲੈ ਕੇ ਜੁੜ ਚੁੱਕੇ। ਲੋਕਲ ਖਬਰਾਂ ਤੁਹਾਡੇ ਤੱਕ ਪਹੁੰਚਾਉਣ ਲਈ ਸਾਡਾ ਸਾਥ ਦੇ ਰਹੇ ਆ ਜੀ G&G ਟਰਕਿੰਗ ਸੋਲੂਸ਼ਨ ਵਾਲੇ। ਤੁਸੀਂ CVOR IFTA US ਇੰਸ਼ੋਰੈਂਸ ਤੁਹਾਡੀ ਬਹੁਤ ਜ਼ਿਆਦਾ ਵੱਧ ਜਾਂਦੀ ਆ, ਕੰਪਨੀ ਦੇ ਪੁਆਇੰਟ ਉੱਡ ਜਾਂਦੇ ਜਾਂ ਟਰਾਂਸਪੋਰਟ ਕੰਪਨੀ ਜਿਹੜੀ ਰਨ ਕਿੱਦਾਂ ਕਰਨੀ ਆ। ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਜੀ, ਅਥਾਰਟੀਆਂ ਨਹੀਂ ਮਿਲਦੀਆਂ, ਅਸੀਂ ਮਹੀਨਾ ਭਟਕਦੇ ਰਹਿੰਦੇ ਆ। ਤੁਸੀਂ ਲਾਇਸੈਂਸ ਪਲੇਟਾਂ ਲੈਣੀਆਂ ਜੀ ਤੇ ਜਾਂ ਡਰੱਗ ਟੈਸਟ ਕਰਾਉਣਾ, ਇੱਕੋ ਛੱਤ ਦੇ ਹੇਠਾਂ ਜੀ ਤਨਵੀਰ ਢੱਡਾ ਉਹਨਾਂ ਨੂੰ ਕਾਲ ਕਰ ਲਓ 905-461-2525 ਤੇ ਜੌਬ ਦੀ ਭਾਲ ਵਿੱਚੋਂ ਤਾਂ ਜੌਬ ਇਨ GTA ਹਜ਼ਾਰਾਂ ਦੇ ਹਿਸਾਬ ਦੇ ਨਾਲ ਜੌਬਾਂ ਆ। ਤੁਸੀਂ ਨਵੇਂ ਆਏ ਹੋ, ਤੁਹਾਡੇ ਕੋਲ ਜੌਬ ਹੈ ਨਹੀਂ ਜਾਂ ਕੋਈ ਰਿਸ਼ਤੇਦਾਰ ਨਹੀਂ ਜਾਣਦਾ ਤੇ 416-213-0092 905-614-0300 ਤੇ ਕਾਲ ਕੀਤੀ ਜਾ ਸਕਦੀ ਹੈ। ਤਾਜ਼ਾ ਸਵਾਦਲਾ ਖਾਣਾ ਖਾਣਾ ਜੀ ਬਾਬਾ ਢਾਬਾ 2 ਲੋਕੇਸ਼ਨਾਂ ਤੋਂ ਸਰਵ ਕਰਦੇ ਮਹਾਵੀਰ ਬਾਠ ਉਹਨਾਂ ਨੂੰ ਕਾਲ ਕਰ ਲਓ 905-499-4314 ਤੇ ਇਸ ਦੇ ਨਾਲ ਜੇ ਤੁਸੀਂ ਮੌਂਟਰੀਅਲ ਦੇ ਵਿੱਚ ਤੁਸੀਂ IPTV ਬਾਕਸ ਲਵਾਉਣਾ ਜੀ, ਤੁਸੀਂ ਟੀਵੀ ਦੇਖਣਾ ਚਾਹੁੰਦੇ ਹੋ ਤੇ 514-566-0055 514-566-0055 ਤੇ ਕਾਲ ਕਰਕੇ ਇਹ ਸੁਵਿਧਾ ਜਿਹੜੀ ਲੈ ਸਕਦੇ ਹੋ। ਤੁਹਾਡੀ ਕਾਰ ਦਾ ਐਕਸੀਡੈਂਟ ਹੋ ਗਿਆ ਜੀ ਜਾਂ ਤੁਸੀਂ ਬੰਪਰ ਪੇਂਟ ਕਰਾਉਣਾ ਚਾਹੁੰਦੇ ਹੋ, ਹੁਣ ਸਮਰ ਆ ਗਈ ਹੈ ਜੀ ਤੇ ਰਿਮ ਪੇਂਟ ਕਰਾਉਣੇ ਆ, ਤੁਸੀਂ ਪੀਲ ਆਟੋ ਕਲੀਜ਼ਨ 14 ਹਿਲ ਰੋਡ ਬਰੈਂਪਟਨ ਦੇ ਵਿੱਚ ਆ। ਦਰਬਾਰਾ ਸਿੰਘ ਉਹਨਾਂ ਨੂੰ ਫੋਨ ਕਰ ਲਓ 905-459-1300 ਤੇ ਤੁਸੀਂ ਸ਼ੌਂਕ ਦੇ ਨਾਲ ਕੁਝ ਕਰਾਉਣੇ ਹੋ ਤੇ PTN 24 ਦਾ ਹਵਾਲਾ ਦਿਓਗੇ, ਤੁਹਾਨੂੰ ਡਿਸਕਾਊਂਟ ਵੀ ਦਿੱਤਾ ਜਾਊਗਾ। ਚੱਲਦੇ ਜੀ ਆਪਾਂ ਲੋਕਲ ਖਬਰਾਂ ਤੇ। ਜਿਹੜੇ ਕੇਸ ਆਏ ਜੀ 1268 ਤੇ ਟੈਸਟ ਜਿਹੜੀ ਡੈਥ ਹੋਈਆਂ 9 ਤੇ ਟੈਸਟ ਹੋਇਆ 34000। ਟੋਰਾਂਟੋ ਦੇ ਵਿੱਚ 366, ਪੀਲ 220, ਯਾਰਕ ਰੀਜਨ 147। ਜਿਹੜਾ ਪੋਜ਼ਿਟਿਵਿਟੀ ਰੇਟ ਆ ਜੀ ਉਹ ਵੱਧ ਕੇ 3.8 ਤੇ ਪਹੁੰਚ ਗਿਆ। ਇਹ ਰੇਟ 23 ਫਰਵਰੀ ਨੂੰ ਆਇਆ ਸੀਗਾ ਤਾਂ 23 ਫਰਵਰੀ ਤੋਂ ਬਾਅਦ ਹੁਣ ਫੇਰ ਦੁਬਾਰਾ ਆਇਆ ਜੀ। ਧਿਆਨ ਦੇਣ ਦੀ ਜ਼ਰੂਰਤ ਆ ਬਹੁਤ ਜ਼ਿਆਦੀ। ਕੈਨੇਡਾ US ਬਾਰਡਰ ਦੀ ਰੀਓਪਨਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜਿੰਨੇ ਕੇਸ ਵੱਧ ਰਹੇ ਹਨ ਹਾਲੇ ਬਾਰਡਰ ਖੋਲ੍ਹਣਾ ਠੀਕ ਨਹੀਂ ਹੈ। ਕੇਸ ਘਟਣ ਤੇ ਦੋਵੇਂ ਕੰਟਰੀ ਜਿਹੜੇ ਉਹ ਸਲਾਹ ਮਸ਼ਵਰੇ ਤੋਂ ਬਾਅਦ ਇਹਨੂੰ ਜ਼ਰੂਰ ਖੋਲ੍ਹ ਦਾਂਗੇ। ਕੈਨੇਡੀਅਨ ਰੀਅਲ ਸਟੇਟ ਜਿਹੜੀ ਆ ਐਸੋਸੀਏਸ਼ਨ ਪ੍ਰੋਡਕਟ ਕਰ ਰਹੀ ਹੈ ਕਿ ਇਸ ਸਾਲ ਸੇਲ ਰਿਕਾਰਡ ਹਾਈ ਹੋਵੇਗੀ, 2022 ਦੇ ਵਿੱਚ ਜਾ ਕੇ ਕੂਲ ਡਾਊਨ ਹੋਵੇਗੀ। ਐਸੋਸੀਏਸ਼ਨ ਇਹ ਵੀ ਪ੍ਰੋਡਕਟ ਕਰ ਰਹੇ ਹਨ ਕਿ 2020 ਦੇ ਵਿੱਚ MLS ਤੇ ਲਿਸਟਿੰਗ ਜਿਹੜੀ 5,51,262 ਆਈਆਂ ਸਨ
ਤੇ ਹੁਣ ਸੋਚ ਰਹੇ ਹਨ ਕਿ 2021 ਦੇ ਵਿੱਚ ਜਿਹੜੀਆਂ 7,02,000 ਜਿਹੜੀਆਂ MLS ਲਿਸਟਾਂ ਆਉਣਗੀਆਂ ਤੇ 2022 ਦੇ ਵਿੱਚ ਇਹ ਘਟ ਕੇ 6,14,000 ਰਹਿ ਜਾਣਗੀਆਂ। CREA ਜਿਹੜੀ ਬਲੀਵ ਕਰਦੇ ਆ ਕਿ ਐਨੂਅਲ ਪ੍ਰਾਈਸ ਨੈਸ਼ਨਲ ਐਵਰੇਜ ਹੋਮ ਪ੍ਰਾਈਸ ਵੱਧ ਕੇ 16.5 ਹੋ ਜਾਵੇਗੀ। ਜੇ 2021 ਚ ਪ੍ਰਾਈਸ 6,65,000 ਹੈ ਤਾਂ 2022 ਦੇ ਵਿੱਚ 6,79,345 ਹੋ ਜਾਵੇਗੀ। CMHC ਨੇ ਕਿਹਾ ਕਿ ਫਰਵਰੀ ਵਿੱਚ ਜਿਹੜੇ ਨਵੇਂ ਘਰ ਬਣਦੇ ਹਨ ਉਹ ਜਨਵਰੀ ਦੇ ਕੰਪੇਅਰ ਕਾਫੀ ਘੱਟ ਹਨ। ਹੁਣ ਜਿਹੜੇ ਜਨਵਰੀ ਚ ਬਹੁਤ ਜ਼ਿਆਦਾ ਸੀ ਪਰ ਫਰਵਰੀ ਦੇ ਵਿੱਚ ਜਿਹੜੀ ਪ੍ਰਾਈਸ ਬਹੁਤ ਜ਼ਿਆਦਾ ਵਧਣ ਨਾਲ ਇਹ ਘਟ ਗਏ। ਹਾਊਸਿੰਗ ਏਜੰਸੀ ਨੇ ਕਿਹਾ ਕਿ ਜਿਹੜੇ ਜਨਵਰੀ ਚ 2,84,372 ਘਰ ਜਿਹੜੇ ਸ਼ੁਰੂ ਹੋਏ ਸੀਗੇ ਤਾਂ ਫਰਵਰੀ ਚ ਘਟ ਕੇ 2,45,922 ਇਹ ਘਰ ਰਹਿ ਗਏ ਆ। ਅੰਟਾਰੀਓ ਗਵਰਨਮੈਂਟ ਨੇ ਜਿਹੜਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜੀ ਵੈਕਸੀਨ ਲਗਵਾਉਣ ਦਾ, ਜ਼ਿਆਦਾ ਫਾਰਮੇਸੀਆਂ ਜਿਹੜੀਆਂ ਰਨ ਆਊਟ ਹੋ ਗਈਆਂ, ਉੱਥੇ ਐਸਟਰਾਜੈਨਕਾ ਵੈਕਸੀਨ ਜਿਹੜੀ ਤੋਂ ਫਾਰਮੇਸੀਆਂ ਤੋਂ ਖਤਮ ਹੋ ਗਈ ਹੈ ਤਾਂ ਕਈਆਂ ਦੇ ਵਿੱਚ ਜਿਹੜੀ ਨੈਕਸਟ ਵੀਕ ਆ ਜਿਹੜੀ ਉਹ ਖਤਮ ਹੋ ਜਾਵੇਗੀ। ਪ੍ਰੋਵਿੰਸ ਦਾ ਹਸਪੀਟਲ ਐਸੋਸੀਏਸ਼ਨ ਨੇ ਕਿਹਾ ਕਿ ਅੰਟਾਰੀਓ ਦੀ ਕੋਵਿਡ ਦੀ 3rd ਵੇਵ ਜਿਹੜੀ ਸ਼ੁਰੂ ਹੋ ਗਈ ਆ। ਬੜੀ ਧਿਆਨ ਦੇਣ ਵਾਲੀ ਗੱਲ ਹੈ ਜੀ। ਕਹਿੰਦੇ ਸੀ ਕਿ 3rd ਵੇਵ ਆ ਜਾਣੀ ਆ ਪਰ ਨਹੀਂ ਧਿਆਨ ਦਿੱਤਾ ਤਾਂ ਕਹਿੰਦੇ 3rd ਵੇਵ ਜਿਹੜੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਅੰਟਾਰੀਓ ਦੇ ਚੀਫ ਮੈਡੀਕਲ ਅਫੀਸਰ ਡਾਕਟਰ ਵਿਲੀਅਮ ਨੇ ਵੀ ਕਿਹਾ ਕਿ ਅਸੀਂ 3rd ਵੇਵ ਦੇ ਵਿੱਚ ਐਂਟਰ ਹੋ ਗਏ ਆ। ਤੇ ਡਾਕਟਰ ਵਿਲੀਅਮ ਨੇ ਕਿਹਾ ਕਿ ਹੁਣ ਅੰਟਾਰੀਓ ਹੁਣ ਰੇਸ ਅਗੇਂਸਟ ਟਾਈਮ ਉਹਦਾ ਹੁਣ ਚੱਲ ਰਿਹਾ ਜੀ। ਟੋਰਾਂਟੋ ਦੇ ਸਕੂਲ ਸਿਲਵਨ ਪਬਲਿਕ ਸਕੂਲ ਦੇ ਟੀਚਰ ਨੇ ਫੀਮੇਲ ਸਟੂਡੈਂਟ ਨੂੰ ਸੈਕਸੁਅਲੀ ਹਰਾਸ ਕੀਤਾ। ਉਹਦੀ ਉਮਰ ਜਿਹੜੀ ਆ ਸਟੂਡੈਂਟ ਦੀ 16 ਸਾਲ ਆ ਤੇ ਪੁਲਿਸ ਨੇ 34 ਸਾਲਾ ਟੀਚਰ ਨੂੰ ਚਾਰਜ ਕਰਕੇ 2 ਤੇ ਚਾਰਜ ਲਗਾਏ ਆ। ਇਸ ਦੀ ਕੋਰਟ ਡੇਟ ਜਿਹੜੀ 8 ਅਪ੍ਰੈਲ ਆ ਜੀ। ਲੇਕ ਸਿਮਕੋ ਦੇ ਵਿੱਚ ਸਮਾਲ ਪਲੇਨ ਜਿਹੜਾ ਕ੍ਰੈਸ਼ ਹੋਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਆ। ਇਹ ਹਾਦਸਾ ਕੱਲ ਸ਼ਾਮੀ 4 ਵਜੇ ਈਸਟ ਆਫ ਰਿਲੀਆ ਦੇ ਵਿੱਚ ਹੋਇਆ ਜੀ। ਤੇ ਟੋਰਾਂਟੋ ਦੇ ਵਿੱਚ ਵੈਕਸੀਨ ਲਗਾਉਣ ਲਈ 3 ਕਲੀਨਿਕ ਜਿਹੜੇ ਖੋਲੇ ਸਨ ਪਰ ਹੁਣ 5 ਅਪ੍ਰੈਲ ਨੂੰ ਕਹਿੰਦੇ 3 ਹੋਰ ਖੁੱਲ ਰਹੇ ਹਨ, ਟੋਟਲ 6 ਹੋ ਜਾਣਗੇ। ਬਰੈਂਪਟਨ ਦੇ ਵਿੱਚ ਕੋਵਿਡ ਕਾਰਨ ਬੰਦ ਹੋਏ ਐਮਾਜ਼ੋਨ ਦੀ ਅੰਟਾਰੀਓ ਲੇਬਰ ਮਿਨਿਸਟਰੀ ਜਿਹੜੀ ਇਨਵੈਸਟੀਗੇਸ਼ਨ ਕਰ ਰਹੀ ਆ ਕਿਤੇ ਕੋਈ ਵਾਇਓਲੇਸ਼ਨ ਤਾਂ ਨਹੀਂ ਹੋਈ। ਜਿਹੜੇ ਕੇਸ ਇਹਨੇ ਜ਼ਿਆਦਾ ਵਧੇ ਵੀ ਉਹ ਪ੍ਰੀਕਾਸ਼ਨ ਰੱਖਦੇ ਵੀ ਆ, ਨਹੀਂ ਰੱਖਦੇ, ਕੀ ਕੁਛ ਉੱਥੇ ਹੋਇਆ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਜਿਹੜੀ ਰਿਲੀਜੀਅਸ ਸਰਵਿਸ ਤੇ ਵੈਡਿੰਗ ਵਿੱਚ ਕੰਪੈਸਿਟੀ ਅਨੁਸਾਰ 15% ਜਿਹੜਾ ਉਹ ਕਰ ਦਿੱਤੀ ਹੈ ਜੀ ਹੁਣ। ਤੇ ਜਿਹੜੇ ਬਾਹਰ ਆਊਟਸਾਈਡ ਗੈਦਰਿੰਗ ਆ ਉਹ 50 ਦੇ ਲਗਭਗ ਹੋ ਸਕਦੀ ਆ। ਧਾਰਮਿਕ ਲੀਡਰਾਂ ਨੇ ਸਰਕਾਰ ਦਾ ਧੰਨਵਾਦ ਕੀਤਾ, ਜਿਸ ਤਰ੍ਹਾਂ ਗੁਰਦੁਆਰਾ, ਮੰਦਿਰ, ਮਸਜਿਦ ਜਿਹੜੇ ਉਹ ਹੁਣ ਖੁੱਲ ਗਏ ਅੱਗੇ ਨਾਲੋਂ 15% ਗੈਦਰਿੰਗ ਹੋ ਸਕਦੀ ਆ ਉੱਥੇ। ਤੋਂ ਬਾਅਦ ਜਿਹੜਾ ਫਿਊਨਰਲ ਹੋਮ ਉੱਥੇ ਵੀ ਜਿਹੜੀ ਅੱਗੇ ਨਾਲੋਂ ਗੈਦਰਿੰਗ ਵੱਧ ਗਈ ਆ। ਤੇ ਜਸਟਨ ਟਰੂਡੋ ਨੇ ਐਸਟਰਾਜੈਨਕਾ ਤੇ ਬੋਲਦੇ ਆ ਕਿ ਕਈਆਂ ਦੇਸ਼ਾਂ ਨੇ ਤਾਂ ਇਸ ਤੇ ਰੋਕ ਲਾ ਦਿੱਤੀ ਆ ਵੀ। ਜਸਟਨ ਟਰੂਡੋ ਨੇ ਕਿਹਾ ਕਿ ਅਸੀਂ ਪੂਰੀ ਪੜਤਾਲ ਕੀਤੀ ਆ, ਐਸਟਰਾਜੈਨਕਾ ਬਲੱਡ ਕਲਾਉਡ ਨਹੀਂ ਬਣਾਉਂਦੀ, ਇਹ ਸੇਫ ਤੇ ਇਫੈਕਟਿਵ ਵੈਕਸੀਨ ਆ ਜੀ। ਪਰ ਕਈਆਂ ਕੰਟਰੀਆਂ ਨੇ ਇਹਦੇ ਤੇ ਕਾਫੀ ਜ਼ਿਆਦਾ ਆਬਜੈਕਸ਼ਨ ਲਾਏ, ਉਹਨਾਂ ਨੇ ਬੰਦ ਵੀ ਕਰ ਦਿੱਤੀ ਆ। ਐਡਮਿੰਟਨ ਦੇ ਹਾਈ ਸਕੂਲ ਦੇ ਵਿੱਚ ਇੱਕ 17 ਸਾਲਾ ਲੜਕੀ ਨੂੰ ਸਟੈਬ ਕੀਤਾ ਤੇ ਉਸ ਦੀ ਮੌਤ ਹੋ ਗਈ। ਪੁਲਿਸ ਨੇ ਇੱਕ 19 ਸਾਲਾ ਵਿਅਕਤੀ ਨੂੰ ਅਰੈਸਟ ਕਰ ਲਿਆ ਜੀ, ਉੱਤੇ ਚਾਰਜ ਲਾਏ ਆ। ਕਿਊਬਕ ਤੇ ਆਟਵਾ ਇਨਵੈਸਟ ਕਰਨ ਜਾ ਰਹੀ 100 ਮਿਲੀਅਨ ਇਲੈਕਟ੍ਰਿਕ ਵਹੀਕਲ ਬੈਟਰੀ ਪਲਾਂਟ ਉੱਥੇ ਲੱਗ ਰਿਹਾ ਜੀ। ਇਹ ਜਸਟਨ ਟਰੂਡੋ ਤੇ ਕਿਊਬਕ ਦੇ ਪ੍ਰੀਮੀਅਰ ਨੇ ਕੱਲ ਅਨਾਉਂਸਮੈਂਟ ਕੀਤੀ ਆ। ਜਸਟਨ ਟਰੂਡੋ ਕੱਲ ਸ਼ਾਮੀ ਟਵੀਟ ਕਰਕੇ ਉਹਨਾਂ ਨੇ ਕਿਹਾ ਕਿ ਜਦੋਂ ਕਿਸੇ ਦੀ ਵੀ ਟਰਨ ਆਉਂਦੀ ਹੈ ਵੈਕਸੀਨ ਲਵਾਉਣ ਦੀ ਤਾਂ ਵੈਕਸੀਨ ਜ਼ਰੂਰ ਲਵਾਇਆ ਜਾਵੇ ਕਿਉਂਕਿ ਆਪਾਂ ਕੋਵਿਡ ਤੋਂ ਬਚ ਸਕੀਏ। ਕੈਨੇਡਾ ਵੈਕਸੀਨ ਐਡਵਾਈਜ਼ਰੀ ਕਮੇਟੀ ਅੱਜ ਅਨਾਉਂਸ ਕਰੇਗੀ ਕਿ ਐਸਟਰਾਜੈਨਕਾ ਵੈਕਸੀਨ 65 ਸਾਲ ਤੋਂ ਉੱਪਰ ਵਾਲਾ ਵੀ ਲਗਵਾ ਸਕਦਾ ਹੈ। ਇਹ ਕਮੇਟੀ ਕਈ ਵਾਰ ਡਿਸੀਜਨ ਚੇਂਜ ਕਰਦੀਆਂ, ਕਦੇ 65 ਸਾਲਾਂ ਤੋਂ ਘੱਟ ਹੀ ਲਵਾ ਸਕਦਾ, ਹੁਣ ਕਦੇ 65 ਸਾਲ ਤੋਂ ਵੱਧ ਵੀ ਲਵਾ ਸਕਦਾ। ਦੁਨੀਆ ਦੇ ਵਿੱਚ ਜਿਹੜੀ ਇਸ ਐਸਟਰਾਜੈਨਕਾ ਦੇ ਉੱਪਰ ਰੋਕ ਲਾਈ ਜਾ ਰਹੀ ਹੈ, ਕਹਿੰਦੇ ਬਲੱਡ ਕਲਾਉਡ ਬਣਾਉਂਦੇ ਆ, ਪਰ ਸਾਡੇ ਕੈਨੇਡਾ ਦੇ ਵਿੱਚ ਕਹਿੰਦੇ ਜੀ 65 ਸਾਲ ਤੋਂ ਉੱਪਰ ਵਾਲਾ ਵੀ ਲਵਾ ਸਕਦਾ। ਦੇਖੋ ਆਉਣ ਵਾਲਾ ਸਮਾਂ ਕੀ ਕਹਿੰਦਾ ਜੀ। ਟੋਰਾਂਟੋ ਬੀਚਸ ਏਰੀਆ ਦੇ ਵਿੱਚ ਇੱਕ ਰੈਜ਼ੀਡੈਂਸ ਬਿਲਡਿੰਗ ਆ ਜੀ, ਉਹਨੂੰ ਅੱਗ ਲੱਗ ਗਈ ਤੇ 4 ਲੋਕਾਂ ਨੂੰ ਜਿਹੜਾ ਹਸਪੀਟਲ ਪਹੁੰਚਾਇਆ ਗਿਆ ਤੇ ਉਹਨਾਂ ਦੇ ਵਿੱਚੋਂ 2 ਦੀ ਜਿਹੜੀ ਹਾਲਤ ਆ ਬੜੀ ਕ੍ਰਿਟੀਕਲ ਆ, ਬੜੀ ਨਾਜ਼ੁਕ ਦੱਸੀ ਜਾਂਦੀ ਆ ਜੀ। ਤੇ ਬਰੈਂਪਟਨ ਦੀ ਬੱਸ ਸਰਵਿਸ ਐਮਾਜ਼ੋਨ ਨੂੰ ਜਿਹੜੀ ਜਾਂਦੀ ਸੀ ਜੀ ਤੇ ਉਹ ਸ਼ਟ ਡਾਊਨ ਕਰ ਦਿੱਤੀ ਸੀਗੀ, ਜਿਸ ਦੇ ਵਿੱਚ 10 ਡਰਾਈਵਰ ਜਿਹੜੇ ਪੋਜ਼ਿਟਿਵ ਪਾਏ ਗਏ ਸੀਗੇ। ਉਹ ਅੱਜ ਤੋਂ ਦੁਬਾਰਾ ਸ਼ੁਰੂ ਹੋ ਗਈ ਆ ਜੀ ਤੇ ਰੂਟ 1151 ਤੇ ਜੂਮ ਬੱਸ ਜਿਹੜੀ 511 ਵੀ ਅੱਜ ਤੋਂ ਸ਼ੁਰੂ ਹੋ ਗਈ ਆ। ਆਸ਼ਵਾ ਦੇ ਵਿੱਚ 47 ਸਾਲਾ ਐਡਮ ਸਟਰੋਂਗ ਨੂੰ 18 ਸਾਲਾ ਇੱਕ ਪ੍ਰੈਗਨੈਂਟ ਲੇਡੀ ਤੇ 19 ਸਾਲਾ ਲੜਕੀ ਨੂੰ ਜਿਹੜਾ ਮਾਰ ਦਿੱਤਾ ਸੀਗਾ ਫਸਟ ਡਿਗਰੀ ਮਰਡਰ ਦੇ ਤੇ 2 ਚਾਰਜ ਲੱਗੇ ਸੀਗੇ ਤੇ ਅਦਾਲਤ ਨੇ ਅੱਜ ਇਸ ਵਿਅਕਤੀ ਨੂੰ ਸਜ਼ਾ ਸੁਣਾਉਣੀ ਹੈ ਜੀ। ਆਸ ਕਰਦੇ ਸਖਤ ਸਜ਼ਾ ਦਿੱਤੀ ਜਾਊਗੀ
ਤੇ ਜਿਹੜਾ ਇਦਾਂ ਦੀ ਘਟਨਾ ਨਾ ਵਾਪਰੇ। ਇਹ ਸੀਗੀਆਂ ਲੋਕਲ ਖਬਰਾਂ ਜੀ, ਤੇ ਉਸ ਤੋਂ ਬਾਅਦ ਆਪਾਂ ਇੱਕ ਨਿੱਕੀ ਜੀ ਜਿਹੜੀ ਇਹਨਾਂ ਖਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ 'ਚ ਸਾਡਾ ਸਹਿਯੋਗ ਦੇ ਰਿਹਾ ਉਹ ਕਮਰਸ਼ੀਅਲ ਲੈ ਕੇ, ਤੇ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਜੀ। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। Call Navjot Gill 647-864-3719 647 864 3719। Address 350 Rutherford Road, South Brampton, Unit 223। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 905 799 8877। ਸੋਫਾ ਸਟੂਡੀਓ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ। ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਉਹ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੈਲ ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ GTA ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ GTA ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਨਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਹੁੱਡਸ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ RBC ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 647-285-9119 ਜਾਨੀ 647 285 9119। ਪਰਮਿੰਦਰ ਮੰਗਟ with Mortgage Alliance, broker license number 10530। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਆਹਾਹਾ, ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। ਬੈਸਟ ਕੈਨੇਡੀਅਨ ਰਾਈਡ ਸਰਵਿਸ ਟੋਰਾਂਟੋ ਤੋਂ ਮੌਂਟਰੀਅਲ ਤੇ ਮੌਂਟਰੀਅਲ ਤੋਂ ਟੋਰਾਂਟੋ, ਜਿੱਥੇ ਵੀ ਘੁੰਮਣ ਦਾ ਮਨ ਹੋਵੇ ਬਸ ਇੱਕ ਕਾਲ ਤੇ ਹਾਜ਼ਰ ਤੇ ਸੋਨੇ ਤੇ ਸੁਹਾਗਾ ਪਾਰਸਲਸ ਵੀ ਡਿਲੀਵਰ ਕਰਦੇ ਨੇ ਹਰ ਰੋਜ਼ ਮਾਰਨਿੰਗ, ਆਫਟਰਨੂਨ ਐਂਡ ਈਵਨਿੰਗ, ਸਵੇਰੇ ਦੁਪਹਿਰ ਸ਼ਾਮ 24 ਘੰਟੇ ਸਰਵਿਸ। ਕਾਲ 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਹੈ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 Rutherford Road, South Brampton. Service 2 location. Call Mahavir Bhat 9054994314 905 499 4314। क्या ਇੱਕ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ, ਤੇ ਆਪਾਂ ਗੱਲਬਾਤ ਕਰਾਂਗੇ ਜੀ, ਤੇ ਕਾਲਾਂ ਵੀ ਜ਼ਰੂਰ ਲਵਾਂਗੇ। ਕੱਲ ਜਿਹੜੇ ਆਪਾਂ ਇੱਕ ਕੈਂਸਰ ਪੀੜਤ ਕਿਰਨਦੀਪ ਕੌਰ ਹੋਣਾ ਲਈ ਪੈਸੇ ਇਕੱਠੇ ਕੀਤੇ ਸੀਗੇ, ਕਾਫੀ ਜ਼ਿਆਦਾ ਪੈਸੇ ਜਿਹੜੇ ਉਹਨਾਂ ਨੂੰ ਪਹੁੰਚ ਚੁੱਕੇ ਆ ਡਾਇਰੈਕਟ ਸਾਰਿਆਂ ਨੇ, ਜਿਨ੍ਹਾਂ ਨੇ ਅਕਾਊਂਟ ਦੇ ਵਿੱਚ ਪਾਏ ਆ, ਕਿਸੇ ਨੇ ਹੀ ਟ੍ਰਾਂਸਫਰ ਕੀਤੀ ਹੈ ਜੀ। ਸਾਡੇ ਵੀਰ ਢਿੱਲੋਂ ਸਾਹਿਬ ਉਹਨਾਂ ਨੇ ਜਿਹੜਾ ਦੁਬਾਰਾ ਕਾਲ ਕਰਕੇ ਪਹਿਲਾਂ $100 ਦਿੱਤਾ ਸੀ, ਫਿਰ $200 US, ਉਹਨਾਂ ਦਾ ਵੀ 2 ਵਾਰ ਫੋਨ ਆਇਆ ਸੀ, ਉਹਨਾਂ ਨੇ ਵੀ ਟ੍ਰਾਂਸਫਰ ਕਰ ਦੇਣੇ ਆ ਜੀ ਅੱਜ। ਤੇ ਗੁਰਪ੍ਰੀਤ ਹੁਣੀ ਜਿਹੜੇ ਮੌਂਟਰੀਅਲ ਤੋਂ ਆਇਆ ਸੀ ਜੀ, ਖਾਲਸਾ ਰਾਈਡ ਤੋਂ, ਉਹਨਾਂ ਨੇ $1500 ਕਿਹਾ ਸੀਗਾ, ਪਰ ਉਹ $1600 ਜਾ ਕੇ ਉਸ ਬੱਚੀ ਨੂੰ ਜਾ ਕੇ ਦੇ ਕੇ ਮਿਲ ਕੇ ਦੇ ਆਏ ਆ ਜੀ। ਤੇ ਬੜੇ ਮੈਸੇਜ ਮੈਨੂੰ ਆ ਗਏ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ।
ਅਸੀਂ ਤੁਹਾਨੂੰ ਪੁੱਛਾਂਗੇ, ਕਿਉਂਕਿ ਕੋਈ ਵੀ ਪੈਸਾ ਜਿਹੜਾ ਤੁਹਾਡੇ ਕੋਲੋਂ ਕਿਸੇ ਨੇ ਵੀ ਅਸੀਂ ਬਿਲਕੁਲ ਨਹੀਂ ਲਿਆ, ਤੁਹਾਨੂੰ ਕਿਹਾ ਤੁਸੀਂ ਡਾਇਰੈਕਟ ਜਿਹੜਾ ਉਹਨਾਂ ਦੇ ਅਕਾਊਂਟ ਦੇ ਵਿੱਚ ਪਾਉਣੇ ਆ, ਤੁਹਾਨੂੰ ਵੀ ਟ੍ਰਾਂਸਫਰ ਦਿੱਤਾ। ਹੁਣ ਵੀ ਤੁਸੀਂ ਦੇਖ ਰਹੇ ਹੋ ਜਿਹੜਾ ਅਕਾਊਂਟ ਨੰਬਰ ਉਹ ਦਿੱਤਾ ਗਿਆ ਆ, ਤੇ ਨਾਲ ਜਿਹੜੀ ਈ ਟ੍ਰਾਂਸਫਰ ਦਾ ਉਹ ਵੀ ਦਿੱਤਾ ਗਿਆ ਜੀ PTN 24 ਤੇ ਤੁਸੀਂ ਦੇਖ ਰਹੇ ਹੋ। ਤੁਸੀਂ ਹੁਣ ਵੀ ਜਿਹੜਾ 10 20 50 ਜਿੰਨੇ ਵੀ ਤੁਸੀਂ ਕਰ ਸਕਦੇ ਹੋ ਵਿੱਤ ਅਨੁਸਾਰ ਤੁਸੀਂ ਬਿਲਕੁਲ ਟ੍ਰਾਂਸਫਰ ਕਰ ਸਕਦੇ ਹੋ ਉਹਨਾਂ ਦੇ ਅਕਾਊਂਟ ਦੇ ਵਿੱਚ। ਕਈ ਵੀਰ ਸਾਡੇ ਹੁੰਦੇ ਜੀ ਜਗਦੇ ਨਾਂ ਨਹੀਂ ਲਿਖਾਉਂਦੇ, ਫੋਨ ਵੀ ਨਹੀਂ ਕਰ ਸਕਦੇ, ਪਰ ਉਹਨਾਂ ਦਾ ਜਿਹੜਾ ਅਕਾਊਂਟ ਨੰਬਰ ਅੱਜ ਵੀ TV ਸਕਰੀਨ ਤੇ ਚੱਲ ਰਿਹਾ, ਤੁਸੀਂ PTN 24 ਦੀ ਫੇਸਬੁੱਕ ਤੇ ਦੇਖ ਲਓ, ਉੱਥੇ ਵੀ ਆ ਰਿਹਾ ਜੀ। ਈ ਟ੍ਰਾਂਸਫਰ ਕਰ ਸਕਦੇ ਹੋ। ਤੇ ਜਿੰਨੇ ਵੀ ਵੀਰ ਆ ਸਾਰਿਆਂ ਨੇ ਪੈਸੇ ਦਿੱਤੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਕੁਲਵਿੰਦਰ ਸਿੰਘ ਪੱਤੜ servbuilder.com ਵਾਲੇ ਸਾਡੇ ਕੋਲ ਉਹਨਾਂ ਦੀ ਐਡ ਵੀ ਆ, ਸਾਡੇ ਵੀਰ ਵੀ ਆ ਜੀ ਉਹ, ਉਹਨਾਂ ਨੇ ਵੀ $500 ਜਿਹੜਾ ਦੇ ਦਿੱਤਾ। ਕੱਲ ਉਹਨਾਂ ਕੋਲ ਫੋਨ ਨਹੀਂ ਸੀ ਹੋਇਆ। ਤੇ ਨਾਲ ਹੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਤੇ ਭਾਈ ਮਨਜੀਤ ਸਿੰਘ, ਕੱਲ ਉਹਨਾਂ ਦੇ ਬੇਟੇ ਦਾ ਬਰਥਡੇ ਵੀ ਸੀਗਾ ਜੀ, ਜਰਨੈਲ ਸਿੰਘ ਉਹਨਾਂ ਦਾ, ਤੇ ਉਹਨਾਂ ਨੇ ਵੀ ਜਿਹੜੇ ਪੈਸੇ ਆ ਉਹ ਕਹਿੰਦੇ ਜਿੰਨੀ ਸੇਵਾ ਲਾਉਂਗੇ ਅਸੀਂ ਤੁਹਾਨੂੰ ਭੇਜ ਦਿੰਦੇ ਹਾਂ, ਸਾਨੂੰ ਹੁਕਮ ਕਰੋ ਕਿੰਨੇ ਆ ਤੇ ਦੇਖਦੇ ਆ। ਭਾਈ ਦਲਬੀਰ ਸਿੰਘ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਕਿੰਨੇ ਆ, ਕਹਿੰਦੇ ਆ ਵੀ ਤੁਸੀਂ ਵੀ ਜ਼ਰੂਰ ਦਿਓ, ਕਹਿੰਦੇ ਅਸੀਂ ਆਪਣੇ ਪਰਿਵਾਰ ਵੱਲੋਂ ਜ਼ਰੂਰ ਸੇਵਾ ਕਰਾਂਗੇ ਤੇ ਆਪਾਂ ਤੁਹਾਡੀਆਂ ਕਾਲਾਂ ਜ਼ਰੂਰ ਆਨ-에ਅਰ ਕਰਾਂਗੇ ਵੀ ਜਿਸ ਤਰ੍ਹਾਂ ਪੈਸੇ ਇਕੱਠੇ ਕੀਤੇ ਆ, ਪੈਸੇ ਇਦਾਂ ਹੀ ਮਿਲਣੇ ਚਾਹੀਦੇ, ਜਿਹੜੇ ਡਾਇਰੈਕਟ ਅਕਾਊਂਟ ਦੇ ਵਿੱਚ ਜਾਣੇ ਚਾਹੀਦੇ ਲੋੜਵੰਦ ਦੇ। ਇਹ ਨਹੀਂਗਾ ਵੀ ਆਪ ਇਕੱਠੇ ਕਰ ਲਓ ਤੇ ਮੁੜ ਕੇ ਬੜੇ ਪੈਸੇ ਇਕੱਠੇ ਕੀਤੇ ਜਾਂਦੇ ਆ ਜੀ। ਜਦੋਂ ਸੁਨਾਮੀ ਆਈ ਸੀਗੀ, ਇੱਕ ਕੈਲੀਫੋਰਨੀਆ ਦੇ ਵਿੱਚ ਰੇਡੀਓ ਚੱਲਦਾ ਸੀਗਾ, ਉਹਨੇ ਕਿੰਨੇ ਸ਼ਾਇਦ 4-5 ਲੱਖ ਡਾਲਰ ਇਕੱਠਾ ਕਰ ਲਿਆ, ਦਿੱਤਾ ਕਿਸੇ ਨੂੰ ਵੀ ਕੁਛ ਨਹੀਂ। ਕਈ ਰੇਡੀਓ ਆ ਜੀ ਜਿਹੜੇ ਬੜੇ ਬੜੇ ਪੈਸੇ ਇਕੱਠੇ ਕਰ ਲੈਂਦੇ, TV ਬਹੁਤ ਇਕੱਠੇ ਕਰ ਲੈਂਦੇ, ਪਰ ਪੈਸੇ ਪਹੁੰਚਦੇ ਹੀ ਨਹੀਂ, ਸਹੀ ਹੱਥਾਂ ਤੱਕ ਨਹੀਂ ਪਹੁੰਚਦੇ। ਹੁਣ ਤੱਕ ਸਾਡੇ ਜਿਹੜੇ ਲੀਡਰ ਆ ਜੀ, ਇੰਨੇ ਪਰਿਵਾਰ ਸ਼ਹੀਦ ਹੋਏ ਸੀਗੇ, ਉਹਨਾਂ ਲਈ ਪੈਸੇ ਇਕੱਠੇ ਕਰ ਲੈਂਦੇ ਆ, ਜੇਬਾਂ 'ਚ ਪਾ ਲੈਂਦੇ ਆ, ਖਾ ਲੈਂਦੇ ਆ, ਦਿੰਦਾ ਕੋਈ ਨਹੀਂਗਾ, ਕੋਈ 10-20% ਹੀ ਦਿੰਦੇ ਆ। ਸਭ ਤੋਂ ਬੈਸਟ ਤਰੀਕਾ ਜੀ ਡਾਇਰੈਕਟ ਪੈਸੇ ਦਿੱਤੇ ਜਾਣ, ਤੇ ਉਹਦੇ ਨਾਲ ਦੀ ਰੀਸ ਨਹੀਂ। ਤੁਸੀਂ ਸਟੂਡੀਓ 'ਚ ਕਾਲ ਕਰਕੇ ਵੀ ਇਹ ਵਿਚਾਰ ਦੇ ਸਕਦੇ ਹੋ, ਓਪਨ ਟਾਕ ਸ਼ੋ ਆ ਜੀ, ਤੁਸੀਂ ਆਪਣੇ ਆਪਣੇ ਵਿਚਾਰ ਦੇ ਸਕਦੇ ਹੋ। ਚੱਲਦੇ ਆਪਾਂ ਕਾਲਾਂ ਲਈ, ਤੇ ਕਾਲ ਆ ਗਈ ਹੈ ਜੀ ਸਟੂਡੀਓ ਦੇ ਵਿੱਚ, ਤੇ ਤੁਸੀਂ ਵੀ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905 405 0002 ਤੇ 905 405 0002, ਜਾਂ WhatsApp ਤੇ ਵੀ ਕਾਲ ਕਰ ਸਕਦੇ ਹੋ +1 ਲਾ ਕੇ ਦੁਨੀਆ ਦੇ ਕਿਸੇ ਵੀ ਕੋਨੇ 'ਚੋਂ। ਸਿਰਫ ਅਸੀਂ PTN 24 ਵੱਲੋਂ ਤੇ ਭਾਈ ਦਲਬੀਰ ਸਿੰਘ ਨਿੱਜਰ ਹੋਣਾ ਵੱਲੋਂ, ਹਰਜਿੰਦਰ ਸਿੰਘ ਧਨੋਆ ਵੱਲੋਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਵੀ ਇਸ ਬੱਚੀ ਦੇ ਵਾਸਤੇ ਉਹਦੀ ਸਿਹਤਯਾਬੀ ਲਈ ਅਰਦਾਸਾਂ ਵੀ ਕੀਤੀਆਂ, ਤਿਲ ਫੁੱਲ ਵੀ ਦਿੱਤਾ ਜੀ, ਕਿਉਂਕਿ ਅੱਜ ਬੱਚੀ ਫੋਨ ਨਹੀਂ ਚੱਕ ਰਿਹਾ, ਸ਼ਾਇਦ ਅੱਜ ਉਹਨਾਂ ਨੂੰ ਇੰਡੀਆ ਭੇਜ ਦਿੱਤਾ ਜਾਣਾ, ਇੱਕ ਚਾਰਟਰਡ ਪਲੇਨ ਦੇ ਰਾਹੀਂ ਮੌਂਟਰੀਅਲ ਤੋਂ ਟੋਰਾਂਟੋ ਲਿਆਂਦਾ ਜਾਊਗਾ ਤੇ ਇੱਥੋਂ ਫਿਰ ਉਹਨੂੰ ਇੰਡੀਆ ਭੇਜਿਆ ਜਾਊਗਾ। ਆਪਾਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਚੱਲਦੀ ਜੀ ਆਪਾਂ ਕਾਲ ਤੇ। ਹਾਂਜੀ 2156 ਸਵਾਗਤ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਵੀ ਅੱਜ ਭੇਜੂਗਾ ਜੀ। ਤੇ ਬਾਕੀ ਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਟੀਚਿਆਂ ਦੀ, ਤੇ ਮੈਨੂੰ ਸਮਝ ਨਹੀਂ ਆ ਰਹੀ ਪਈ ਹੋ ਕੀ ਰਿਹਾ। ਹੁਣ ਕਰੋਨਾ ਜਦੋਂ ਇੱਥੇ ਆਉਂਦਾ ਸੀ, ਉਦੋਂ ਵੀ ਅਸੀਂ ਉਹਦੇ ਵਾਸਤੇ ਕੁਝ ਕਰਨੇ ਲਈ ਬਾਹਰੋਂ ਆਉਂਦੇ ਆ ਬੰਦਿਆਂ ਨੂੰ ਸਾਂਭਣ ਵਾਸਤੇ ਬਹੁਤ ਲੇਟ ਹੋਏ ਆ ਜੀ। ਤੇ ਉਹ ਤੋਂ ਬਾਅਦ ਜਦੋਂ ਟੀਕਿਆਂ ਦੀ ਗੱਲ ਹੋਈ, ਅਸੀਂ ਕੋਈ ਬਣਾਇਆ ਨਹੀਂ। ਜਦੋਂ ਲੈਣ ਦੀ ਵਾਰੀ ਵੀ ਆਈ, ਉਹ ਅਸੀਂ ਬਰਾਬਰ ਲੈ ਨਹੀਂ ਸਕੇ। ਮੈਂ ਕਿਹਾ ਵੀ 2 ਮਿਲੀਅਨ ਟੀਕਾ ਰੋਜ਼ ਲੋਕਾਂ ਦੀਆਂ ਬਾਹਾਂ ਤੇ ਲੱਗਦਾ ਜੀ, ਜਦ ਕਿ ਸਾਨੂੰ ਮਹੀਨੇ 'ਚ ਇੰਨਾ ਮਿਲਦਾ ਵੀ ਨਹੀਂ, ਤੇ ਇਹਨਾਂ ਪਿੱਛੇ ਮਿਲਦਾ ਵੀ ਤਾਂ ਉਹ ਮਿਲਦਾ ਜਿਹਨੂੰ ਕੋਈ ਚੱਲਦਾ ਨਹੀਂ ਜੀ। ਦੱਸੋ ਅਸੀਂ ਕੀ ਕਰ ਰਹੇ ਆ, ਕੀ ਸਾਡੀ ਪੋਜੀਸ਼ਨ ਆ ਪੂਰੀ ਵਰਲਡ ਦੇ ਵਿੱਚ ਵੀ ਅਸੀਂ ਇੱਕ ਨਾਮਵਰ ਕੰਟਰੀ ਆ, ਸਾਡੇ ਨਾਲ ਹੋ ਕੀ ਰਿਹਾ। ਹੁਣ ਜਿਹਨੂੰ 10-15 ਮੁਲਕ ਰਿਜੈਕਟ ਕਰ ਚੁੱਕੇ ਆ, ਅਸੀਂ ਉਹ ਵੀ ਕੀ ਉਹ ਸਾਰੇ ਪਾਗਲ ਆ? ਉਹਨਾਂ 'ਚ ਕੋਈ ਡਾਕਟਰ ਨਹੀਂ, ਆਪਣੇ ਬੰਦੇ ਉੱਥੇ ਭੇਜਣ, ਉੱਥੇ ਇਨਕੁਆਇਰੀ ਕਰਾਉਣ ਵੀ ਹੋ ਕੀ ਰਿਹਾ। ਹੁਣ ਕਹਿੰਦੇ ਸਾਡੇ ਇੱਥੇ ਕੋਈ ਮਾੜਾ ਰਿਜੈਕਸ਼ਨ ਨਹੀਂ ਹੋਇਆ, ਪਰ ਜਦੋਂ ਰਿਜੈਕਸ਼ਨ ਹੋ ਜਾਊਗਾ, ਉਹ ਜਿਹਦੇ ਉੱਤੇ ਹੋਣਾ ਉਹਦਾ ਕੀ ਬਣੂ? ਉਹਦਾ ਜ਼ਿੰਮੇਵਾਰ ਕੋਈ ਉਹਨੂੰ ਛੋੜ ਸਵਾ, ਕੋਈ ਉਹ ਜ਼ਿੰਮੇਵਾਰੀ ਹੈਗੀ ਆ ਵੀ ਉਹਦੇ ਬੱਚਿਆਂ ਨੂੰ ਕੋਈ ਸਾਂਭੂਗਾ। ਉੱਥੇ ਜਾ ਕੇ ਇਹਨੂੰ ਦੇਖਣਾ ਚਾਹੀਦਾ ਕਿਉਂ ਖਰਾਬੀ ਹੋ ਰਹੀ ਹੈ, ਕਾਹਤੇ ਹੋ ਰਹੀ ਆ। ਹੁਣ ਕਹੀ ਜਾਂਦੇ 65 ਸਾਲ ਤੋਂ ਉੱਤੇ ਵਾਲੇ ਵੀ ਲਵਾ ਸਕਦੇ ਆ, ਥੱਲੇ ਵਾਲੇ ਵੀ ਲਵਾ ਸਕਦੇ ਆ। ਇੱਥੇ ਕੋਈ ਅਜੇ ਤੱਕ ਉਹਨਾਂ ਮਾੜਾ ਅਸਰ ਨਹੀਂ ਹੋਇਆ ਜਿੰਨੀ ਸਾਨੂੰ ਇਹਦੇ ਉੱਤੇ ਅਸੀਂ ਦੇਖਿਆ ਵੀ ਹੋ ਸਕਦਾ ਆ। ਵੀ ਏਦਾਂ ਦੇ ਕਿਆਫੇ ਜਿਹੜੇ ਆ ਇਹ ਸਹੀ ਨਹੀਂ ਹੈਗੇ। ਉੱਥੇ ਇਹਨਾਂ ਨੂੰ ਕਮੇਟੀ ਭੇਜਣੀ ਚਾਹੀਦੀ ਹੈ, ਇਨਕੁਆਇਰੀ ਕਰਨ ਦਰਅਸਲ ਇਹ ਗੱਲ ਕੀ ਉਹ ਕਿਉਂ ਰਿਜੈਕਟ ਕਰ ਰਹੇ ਆ। ਇੱਕ ਮੁਲਕ ਹੋਵੇ ਵੱਖਰੀ ਗੱਲ ਆ, 2 ਹੁਣ ਵੱਖਰੇ 5-7 ਮੁਲਕ ਜੇ ਉਹਨੂੰ ਰਿਜੈਕਟ ਕਰਦੇ ਆ, ਉਹਨਾਂ ਵਿੱਚ ਕੀ ਕੋਈ ਵੀ ਸਮਝਦਾ ਡਾਕਟਰ ਹੈ ਨਹੀਂ। ਜਿਹਨਾਂ ਦਾ ਤੁਹਾਨੂੰ ਕਹਿਣਾ ਚੰਗਾ ਨਹੀਂ ਲੱਗਦਾ, ਉਹਨਾਂ ਦੇ ਵੀ ਡਾਕਟਰ ਆ, ਉਹਨਾਂ ਦੀਆਂ ਵੀ ਆਪਣੀਆਂ ਏਜੰਸੀ ਹੈਗੀਆਂ ਜਿਹੜੀਆਂ ਉਹਦੀ ਇਨਕੁਆਇਰੀ ਕਰਦੀਆਂ। ਪਰ ਅਸੀਂ ਕਿਉਂ ਅਜੇ ਵੀ ਇਹ ਅੱਖਾਂ ਬੰਦ ਕਰ ਰਹੇ ਆ ਵੀ ਸਾਡੇ ਬੰਦਿਆਂ ਦੇ ਉੱਤੇ ਕੋਈ ਮਾੜਾ ਅਸਰ ਹੋ ਜਾਊਗਾ, ਫੇਰ ਐਕਸ਼ਨ ਲਵਾਂਗੇ। ਪਹਿਲਾਂ ਕਿਉਂ ਨਹੀਂ ਲੈ ਲੈਂਦੇ? ਆਲਰੇਡੀ ਅਸੀਂ ਲੇਟ ਹੈਗੇ ਆ, ਥੋੜਾ ਹੋਰ ਲੇਟ ਕਰ ਲਓ। ਪਰ ਜੇ ਜਿਹੜਾ ਕੋਈ ਕੰਟਰੋਵਰਸ਼ਲ ਹੈ ਨਹੀਂ, ਕੋਈ ਏਦਾਂ ਨਾਂ ਦੇ ਉੱਤੇ ਕੋਈ ਨਹੀਂ ਹੈਗੀ ਖਰਾਬੀ, ਅਸੀਂ ਉਹ ਲਈਏ। ਕਿਉਂਕਿ ਆਪਣੇ ਲੋਕਾਂ ਨੂੰ ਚਲੋ ਲੇਟ ਹੋ ਆਪ ਉਹਨੂੰ
ਸਹੀ ਦਵਾਈ ਦਿਓ ਜਿਹਦੇ ਨਾਲ ਕਿਸੇ ਦੇ ਮਨ ਵਿੱਚ ਸ਼ੱਕ ਨਾ ਹੋਵੇ ਭਾਈ ਉਹਨਾਂ ਨੇ ਲਵਾਈ ਨਹੀਂ ਮੇਰੇ ਲੱਗੀ ਪਤਾ ਨਹੀਂ ਇਹਨੇ ਕੀ ਕਰਨਾ। ਉਹ ਕਈਆਂ ਨੇ ਤਾਂ ਇਸ ਕਸਰ ਨਾਲ ਹੀ ਉਹਨਾਂ ਤੇ ਅਸਰ ਹੋਏ ਨਾ ਵੀ ਉਹਨਾਂ ਨੇ ਬੰਦ ਕੀਤੇ ਉਹ ਸਾਰੇ ਲੱਗੀ ਜਾਂਦੇ ਆ ਵੀ ਇਹ ਜ਼ਰੂਰ ਇਹਨਾਂ ਨੂੰ ਕੁਝ ਸੋਚਣਾ ਚਾਹੀਦਾ। ਸਾਰੇ ਕੰਮਾਂ 'ਚ ਅਸੀਂ ਲੇਟ ਹੋਏ ਆ ਪਰ ਇਹਦੇ ਵਿੱਚ ਤਾਂ ਕੁਝ ਕਰ ਲਈਏ ਜੀ। ਬਿਲਕੁਲ ਤੁਹਾਡੀ ਗੱਲ ਜਿਹੜੀ ਆ ਸਹੀ ਹੈ ਚੌਹਾਨ ਸਾਹਿਬ, ਇਹਦੇ ਤੇ ਆਪਾਂ ਸੋਚ ਸਕਦੇ ਹਾਂ ਜੀ। ਤੇ ਆਪਾਂ ਕੱਲ ਜਿਹੜੇ ਜੀ ਪੈਸੇ ਇਕੱਠੇ ਕੀਤੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਸ ਤਰ੍ਹਾਂ ਬਹੁਤ ਵਧੀਆ ਹੋਇਆ ਜੀ, ਇੱਦਾਂ ਹੋਣਾ ਚਾਹੀਦਾ। ਹਾਂਜੀ ਇੱਦਾਂ ਹੋਣਾ ਚਾਹੀਦਾ। ਆਹ ਦੇਖ ਲਓ BJD ਦਾ ਫੇਰ ਰੌਲਾ ਪੈ ਗਿਆ ਜੇ ਲੋਕਾਂ ਦੇ ਅਕਾਊਂਟ 'ਚ ਟੂਡੋ ਸਾਹਿਬ ਪੈਸੇ ਭੇਜ ਰਹੇ ਜਿੱਦਾਂ ਹੁਣ ਭੇਜ ਰਹੇ ਆ। BJD ਤਾਂ ਕਪੜਿਆਂ ਦੀ ਗੱਲ ਹੀ ਨਹੀਂ ਸੀ ਆਣੀ। ਕੱਲ ਫੇਰ ਉਹਨਾਂ ਦੀ ਇਨਕੁਆਰੀ ਚੱਲ, ਉਹ ਇਨਕੁਆਰੀ ਦੇ ਵੀ ਪੈਸੇ ਸਾਡੇ ਲੱਗਣੇ ਆ ਜਿਹੜੀ ਇਨਕੁਆਰੀ ਹੋ ਰਿਹਾ ਹੈ। ਇੱਕ ਤਾਂ ਪੈਸੇ ਖਰਾਬ ਕੀਤੇ, ਹੁਣ $2-2 ਲੱਖ ਮਹੀਨੇ ਦਾ ਆਪਣੀ ਬਿਲਡਿੰਗ ਦਾ ਕਿਰਾਇਆ ਪਾ ਰਹੇ ਆ ਕਿਉਂਕਿ ਅਸੀਂ ਕਹਿੰਦੇ ਬਿਲਡਿੰਗ ਤੁਹਾਡੇ ਵਾਸਤੇ ਰੱਖੀ, ਤੁਹਾਡੇ ਲੋਕਾਂ ਨੂੰ ਸਰਵ ਕਰਨਾ ਸੀ। ਉਹ 5-7 ਲੱਖ ਉਹੀ ਝਾੜ ਗਏ ਵਿੱਚੋਂ ਜਿਹੜੇ ਪੈਸੇ ਦਿੱਤੇ ਆਲਮੋਸਟ ਇਹਨਾਂ ਨੂੰ ਅੱਧੇ ਵਾਪਸ ਮਿਲੇ ਆ, ਅੱਧੇ ਉਹ ਖਾ ਗਏ। ਉਹ ਕਹਿੰਦੇ ਜੀ ਪਹਿਲਾਂ ਕਹਿੰਦੇ ਸਾਡੀ ਕੋਈ ਫੀਸ ਚਾਰਜ ਨਹੀਂ ਹੋਗੀ ਨਾ ਜੀ, ਚੈਰਿਟੀ ਕਿੱਦਾਂ ਚੱਲਣੀ? 15% ਤਾਂ ਅਸੀਂ ਰੱਖਣਾ। ਉਹ 2 ਲੱਖ ਮਹੀਨੇ ਦਾ ਰੈਂਟ ਪਾਈ ਜਾਂਦੇ ਆ। ਕੁਛ ਹੁਣ ਹੋਰ ਖਰਚੇ ਖੁਰਚੇ ਪਾ ਕੇ ਇਹ ਅੱਜ ਕਪੜਾ ਸਾਰਾ ਗੋਲਮੋਲ ਹੋ ਜਾਣਾ ਕੰਮ ਜੀ। ਆਹ ਕੁਛ ਇੱਥੇ ਹੋ ਰਿਹਾ। ਜੇ ਸਿੱਧੇ ਪੈਸੇ ਕਿਸੇ ਦੇ ਅਕਾਊਂਟ 'ਚ ਜਾਣ, ਇੱਕ ਪੈਸਾ ਵੀ ਇਹਦੇ ਉਦੋਂ ਨਹੀਂ ਹੋ ਸਕਦਾ। ਅਸੀਂ ਕਿਉਂ ਹੁਣ ਤਾਂ 42 ਲੋਕ ਵਿਚੋਲਾ ਨਹੀਂ ਪਾਉਂਦੇ। ਸਾਡੀ ਗੁਰਬਾਣੀ ਕਹਿੰਦੀ ਰੱਬ ਨੂੰ ਵੀ ਮਿਲਣਾ ਹੋਵੇ ਤੁਸੀਂ ਵਿਚੋਲਾ ਨਾ ਪਾਓ। ਤੁਸੀਂ ਸਿੱਧੇ ਰੱਬ ਨੂੰ ਮਿਲ ਸਕਦੇ, ਗੁਰਬਾਣੀ ਪੜ੍ਹੋ, ਰੱਬ ਦੇ ਨਾਲ ਆਪਣੇ ਮਨ ਨੂੰ ਜੋੜੋ। ਕਿਉਂ ਤੁਸੀਂ ਵਿਚੋਲੇ ਪਾਣੇ ਜਦ ਗੁਰੂ ਇੰਨਾ ਕੁਛ ਸਾਨੂੰ ਖਜ਼ਾਨਾ ਲਿਖ ਕੇ ਦੇ ਗਏ? ਉਹਦੇ ਹਿਸਾਬ ਨਾਲ ਅਸੀਂ ਆਪ ਗੁਰੂ ਲੱਭੀਏ ਰੱਬ ਨੂੰ, ਵਿਚੋਲੇ ਨਾ ਪਾਓ। ਜਿੱਥੇ ਵੀ ਵਿਚੋਲਾ ਪੈਣਾ, ਇੱਥੇ ਲੋਕਾਂ ਨੇ ਇੰਡੀਆ 'ਚ ਵੀ ਬਿਹਾਰ 'ਚ ਵਿਚੋਲੇ ਪਾਣੇ ਬੰਦ ਕਰਦੇ ਕਿਉਂਕਿ ਖਰਾਬੀਆਂ ਹੁੰਦੀਆਂ ਬਾਅਦ ਦੇ ਵਿੱਚ। ਲੋਕ ਆਪ ਸਿੱਧੀ ਗੱਲ ਕਰਦੇ ਆ। ਜਿਹਨੂੰ ਵੀ ਪੈਸੇ ਭੇਜਣੇ ਉਹਨੂੰ ਸਿੱਧੇ ਭੇਜੋ, ਅਕਾਊਂਟ 'ਚ ਭੇਜੋ। ਕਮ ਸੇ ਕਮ ਤੁਹਾਡੇ ਪੂਰੇ ਪੈਸੇ ਕਿਤੇ ਲੱਗੇ ਤਾਂ ਹੋਊਗੇ ਜਿੱਥੇ ਤੁਸੀਂ ਲਾਣਾ ਚਾਹੁੰਦੇ ਆ। ਕਿਸੇ ਦੇ ਰਸਤੇ ਭੇਜਦੇ ਆ, ਉਹ ਖਾ ਪੀ ਜਾਂਦਾ, ਬਾਅਦ ਵਿੱਚ ਅਸੀਂ ਰੌਲਾ ਪਾਉਂਦੇ ਆ। ਔਰ ਰੌਲਾ ਪਾਉਣ ਤੇ ਵੀ ਆਪਣਾ ਟਾਈਮ ਵੇਸਟ ਕਰਦੇ ਆ। ਉਹੀ ਅਸੀਂ ਬਾਅਦ ਵਿੱਚ ਇਕੱਲੇ 'ਚ ਉਂਗਲੀ ਦੇ ਕੇ ਸੋਵਾਂਗੇ ਭਾਈ ਸਾਡੇ ਪੈਸੇ ਸਹੀ ਲੱਗ ਗਏ ਆ। ਇਹਦੇ ਭੇਜਣੇ ਚਾਹੀਦੇ। ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ ਜੀ। ਹੋਰ ਜਿਹੜੇ TV ਸਟੇਸ਼ਨ ਆਏ ਆ ਉਹ ਵੀ ਇੱਥੋਂ ਕੋਈ ਲੈਸਨ ਸਿੱਖਣਗੇ ਔਰ ਲੋਕਾਂ ਨੂੰ ਆਲਰੇਡੀ ਪਤਾ ਲੱਗ ਗਿਆ ਅਸੀਂ ਚੋਰਾਂ ਨੂੰ ਪੈਸੇ ਨਾ ਲਈਏ, ਪੈਸੇ ਉੱਥੇ ਦਈਏ ਜਿੱਥੇ ਸਹੀ ਜਗ੍ਹਾ ਲੱਗ ਸਕਣ ਜੀ। ਬਿਲਕੁਲ ਚੌਹਾਨ ਸਾਹਿਬ, ਧੰਨਵਾਦ ਤੁਹਾਡਾ ਜੀ। ਤੇ ਅੱਜ ਬੱਚੀ ਨੂੰ ਇੰਡੀਆ ਭੇਜਿਆ ਜਾ ਰਿਹਾ ਜੀ। ਸਕਾਈਪ ਦੇ ਉੱਪਰ ਤੁਸੀਂ ਦੇਖ ਰਹੇ ਹੋ, ਹੁਣ ਉਹਨਾਂ ਦੀ ਤਿਆਰੀ ਆ ਜੀ। ਤੇ ਮੈਂ ਟਰਾਈ ਕਰਦਾ ਜੀ ਉਹਨਾਂ ਦੀ ਆਵਾਜ਼ ਮਾੜੀ ਜੀ ਆ ਸਕੇ। ਹੈਲੋ ਹਾਂਜੀ ਕਰਦੀਪ, ਤੁਸੀਂ ਸੁਣ ਰਹੇ ਹੋ? ਹੈਲੋ ਹਾਂਜੀ ਕਰਨਦੀਪ, ਤੁਸੀਂ ਆਨ 에ਅਰ ਹੋ, ਤੁਹਾਨੂੰ ਆਵਾਜ਼ ਆ ਰਹੀ ਹੈ ਸਾਡੀ, ਸੁਣ ਰਹੀ ਹੈ ਜੀ? ਹੈਲੋ ਹਾਂਜੀ ਕਰਨਦੀਪ, ਤੁਸੀਂ ਹਾਂਜੀ ਤੁਸੀਂ ਸਾਡੇ ਨਾਲ ਜੁੜ ਚੁੱਕੇ, ਆਵਾਜ਼ ਆ ਰਹੀ ਹੈ? ਹੈਲੋ ਹਾਂਜੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਤੁਸੀਂ ਨਾ ਸਕਾਈਪ ਤੇ ਸੁਣੋ, ਉਹ ਦੂਜੇ ਬੰਨੇ ਆਵਾਜ਼ ਨਾ ਸੁਣੋ, ਜਿਹੜੀ ਮੇਰੀ ਡਾਇਰੈਕਟ ਆਵਾਜ਼ ਆ ਉਹਨੂੰ ਸੁਣੋ ਕਿਉਂਕਿ ਉਧਰੋਂ ਆਵਾਜ਼ ਤੁਹਾਨੂੰ ਲੇਟ ਸੁਣਨੀ। ਆ ਰਹੀ ਹੈਗੀ ਤੁਹਾਡੀ। ਹਾਂਜੀ ਬਿਲਕੁਲ ਜੀ। ਅੱਜ ਕਿੰਨੇ ਵਜੇ ਤੁਹਾਨੂੰ ਭੇਜਣ ਲੱਗਿਆ? ਤੁਸੀਂ ਕੋਈ ਧੰਨਵਾਦ ਵੀ ਕਰਨਾ ਚਾਹੋਗੇ? ਤੇ ਹਾਂਜੀ ਆ ਰਹੀ ਹੈਗੀ। ਹਾਂਜੀ ਤੁਸੀਂ ਕੀ ਕਹਿਣਾ ਚਾਹੋਗੇ? ਜਿਹੜੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਆਏ, ਲੋਕਾਂ ਦਾ ਸਾਰਿਆਂ ਦਾ ਧੰਨਵਾਦ ਕਰ ਦਿਓ। ਤੇ ਹੋਰ ਵੀ ਜਿਹੜੇ ਕਿਸੇ ਨੇ ਡੋਨੇਟ ਕਰਨੇ ਆ, ਤੁਹਾਡੇ ਡਾਇਰੈਕਟ ਹੀ ਆ ਰਹੇ ਆ ਨਾ ਸਾਰੇ ਈ ਟ੍ਰਾਂਸਫਰ ਜਾਂ ਅਕਾਊਂਟ 'ਚ ਜਮ੍ਹਾਂ ਕਰਾ ਰਹੇ? ਇੱਥੋਂ ਨਹੀਂ ਆ ਰਹੀ ਹੈਗੀ, ਸਕਾਈਪ ਤੋਂ ਦੂਜੋ ਆ ਰਹੀ ਹੈਗੀ, ਫਿਰ ਲਾਈਵ ਤੋਂ। ਹਾਂਜੀ ਚਲੋ ਠੀਕ ਆ, ਤੁਸੀਂ ਮਾੜਾ ਜਿਹਾ ਦੱਸ ਦਿਓ ਜੀ। ਹਾਂਜੀ ਤੁਹਾਡੇ ਕੋਲ ਪੈਸੇ ਆ ਰਹੇ ਤੁਹਾਡੇ ਅਕਾਊਂਟ ਦੇ ਵਿੱਚ? ਹੈਲੋ ਹਾਂਜੀ ਕਰਨਦੀਪ, ਤੁਹਾਨੂੰ ਆਵਾਜ਼ ਸ਼ਾਇਦ ਲੇਟ ਸੁਣਦੀ ਹੈ ਨਾ? ਹੈਲੋ ਮੈਂ ਟਰਾਈ ਕਰਦਾ ਜੀ, ਤੁਹਾਨੂੰ ਮੈਂ ਫੋਨ ਕਾਲ ਤੇ ਲੈਣਾ, ਤੁਹਾਨੂੰ ਆਵਾਜ਼ ਨਹੀਂ ਆ ਰਹੀ, ਫੋਨ ਕਾਲ ਤੇ ਲੈਣਾ ਮੈਂ। ਓਕੇ ਬਿਲਕੁਲ ਜੀ, ਸ਼ਾਇਦ ਉਹਨਾਂ ਨੂੰ ਆਵਾਜ਼ ਨਹੀਂ ਸੁਣ ਰਹੀ, ਆਪਾਂ ਕਾਲ ਤੇ ਚੱਲਦੇ। ਹਾਂਜੀ 5267 ਸਵਾਗਤ ਹੈ ਜੀ। ਹੈਲੋ ਹਾਂਜੀ 5267 ਸਵਾਗਤ ਹੈ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਭਾਈ। ਜਿਹੜਾ ਤੁਸੀਂ ਆਹ ਟੌਪ ਚੱਕਿਆ, ਕਹਿੰਦੇ ਪੈਸੇ ਲੋਕਾਂ ਨੇ ਜਦੋਂ ਟਿਊਸ਼ਨ ਦਿੱਤੇ $2,000 ਸਟੂਡੈਂਟਾਂ ਨੂੰ, ਕਈ ਲੋਕਾਂ ਨੇ ਮੈਂ ਵੀ ਉਹਨਾਂ ਨੂੰ ਜਾਣਦੀ, ਕਈਆਂ ਨੇ ਇੰਡੀਆ ਬੈਠਿਆਂ ਨੂੰ ਜੇਲ੍ਹ ਲਏ ਆ ਪੈਸੇ ਨਜਾਇਜ਼ ਜੀ ਜਿਹਨੇ ਕੋਈ ਕੰਮ ਵੀ ਨਹੀਂ ਕੀਤਾ ਹੋਊਗਾ ਜੀ। ਮੈਂ ਬਿਲਕੁਲ ਸਹੀ ਕਹਿੰਦੀ ਆ। 8-9 ਫੈਮਲੀਆਂ ਨੂੰ ਮੈਂ ਜਾਣਦੀ ਹਾਂ ਜਿਹਨੇ ਨਜਾਇਜ਼ ਲੈ, ਜਿਹੜੇ ਸਟੂਡੈਂਟ ਮੁੰਡੇ ਉਹਨੇ ਵੀ ਇੱਥੇ ਕੰਮ ਨਹੀਂ ਕੀਤਾ, ਟੈਕਸ ਨਹੀਂ ਕਟਾਇਆ, ਕੁਛ ਨਹੀਂ, ਟੈਕਸ ਤਾਂ ਚੱਲ ਕਟਾਉਂਦੇ ਨਹੀਂ, ਉਹਨੇ ਸਾਰਿਆਂ ਨੇ ਨਜਾਇਜ਼ ਲੈ। ਤੇ ਵੀ ਕੋਈ ਮੁੱਦਾ ਚੱਕੋ ਨਾ ਜਿਹਨੇ ਨਜਾਇਜ਼ ਲਏ। ਜਿਹੜੇ ਹੁਣ ਇੱਥੇ ਦੇ ਨਿਆਣੇ ਜੰਮ ਪਾਲੇ ਆ, ਉਹਨਾਂ ਨੂੰ ਜੋਬਾਂ ਵੀ ਨਹੀਂ ਮਿਲਦੀਆਂ, ਕੁਛ ਵੀ ਨਹੀਂ। ਜਿਹਨੇ ਹੁਣ ਇੰਨਾ ਨਜਾਇਜ਼ ਪੈਸੇ ਲਏ ਇੰਡੀਆ ਬੈਠਿਆਂ ਨੂੰ ਵੀ, ਉਹਨੇ ਕਿਉਂ ਲਏ ਆ?
ਬਿਲਕੁਲ ਭੈਣ ਜੀ, ਬਿਲਕੁਲ ਜੀ, ਇਹ ਵੀ ਜ਼ਰੂਰ ਮੁੱਦਾ ਚੱਕਾਂਗੇ। ਧੰਨਵਾਦ ਤੁਹਾਡਾ ਭੈਣ ਜੀ। ਤੁਸੀਂ ਚੱਕੋ, ਤੁਹਾਨੂੰ ਮੈਂ ਦੱਸੂਗੀ ਜੀ ਜਿੰਨ ਲਏ ਆ ਜੀ। ਧੰਨਵਾਦ ਜੀ, ਧੰਨਵਾਦ। ਹਾਂ, ਜਿਹੜੀਆਂ ਬੈਠੇ ਲਏ ਉਹਨਾਂ ਤੋਂ ਵਾਪਸ ਕਰਾਓ ਜੀ। ਧੰਨਵਾਦ ਭੈਣ ਜੀ, ਧੰਨਵਾਦ। ਓਕੇ ਜੀ। ਬਿਲਕੁਲ ਜੀ, ਇੱਕ ਨਿੱਕੀ ਜਿਹੀ ਆਪਾਂ ਕਮਰਸ਼ੀਅਲ ਬ੍ਰੇਕ ਲੈ ਕੇ ਤਾਂ ਆਪਾਂ ਕਿਰਨਦੀਪ ਦੇ ਨਾਲ ਫੋਨ ਤੇ ਜੁੜਦੇ ਹਾਂ ਜੀ, ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਸੁਣ ਰਹੀ ਏਦਾਂ। ਕਿਆ ਬਾਤ ਬਈ, ਗੱਡੀ ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 409 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਜੇਕਰ ਤੁਸੀਂ ਟਰੱਕ ਦਾ ਲਾਇਸੈਂਸ ਲੈਣ ਬਾਰੇ ਸੋਚ ਰਹੇ ਹੋ ਤਾਂ ਦੇਰ ਨਾ ਕਰੋ, ਅੱਜ ਹੀ ਪਹੁੰਚੋ ਫਸਟ ਕੈਨੇਡੀਅਨ ਡਰਾਈਵਿੰਗ ਸਕੂਲ 7050 ਟੈਲਫੋਰਡ ਵੇ, ਯੂਨਿਟ 11, ਮਿਸੀਸਾਗਾ। ਚੰਗੇ ਡਰਾਈਵਰ ਬਣਨ ਲਈ ਯਾਦ ਰੱਖੋ ਇੱਕੋ ਨਾਂ, ਫਸਟ ਕੈਨੇਡੀਅਨ ਡਰਾਈਵਿੰਗ ਸਕੂਲ। ਸੰਪਰਕ ਕਰੋ 9056789191 905 678 9191 ਤੇ। ਮੈਨੂੰ ਰੱਖ ਲੈ ਕੈਲੰਡਰ ਯਾਰਾ, ਹੋ ਲੰਮਿਆਂ ਰੂਟਾਂ ਤੇ। ਉਹ ਕਦੋਂ ਤੱਕ ਕੈਲੰਡਰ ਬਣਿਆ ਰਵੇਗਾ? ਹੁਣ ਤੇ ਸਮਾਰਟ ਟਰੱਕ ਤੇ ਟ੍ਰੇਨਿੰਗ ਅਕੈਡਮੀ ਆ ਗਈ ਹੈ। ਓਏ ਤੂੰ ਵੀ ਸਮਾਰਟ ਡਰਾਈਵਰ ਬਣ ਜਾ। स्मार्ट ट्रक ट्रेनिंग अकेडमी, जो कि रजिस्टर्ड है एज PCC अंडर द प्राइवेट करियर कॉलेज एक्ट। ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਵਾਗਤ ਹੈ ਜੀ। ਆਪਣੇ ਨਾਲ ਕਿਰਨਦੀਪ ਹੁਣੀ ਜੁੜ ਚੁੱਕੇ ਜੀ। ਉਹਨਾਂ ਦੀ ਆਵਾਜ਼ ਨਹੀਂ ਸੀ ਆ ਰਹੀ ਤੇ ਇਸ ਕਰਕੇ ਆਪਾਂ ਉਹਨਾਂ ਨੂੰ ਫੋਨ ਤੇ ਲੈਨੇ ਆ। ਹੈਲੋ ਹਾਂਜੀ ਕਿਰਨਦੀਪ, ਸਤਿ ਸ਼੍ਰੀ ਅਕਾਲ। ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ, ਤੁਹਾਨੂੰ ਸਾਡੀ ਆਵਾਜ਼ ਸੁਣ ਰਹੀ ਸੀਗੀ? ਹਾਂਜੀ ਤੁਹਾਡੀ ਸੁਣ ਰਹੀ ਸੀ ਕਿ ਉਹ ਵੀਡੀਓ ਉਹਦੇ ਤੇ ਲਾਈਵ ਸੁਣ ਰਿਹਾ ਸੀ, ਪਰ ਮੇਰੀ ਆਵਾਜ਼ ਨਹੀਂ ਜਾ ਰਹੀ ਸੀ ਸਕਾਈਪ ਤੇ। ਹਾਂਜੀ, ਤੇ ਬੱਚੇ ਮੈਂ ਪਹਿਲਾਂ ਤੇ ਇਹ ਪੁੱਛਣਾ ਵੀ ਚਲੋ ਜੋ ਹੈਗਾ ਉਹ ਤਾਂ ਹੁਣ ਸਾਰਿਆਂ ਦੇ ਸਾਹਮਣੇ ਆਪਾਂ ਨੂੰ ਸਾਰਾ ਦੱਸ ਹੀ ਦਿੱਤਾ ਆ। ਤੁਹਾਨੂੰ ਅੱਜ ਕਿੰਨੇ ਵਜੇ ਤੁਸੀਂ ਜਾ ਰਹੇ ਹੋ? ਅੱਜ ਅਸੀਂ ਇੱਥੋਂ 3:30 ਵਜੇ ਜਾ ਰਹੇ ਹਾਂਗੇ ਟੋਰਾਂਟੋ ਮੌਂਟਰੀਅਲ ਤੋਂ ਟੋਰਾਂਟੋ। ਫਿਰ ਉਸ ਤੋਂ ਬਾਅਦ ਟੋਰਾਂਟੋ ਤੋਂ ਮੇਰੀ 8:30 ਦੀ ਫਲਾਈਟ ਹੈਗੀ ਤੇ ਅਗਲੇ ਦਿਨ ਮੈਂ ਬੁੱਧਵਾਰ ਨੂੰ 8:30 ਵਜੇ ਪਹੁੰਚ ਜਾਣਾ ਹੈ ਇੰਡੀਆ। ਜੀ, ਜਾਨੀ ਕਿ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਪੈਸੇ ਆ ਰਹੇ ਨਾ, ਈ ਟ੍ਰਾਂਸਫਰ ਵੀ ਕਰ ਰਹੇ ਆ ਤਾਂ ਲੋਕ ਤੁਹਾਨੂੰ ਆਣ ਕੇ ਵੀ ਦੇ ਗਏ ਨਾ? ਹਾਂਜੀ ਆ ਕੇ ਵੀ ਦਿੱਤੇ ਨੇਗੇ ਮੈਨੂੰ 1500 1600 ਦੇ ਕੇ ਗਏ ਨੇਗੇ ਇੱਕ ਭਾਜੀ, ਤੇ ਬਾਕੀ ਵੀ ਆ ਰਹੇ ਨੇਗੇ। ਹਾਂਜੀ, ਬਿਲਕੁਲ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਮੇਰੀ ਹੈਲਪ ਕਰ ਰਹੇ ਨੇ। ਬਿਲਕੁਲ ਜੀ, ਹੈਲਪ ਤਾਂ ਚਲੋ ਤੁਹਾਡੀ ਜ਼ਿੰਦਗੀ ਬਚ ਜਾਵੇ, ਸਭ ਤੋਂ ਵੱਡੀ ਗੱਲ ਤੇ ਇਹ ਅਰਦਾਸਾਂ ਵੀ ਜ਼ਰੂਰ ਕਰਨ। ਅਸੀਂ ਤੇ ਇਹ ਬੇਨਤੀ ਕਰਦੇ ਹਾਂ ਵੀ ਅਰਦਾਸ ਵੀ ਜ਼ਰੂਰ ਕਰਨਾ। ਤੇ ਤੁਸੀਂ ਦੁਬਾਰਾ ਫੇਰ ਜਿਹੜੀ ਸਾਡੀ ਟੀਵੀ ਸਕਰੀਨ ਦੇ ਉੱਪਰ ਆ ਜਾਂ ਫਿਰ ਮੈਂ ਇਹ ਵੀ ਦੱਸਣਾ ਚਾਹੁੰਦਾ, ਮੈਂ ਕੱਲ ਕਿਰਨਦੀਪ ਹੋਣਾ ਦੇ ਨਾਲ ਗੱਲਬਾਤ ਕੀਤੀ। ਜਿਹੜਾ ਅਕਾਊਂਟ ਆ ਸਿਰਫ ਇਹਨਾਂ ਦੇ ਕੱਲਿਆਂ ਦੇ ਨਾਂ ਤੇ ਆ। ਕਈਆਂ ਨੇ ਸ਼ੰਕੇ ਪ੍ਰਗਟਾਏ ਸੀ ਵੀ ਇਹ ਨਾ ਹੋਵੇ ਮੁੜ ਕੇ ਬੱਚੀ ਨੂੰ ਪੈਸੇ ਨਾ ਮਿਲਣ, ਕੋਈ ਹੋਰ ਲੈ ਜਾਵੇ। ਤੇ ਮੈਂ ਕੱਲ ਇਹਨਾਂ ਨੂੰ ਪੁੱਛਿਆ ਸੀਗਾ ਵੀ ਜਿਹੜਾ ਅਕਾਊਂਟ ਆ ਸਿਰਫ ਇਹਨਾਂ ਦੇ ਨਾਂ ਤੇ ਆ, ਇਹੀ ਇਕੱਲੇ ਕਢਾ ਸਕਦੇ ਆ। ਇੰਡੀਆ ਤੋਂ ਵੀ ਜਾ ਕੇ ਕਢਾ ਸਕਦੇ ਆ ਤੇ ਤੁਸੀਂ ਇਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੇ ਪੈਸੇ ਆ ਉਹ ਜਮ੍ਹਾਂ ਕਰ ਸਕਦੇ ਹੋ, ਟ੍ਰਾਂਸਫਰ ਵੀ ਕਰ ਸਕਦੇ ਹੋ। ਜਿਨ੍ਹਾਂ ਨੇ ਦਿੱਤੇ ਨੇ ਉਹਨਾਂ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ। ਕੱਲ ਤੁਹਾਡੀ ਗੱਲ ਨਹੀਂ ਹੋਈ ਪ੍ਰੋਪਰ, ਤੁਸੀਂ ਆਏ ਕਦੋਂ ਸੀਗੇ ਕੈਨੇਡਾ ਦੇ ਵਿੱਚ? ਮੈਂ ਇੱਥੇ 2019 ਦੇ ਵਿੱਚ ਆਈ ਸੀਗੀ ਜੀ। ਉਸ ਤੋਂ ਬਾਅਦ 2 ਮਹੀਨੇ ਮੈਂ ਸਹੀ ਰਹੀ ਹਾਂ। ਉਸ ਤੋਂ ਬਾਅਦ ਮੈਂ ਪੇਟ ਦੇ ਵਿੱਚ ਮੈਨੂੰ ਇਹਨਾਂ ਨੇ ਦੱਸਿਆ ਗਿਆ ਕਿ ਤੇਰੇ ਕੈਂਸਰ ਹੈਗਾ। ਫਿਰ ਮੇਰਾ ਇੱਥੇ ਟ੍ਰੀਟਮੈਂਟ ਵੀ ਬਹੁਤ ਚੱਲਿਆ ਆ। ਫਿਰ 2020 ਦੇ ਵਿੱਚ ਫਿਰ ਮੈਂ ਬਿਮਾਰ ਹੋ ਗਈ ਹਾਂ ਤੇ ਉਸ ਤੋਂ ਬਾਅਦ ਮੇਰਾ ਰਿਕਵਰ ਨਹੀਂ ਹੋ ਪਾ ਰਿਹਾ। ਇਸ ਕਰਕੇ ਹੁਣ ਐਟ ਦਾ ਐਂਡ ਫੈਸਲਾ ਕੀਤਾ ਕਿ ਇੰਡੀਆ ਹੀ ਕਰਵਾਵਾਂਗੇ ਜੋ ਕਰਵਾਵਾਂਗੇ ਜੀ। ਹਾਂਜੀ, ਤੇ ਪਤਾ ਲੱਗਾ ਸੀਗਾ ਸ਼ਾਇਦ ਤੁਹਾਡੇ ਪਰਿਵਾਰ ਦੀ ਹਾਲਤ ਵੀ ਬੜੀ ਵਧੀਆ ਨਹੀਂ ਹੈਗੀ ਹੈ ਨਾ? ਹਾਂਜੀ। ਕੀ ਕਰਦੇ ਤੁਹਾਡੇ ਫਾਦਰ ਸਾਹਿਬ? ਉਹ ਹੁਣ ਤਾਂ ਉਹਨਾਂ ਨੇ ਪਰਚੂਨ ਦੀ ਦੁਕਾਨ ਹੈਗੀ ਉੱਤੇ ਬਠਿੰਡੇ ਜੀ। ਹਾਂਜੀ,
ਤੁਸੀਂ ਬਠਿੰਡੇ ਦੇ ਨਾਲ ਸੰਬੰਧਿਤ ਹੋ, ਕਿਉਂਕਿ ਕੱਲ ਤੁਹਾਡੀ ਆਵਾਜ਼ ਨਹੀਂ ਸੀ ਆ ਰਹੀ, ਹੁਣ ਵੀ ਜਿਹੜੀ ਨਹੀਂ ਸੀ ਆ ਰਹੀ, ਤਾਂ ਹੀ ਮੈਂ ਆਵਾਜ਼ ਤੇ ਆ ਰਹੀ ਸੀ ਪਰ ਸ਼ਾਇਦ ਉਹ ਤੁਹਾਨੂੰ ਸੁਣਦੀ ਲੇਟ ਸੀਗੀ ਜਿੱਦਾਂ। ਹਾਂਜੀ ਹਾਂਜੀ। ਤੇ ਅਖੀਰ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਦਾ? ਧੰਨਵਾਦ ਤੇ ਤੁਸੀਂ ਕਰ ਦਿੱਤਾ, ਦੁਬਾਰਾ ਫਿਰ ਅਪੀਲ ਕਰ ਦਿਓ ਵੀ ਜਿੰਨੇ ਕੁ ਜੋਗੇ ਹੈਗੇ ਆ, ਕੋਈ ਵੀ ਤਿਲਫੁਲ ਆ ਤੁਸੀਂ ਬਿਨਾਂ ਨਾਂ ਦੱਸਿਆਂ ਤੋਂ ਵੀ ਅਕਾਊਂਟ ਦੇ ਵਿੱਚ ਪਾ ਸਕਦੇ ਹੋ, ਟ੍ਰਾਂਸਫਰ ਕਰ ਸਕਦੇ ਹੋ। ਹਾਂਜੀ ਜੀ, ਤੁਹਾਡਾ ਸਾਰਿਆਂ ਦਾ ਥੈਂਕ ਯੂ ਜੋ ਕਰ ਰਹੇ ਨੇਗੇ, ਪਰ ਬਸ ਮੈਂ ਆਹੀ ਕਹਿਣਾ ਚਾਹੂੰਗੀ ਜਿੰਨਾ ਤੋਂ ਹੈਲਪ ਹੋ ਸਕਦੀ ਹੈਗੀ ਉਹਨਾਂ ਤੁਸੀਂ ਕਰੋ ਜੀ। ਤੇ ਹਾਂਜੀ, ਥੈਂਕ ਯੂ ਸੋ ਮਚ। ਧੰਨਵਾਦ ਜੀ, ਧੰਨਵਾਦ। ਬਿਲਕੁਲ ਜੀ, ਅਸੀਂ ਗੋ ਫੰਡ ਵੀ ਟਰਾਈ ਕਰਦੇ ਹਾਂ, ਤੁਹਾਡਾ ਗੋ ਫੰਡ ਜਿਹੜਾ ਬਣਾ ਕੇ ਉਹਦੇ ਥਰੂ ਤੁਸੀਂ $5, $10, $20, ਡਾਇਰੈਕਟ ਅਕਾਊਂਟ 'ਚ ਵੀ ਪਾ ਸਕਦੇ ਆ ਤੇ ਇਹਨਾਂ ਦੇ ਗੋ ਫੰਡ ਬਣਾ ਕੇ ਵੀ ਇਹਨਾਂ ਦੀ ਹੈਲਪ ਕਰ ਸਕਦੇ ਹੋ, ਕਿਉਂਕਿ ਘੱਟੋ ਘੱਟ ਇਲਾਜ ਹੀ ਕਰਾ ਸਕੇ। ਤੁਹਾਨੂੰ ਪਤਾ ਹੀ ਹੈ ਕੈਂਸਰ ਇਦਾਂ ਦੀ ਬਿਮਾਰੀ ਆ, ਉਹਦੇ ਨਾਲ ਪਰਿਵਾਰਾਂ ਦੇ ਪਰਿਵਾਰ ਜਿਹੜੇ ਉਜੜ ਜਾਂਦੇ ਆ। ਧੰਨਵਾਦ ਕਿਰਨਦੀਪ, ਅਸੀਂ ਆਸ ਕਰਦੇ ਹਾਂ ਵੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ। ਜਦੋਂ ਇੰਡੀਆ ਗਏ ਤਾਂ ਆਪਣਾ WhatsApp ਨੰਬਰ ਜਿਹੜਾ ਉੱਥੋਂ ਜ਼ਰੂਰ ਦੇ ਦਿਓ, ਤੁਹਾਡਾ WhatsApp ਤੇ ਇਹੀ ਸ਼ਾਇਦ ਚੱਲਦਾ ਰਹੂਗਾ। ਹਾਂਜੀ, ਇਹੀ ਚੱਲਦਾ ਰਹੂਗਾ। ਹਾਂਜੀ, ਤੇ ਆਸ ਕਰਦੇ ਚਲੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਦੇਵੇ। ਜ਼ਰੂਰ ਗੱਲਬਾਤ ਕਰਾਂਗੇ। ਠੀਕ ਹੈ ਜੀ, ਥੈਂਕ ਯੂ ਤੁਹਾਡਾ। ਹਾਂਜੀ ਹਾਂਜੀ ਜੀ, ਧੰਨਵਾਦ ਜੀ, ਧੰਨਵਾਦ। ਬਿਲਕੁਲ ਜੀ, ਇਸੇ ਤਰ੍ਹਾਂ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਓਪਨ ਗੱਲਬਾਤ ਹੋ ਰਹੀ ਹੈ, ਤੁਸੀਂ ਕਿਸੇ ਵੀ ਵਿਸ਼ੇ ਤੇ ਗੱਲਬਾਤ ਕਰ ਸਕਦੇ ਹੋ। ਜੋ ਕੁਝ ਘਟ ਵਾਪਰਿਆ ਆ, ਜਿਸ ਤਰ੍ਹਾਂ ਕੱਲ ਪੈਸੇ ਇਕੱਠੇ ਕੀਤੇ, ਤੁਸੀਂ ਇਸ ਨੂੰ ਕਿਸ ਤਰ੍ਹਾਂ ਸਮਝਦੇ ਹੋ ਵੀ ਇਸੇ ਤਰ੍ਹਾਂ ਹੀ ਹੋਣੇ ਚਾਹੀਦੇ, ਪਾਰਦਰਸ਼ਤਾ ਇਦਾਂ ਹੀ ਹੋਣੀ ਚਾਹੀਦੀ ਆ ਕਿ ਇਹ ਨਾ ਹੋਵੇ ਵੀ ਮੁੜ ਕੇ ਆਪਣਾ ਬਿਜ਼ਨਸ ਹੀ ਬਣਾਇਆ ਜਾਵੇ, ਆਪ ਹੀ ਪ੍ਰਾਪਰਟੀ ਬਣਾ ਲਓ, ਆਪ ਹੀ ਸਾਰਾ ਕੁਝ ਲੈ ਲਓ, ਆਪ ਹੀ ਖਾ ਲਓ। ਕਈ ਵਾਰੀ ਅਸੀਂ ਇਹ ਵੀ ਕਹਿ ਦਿੰਦੇ ਹਾਂ ਚੱਲ ਕੋਈ ਨਹੀਂ, ਜੇ $100 ਇਕੱਠਾ ਵੀ ਕਰ ਲਿਆ ਤੇ ਵਿੱਚੋਂ ਕਹਿਣਾ ਚੱਲ ਜੇ 50 ਵੀ ਲਾਏ ਆ ਜਾਂ 20 ਵੀ ਲਾਏ ਆ, ਕੁਝ ਲਾਏ ਤੇ ਹੈਗੇ ਆ, ਪਰ ਇਹ ਕਿੱਥੇ ਲਿਖਿਆ ਵੀ ਜੇ 100 ਇਕੱਠਾ ਕੀਤਾ 100 ਦਾ 100 ਕਿਉਂ ਨਹੀਂ ਗਾਹ ਦਿੱਤਾ ਜਾਂਦਾ। ਇਸੇ ਕਰਕੇ ਅਸੀਂ ਇਹਨਾਂ ਗੱਲਾਂ ਤੋਂ ਬਹੁਤ ਦੂਰ ਰਹਿੰਦੇ ਆ। ਜਿਸ ਤਰ੍ਹਾਂ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਆ, ਜਿਹੜੇ ਸ਼ਹੀਦ ਪਰਿਵਾਰਾਂ ਲਈ ਵੀ ਪੈਸੇ ਇਕੱਠੇ ਕਰਦੇ ਆ, ਤੇ PTN 24 ਦਾ ਉਹਨਾਂ ਪੈਸਿਆਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਅਸੀਂ ਕਿਸੇ ਬੰਦੇ ਦੇ ਕੋਲੋਂ ਪੈਸੇ ਫੜਦੇ ਨਹੀਂ ਗੇ, ਤੇ ਨਾ ਹੀ ਅਸੀਂ ਕਿਸੇ ਨੂੰ ਕਹਿੰਦੇ ਆ ਵੀ ਸਾਨੂੰ ਆਣ ਕੇ ਪੈਸੇ ਦੇ ਕੇ ਜਾਓ। ਡਾਇਰੈਕਟ ਉਹਨਾਂ ਪਰਿਵਾਰਾਂ ਤੱਕ ਪਹੁੰਚਾਏ ਜਾਣ, ਉਸ ਸੰਸਥਾ ਤੱਕ ਪਹੁੰਚਾਏ ਜਾਣ। ਉਹ ਜਿਹੜਾ ਤੁਹਾਡਾ ਦਿੱਤਾ ਹੋਇਆ ਇੱਕ ਮਿਹਨਤ ਦੀ ਕਮਾਈ ਆ, ਉਹ ਹਰੇਕ ਦੇ ਉੱਥੋਂ ਦੇ ਘਰ ਤੱਕ ਪਹੁੰਚੇ ਜੀ, ਜਿੱਥੇ ਪਹੁੰਚਣੀ ਚਾਹੀਦੀ ਆ। ਇਹ ਆਪਾਂ ਤੁਹਾਡੇ ਵਿਚਾਰ ਲਵਾਂਗੇ ਜੀ। ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ। ਸਿਆਸਤ ਨੂੰ ਲੈ ਕੇ ਵੀ ਗੱਲਾਂ ਬਾਤਾਂ ਕੀਤੀਆਂ ਜਾ ਸਕਦੀਆਂ, ਕਿਸਾਨਾਂ ਦਾ ਸੰਘਰਸ਼ ਕਿੱਦਾਂ ਚੱਲ ਰਿਹਾ ਆ, ਸਾਡੇ ਟਰੱਕਰ ਵੀਰਾਂ ਨੂੰ ਲੈ ਕੇ ਵੀ ਗੱਲਬਾਤ ਕੀਤੀ ਜਾ ਸਕਦੀ ਆ। ਕੋਈ ਵੀ ਤੁਹਾਡਾ ਓਪਨ ਟਾਕ ਸ਼ੋ ਆ ਜੀ, ਤੁਹਾਡੇ ਓਪਨ ਵਿਚਾਰ ਆ। ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਅਸੀਂ ਤੁਹਾਡੀਆਂ ਕਾਲਾਂ ਖੋਲ ਦਿੱਤੀਆਂ ਜੀ, ਤੁਸੀਂ ਕਾਲਾਂ ਕਰ ਸਕਦੇ ਹੋ 905 405 0002 ਤੇ 905 867 2770 ਤੇ ਟੀਵੀ ਤੇ ਸਕਰੀਨ ਤੇ ਨੰਬਰ ਆ ਰਹੇ ਆ। ਇੱਕ ਕਮਰਸ਼ੀਅਲ ਬ੍ਰੇਕ ਤੋਂ ਗਏ ਤੇ ਆਏ, ਆਪਾਂ ਹੁਣੇ ਗਏ ਤੇ ਹੁਣੇ ਆਏ। ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 416 731 7710 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ, ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ, ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ, ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। क्यों भाई सुखी, क्यों हो इन्ने दुखी? डॉक्टर की आखा मेरे पति दा परफॉर्मेंस हुन टोटली दुखी, ਉਹ ਵੀ ਪਰੇਸ਼ਾਨ ਤੇ ਮੈਂ ਵੀ। पर इस विच की शर्माना, बहुत सारे मर्दां दी ये है रेगुलर डुक डुक मतलब प्रॉब्लम। पर हुण गुड न्यूज़, मर्दां दी कमजोरी दे लई हुण डॉक्टर दी जरूरत नहीं। अच्छा, ਉਹ ਕਿਵੇਂ? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नू दूर करदा है, ते वो भी जस्ट 4 दिनां विच। फुल परफॉर्मेंस और सच? थैंक यू डॉक्टर बॉब। डुक डुक दौड़ाओ, एनर्जेक्स खाओ। Call SBM 1888 732 9935 1888 732 9935।
ਮੈਂ ਨਾ ਜੀ ਸੁਪਨੇ 'ਚ ਦੇਖਿਆ ਕਿ ਮੇਰਾ ਘਰ ਬੜਾ ਆਲੀਸ਼ਾਨ, ਬੜਾ ਵੱਡਾ ਤੇ ਬੜਾ ਸੋਹਣਾ ਹੈ। ਬਸ ਸੁਪਨਾ ਇਹ ਤਾਂ ਸੱਚ ਹੋਊ ਕਮਲੀਏ। ਬਸ ਸਰਬਲੋ ਡਿਜ਼ਾਈਨ ਐਂਡ ਬਿਲਡ ਲਿਮਟਿਡ ਵਾਲਿਆਂ ਨੂੰ ਫੋਨ ਕਰ। ਜੀ ਹਾਂ, ਜੇ ਤੁਸੀਂ ਵੀ ਲਗਜ਼ਰੀ ਕਾਰ, ਛੋਟਾ ਜਾਂ ਵੱਡਾ ਨਵਾਂ ਘਰ ਲੈਣਾ ਚਾਹੁੰਦੇ ਹੋ ਜਾਂ ਫਿਰ ਪੁਰਾਣਾ ਘਰ ਢਾ ਕੇ ਨਵਾਂ ਬਣਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਮਿਲੋ ਸਰਬਲੋ ਡਿਜ਼ਾਈਨ ਐਂਡ ਬਿਲਡਿੰਗ ਵਾਲੇ ਕੁਲਵਿੰਦਰ ਪੱਤੜ ਜੀ ਨੂੰ। ਇਹਨਾਂ ਕੋਲ 15 ਸਾਲ ਦਾ ਤਜਰਬਾ ਹੈ ਤੇ ਹਾਂ, ਤੁਸੀਂ 20,000 ਸਕੁਅਰ ਫੁੱਟ ਦਾ ਘਰ ਵੀ ਬਣਵਾ ਸਕਦੇ ਹੋ। ਲਗਜ਼ਰੀ ਹੋਮ ਤੁਹਾਡੇ ਬਜਟ ਵਿੱਚ। ਕਾਲ ਕੁਲਵਿੰਦਰ ਪੱਤੜ 4168410478 416 841 0478। ਓ ਮੈਨੂੰ ਰੱਖ ਲੈ ਕਲੀਨਰ ਯਾਰਾ ਓਏ ਲੰਬਿਆਂ ਰੂਟਾਂ ਤੇ। ਜਦੋਂ ਮੈਂ ਸੇਫਐਕਸ ਟਰਾਂਸਪੋਰਟ ਨਾਲ ਨਹੀਂ ਜੁੜਿਆ ਸੀ ਉਦੋਂ ਇਹੀ ਹਾਲ ਸੀ, ਪਰ ਹੁਣ ਤਾਂ ਸ਼ਾਨ ਨਾਲ ਡਰਾਈਵਰੀ ਕਰੀਦੀ ਹੈ। ਜੀ ਹਾਂ, ਸੇਫਐਕਸ ਟਰਾਂਸਪੋਰਟ ਜਿਸ ਨੂੰ ਕਿਊਬਿਕ ਵਿੱਚ ਨੰਬਰ 1 ਤੇ ਕੈਨੇਡਾ ਵਿੱਚ ਦੂਜੇ ਨੰਬਰ ਤੇ ਹੋਣ ਦਾ ਮਾਣ ਹਾਸਲ ਹੈ। ਹਾਈਐਸਟ ਗ੍ਰੋਥ ਅਕ੍ਰੋਸ ਦ ਵਰਲਡ। ਸੇਫਐਕਸ ਨੇ ਹੁਣ ਮੌਂਟਰੀਅਲ ਤੇ ਬੋਲਟਨ ਓਨਟਾਰੀਓ ਵਿੱਚ ਨਵੇਂ ਟਰਮੀਨਲ ਸ਼ੁਰੂ ਕੀਤੇ ਨੇ ਤੇ ਇਹਨਾਂ ਨੂੰ ਯੂਐਸਏ ਦੇ ਲਈ ਡਰਾਈਵਰ ਤੇ ਓਨਰ ਆਪਰੇਟਰ ਦੀ ਲੋੜ ਹੈ। ਵਧੀਆ ਪੇ ਵੀ ਮਿਲੇਗੀ। ਹੁਣੇ ਕਾਲ ਕਰੋ ਰਮਿੰਦਰਦੀਪ ਜਾਂ ਅਮਨਦੀਪ ਨੂੰ 5146250025 514 625 0025 ਜਾਂ ਫਿਰ 5148870025 514 887 0025। ਇਮੀਗ੍ਰੇਸ਼ਨ ਦੇ ਮਸਲਿਆਂ ਨੂੰ ਹਲਕੇ ਵਿੱਚ ਲੈਣਾ ਮਹਿੰਗਾ ਪੈ ਸਕਦਾ ਹੈ, ਪਰ ਸੋਚ ਸਮਝ ਕੇ ਲਿਆ ਹੋਇਆ ਫੈਸਲਾ ਤੁਹਾਡੀ ਜ਼ਿੰਦਗੀ ਨੂੰ ਸਵਾਰ ਸਕਦਾ ਹੈ। ਇਸੇ ਲਈ ਡਿਲਾਈਟ ਇਮੀਗ੍ਰੇਸ਼ਨ ਦੇ ਨਵਜੋਤ ਗਿੱਲ ਹਾਜ਼ਰ ਨੇ ਤੁਹਾਡੀ ਸੇਵਾ 'ਚ। ਸਟੱਡੀ ਪਰਮਿਟ, ਸਟੂਡੈਂਟ ਵੀਜ਼ਾ, ਵਿਜ਼ਿਟਰ ਸੁਪਰ ਵੀਜ਼ਾ, LMI ਫੈਮਿਲੀ ਕੇਸ, ਪੇਰੈਂਟ ਸਪਾਂਸਰਸ਼ਿਪ ਤੇ ਰਿਫਿਊਜੀਜ਼ ਅਪੀਲਸ ਵੀ ਐਕਸੈਪਟ ਕਰਦੇ ਨੇ। ਕਾਲ ਨਵਜੋਤ ਗਿੱਲ 6478643719 647 864 3719। ਐਡਰੈਸ 350 ਰਦਰਫੋਰਡ ਰੋਡ, ਸਾਊਥ ਬ੍ਰੈਂਪਟਨ, ਯੂਨਿਟ 223। ਸੋਫਾ ਸਟੂਡੀਓ 'ਚ ਘਰ ਦੇ ਵਿੱਚ ਵਧੀਆ ਸੋਫਾ ਪਵਾਉਣਾ ਚਾਹੁੰਦੇ ਹੋ, ਭਾਵੇਂ ਲੈਦਰ ਦਾ ਹੋਵੇ ਜਾਂ ਕੱਪੜੇ ਦਾ ਹੋਵੇ, ਜਿਸ ਤਰ੍ਹਾਂ ਦਾ ਚਾਹੋਗੇ ਉਸ ਤਰ੍ਹਾਂ ਦਾ ਸੋਫਾ ਤਿਆਰ ਕਰਕੇ ਤੁਹਾਡੇ ਘਰੇ ਡਿਲੀਵਰ ਕੀਤਾ ਜਾਵੇਗਾ। ਸਗਨਦੀਪ ਨੂੰ ਕਾਲ ਕਰ ਸਕਦੇ ਹੋ 905 799 8877 9057998877। ਸੋਫਾ ਸਟੂਡੀਓ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਤੇ ਕਾਲਾਂ ਜਿਹੜੀਆਂ ਤੁਹਾਡੇ ਲਈ ਖੋਲ ਦਿੱਤੀਆਂ ਜੀ, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ। 1 ਬਾਈ 1 ਜਿਹੜੀ ਆਪਾਂ ਕਾਲ ਆਨ 에ਅਰ ਕਰਾਂਗੇ ਤੇ 3 ਲਾਈਨਾਂ ਖਾਲੀ ਹੈ, ਤੁਸੀਂ ਰਾਈਟ ਵੇ ਕਾਲ ਕਰ ਸਕਦੇ ਹੋ ਜੀ। ਪਹਿਲ ਦੇ ਆਧਾਰ ਤੇ ਤੁਹਾਡੀ ਨਾਲ ਹੀ ਗੱਲਬਾਤ ਕੀਤੀ ਜਾਊਗੀ। ਤੇ ਜਿਹੜੀ ਕੈਨੇਡਾ ਦੇ ਵਿੱਚ ਜਿਹੜੀ 3rd ਵੇਵ ਦੁਆਰਾ ਫੇਰ ਸ਼ੁਰੂ ਹੋ ਗਈ ਹੈ ਜੀ, ਸਰਕਾਰ ਨੇ ਵੀ ਕਹਿ ਦਿੱਤਾ ਜੀ, ਡਾਕਟਰ ਵਿਲੀਅਮ ਨੇ ਵੀ ਕਹਿ ਦਿੱਤਾ ਆ। ਤੇ ਕਿਹੜਾ ਬੰਦਾ ਇਹਦੇ ਕਿਹਦੀ ਗਲਤੀ ਆ, ਇਹਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ। ਤੁਹਾਨੂੰ ਕਹਿੰਦਾ ਓਪਨ ਟਾਕ ਸ਼ੋ ਹੈ ਜੀ, ਕਿਸੇ ਵੀ ਵਿਸ਼ੇ ਤੇ ਗੱਲ ਕਰ ਸਕਦੇ ਹੋ। ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਚੱਲਦੇ ਜੀ ਆਪਣੇ ਨਾਲ ਭਾਈ ਦਲਬੀਰ ਸਿੰਘ ਨਿੱਜਰ ਹੁਣੀ ਜੁੜ ਚੁੱਕੇ ਆ। ਹਾਂਜੀ ਵੀਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਹੈਲੋ ਸੁਖਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਆਪ ਜੀ ਨੂੰ ਤੇ ਸਾਰੇ ਸਮੂਹ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ, ਪਹਿਲੀ ਗੱਲ ਤਾਂ ਜਿਹੜਾ ਆਪਾਂ ਕੱਲ ਉਹ ਬੱਚੀ ਦਾ ਪਰਸੋਂ ਮੈਨੂੰ ਰਾਤ ਨੂੰ ਖੜੇ ਪਰ ਫੋਨ ਆਇਆ ਸੀ ਤੇ ਆਪਾਂ ਕਰੀ ਆਪਣੇ ਸਰੋਤਿਆਂ ਨੇ ਜਿਹੜੀ ਹੈਲਪ ਕੀਤੀ ਹੈ ਬੱਚੀ ਦੀ। ਤੇ ਕੱਲ ਸਾਰੀ ਦਿਹਾੜੀ ਮੈਂ ਬਿਜੀ ਰਿਹਾ, ਬਹੁਤ ਪਰਸਨਲੀ ਵੀ ਜਿਹਨਾਂ ਨੇ ਸੁਣਿਆ ਇੱਥੇ ਕਾਲ ਨਹੀਂ ਸੀ ਕੀਤੀ, ਉਹਨਾਂ ਫੋਨ ਕੀਤਾ ਤੇ ਆਪਾਂ ਬੱਚੀ ਦਾ ਸਿੱਧਾ ਹੀ ਈਮੇਲ ਟ੍ਰਾਂਸਫਰ ਤੇ ਉਹਦਾ ਡਾਇਰੈਕਟ ਅਕਾਊਂਟ ਦਿੱਤਾ ਸੀ ਜੀ। ਤੇ ਉਹ ਬੱਚੀ ਦੇ ਅਕਾਊਂਟ 'ਚ ਡਾਇਰੈਕਟ ਸਾਰੇ ਪੈਸੇ ਗਏ ਆ। ਤੇ ਮਨ ਨੂੰ ਵੀ ਖੁਸ਼ੀ ਆ ਵੀ ਜੇ ਅਸੀਂ ਆਪਣੇ ਮੀਡੀਆ ਸਾਡੇ ਕੋਲ ਹੈਗਾ ਤਾਂ ਅਸੀਂ ਕਿਸੇ ਚੰਗੇ ਕਾਜ਼ ਲਈ ਕਿਸੇ ਥੋੜਾ ਜਿਹਾ ਅਸੀਂ ਹਿੱਸਾ ਪਾਇਆ। ਤੇ ਬਾਕੀ ਸਰੋਤਿਆਂ ਦਾ ਜਿਹੜੇ ਸੁਣਦੇ ਬਹੁਤ ਬਹੁਤ ਧੰਨਵਾਦ ਹੈ ਜੀ। ਏਦਾਂ ਦਾ ਜਿਹੜਾ ਕੋਈ ਦੁਖੀ ਬੱਚਾ ਜਾਂ ਦੁਖੀ ਪਰਿਵਾਰ ਹੁੰਦਾ ਹੈ, ਸਾਨੂੰ ਵੱਧ ਚੜ ਕੇ ਜ਼ਰੂਰ ਹੈਲਪ ਕਰਨੀ ਚਾਹੀਦੀ ਹੈ ਜੀ। ਜਿਵੇਂ ਤੁਸੀਂ ਗੱਲ ਬਿਲਕੁਲ ਸਹੀ ਕਿਹਾ ਸੀ, ਇਹ ਤੇ ਵੀ ਅਸੀਂ ਕਿਤੇ 4 ਜਾਣੇ ਬਹਿੰਦੇ ਆ ਤੇ ਅਸੀਂ $100-200 ਖਰਚ ਲੱਗੇ ਦੇ ਦੇਣੀ, ਚਾਹੇ ਮੈਕਡੋਨਲਡ ਹੋਇਆ, ਟਿਮ ਹਾਰਟਨ ਹੋਇਆ, ਹੋਰ ਵੀ ਆਪਾਂ ਖਰਚੇ ਕਈ ਵਾਰੀ ਕਰਦੇ ਆ ਜੀ। ਤੇ ਉਹਦੇ ਵਿੱਚੋਂ ਹੀ ਥੋੜਾ ਜਿਹਾ ਕਰਕੇ ਤੇ ਸਾਨੂੰ ਜ਼ਰੂਰ ਜਿਹੜੀ ਸਹੀ ਥਾਂ ਦੇ ਵਿੱਚ ਸੇਵਾ ਜਾਂਦੀ ਹੈ ਪਤਾ, ਸਾਨੂੰ ਉੱਥੇ ਜ਼ਰੂਰ ਮਦਦ ਕਰਨੀ ਚਾਹੀਦੀ। ਹਾਂ ਬਿਲਕੁਲ ਜੀ। ਆਪਾਂ ਕੱਲ ਇਹ ਵੀ ਪਤਾ ਕਰ ਲਿਆ ਸੀਗਾ ਵੀ ਜਿਹੜਾ ਅਕਾਊਂਟ ਆ ਸਿਰਫ ਉਸੇ ਬੱਚੀ ਦੇ ਨਾਂ ਤੇ ਹੀ ਆ, ਉਹਨੂੰ ਕੋਈ ਕਢਾ ਨਹੀਂ ਸਕਦਾ। ਈ ਟ੍ਰਾਂਸਫਰ ਵੀ ਉਹਦੀ ਆ ਤੇ ਉਹ ਖੁਦ ਹੀ ਕਢਾ ਲੂਗੀ। ਸੈਕੰਡ ਆਪਾਂ ਇਹ ਟਰਾਈ ਕੀਤੀ ਸੀ ਵੀ ਪੈਸੇ ਜਿਹੜੇ ਆ ਉਹ ਆਪ ਨਾ ਲਏ ਜਾਣ, ਡਾਇਰੈਕਟ ਉਹਦੇ ਅਕਾਊਂਟ 'ਚ ਪਾਏ ਜਾਣ। ਕਿਸੇ ਕੋਲੋਂ ਵੀ ਆਪਾਂ ਪੈਸਾ ਕਲੈਕਟ ਨਹੀਂ ਕੀਤਾ। ਅਰਦਾਸ ਸਾਰਿਆਂ ਨੂੰ ਬੇਨਤੀ ਕੀਤੀ ਵੀ ਪੈਸੇ ਸਿੱਧੇ ਉਹਦੇ ਅਕਾਊਂਟ 'ਚ ਪਾਏ ਜਾਣ। ਉਹਨੇ ਜੀ ਮੈਨੂੰ ਬੱਚੀ ਨੇ ਆਪਣੇ ਪਾਪਾ ਦਾ ਵੀ ਇੰਡੀਆ ਦਾ ਨੰਬਰ ਤੇ ਸਿਸਟਰ ਦਾ ਵੀ ਨੰਬਰ ਦਿੱਤਾ ਮੈਨੂੰ। ਮੇਰੀ ਬਾਅਦ 'ਚ ਵੀ ਗੱਲ ਹੋਈ ਸੀ ਤੇ ਕਿਉਂਕਿ ਉਹ ਅਸਲ 'ਚ ਮੈਰਿਜ ਕਰਕੇ ਆਏ ਸੀ ਤੇ ਉਹਦਾ ਹਸਬੈਂਡ ਆ ਗਿਆ ਸੀ, ਜਿੱਦਾਂ ਤੁਹਾਨੂੰ ਪਤਾ ਸਟੂਡੈਂਟ ਨਾਲ ਸਪੋਜ਼ ਆ ਜਾਂਦੇ ਆ। ਬਿਲਕੁਲ ਜੀ। ਤੇ ਮੈਂ ਪੁੱਛਿਆ ਸੀ ਵੀ ਪੈਸੇ ਤੈਨੂੰ ਜਾਣੇ ਚਾਹੀਦੇ ਕਿ ਤੂੰ ਪਿੱਛੇ ਜਾ ਰਹੀ ਆ ਤੇ ਤੈਨੂੰ ਹਲੇ ਤੂੰ ਬਿਮਾਰੀ ਸਟਿਲ ਹਲੇ ਮਾਂ-ਬਾਪ ਨੇ ਇਲਾਜ ਕਰਾਉਣਾ ਟਰਾਈ ਹੁੰਦੀ ਆ, ਪਰ ਇੱਥੇ ਡਾਕਟਰ ਨੇ ਕਿਹਾ ਸੀ ਵੀ ਜਵਾਬ ਦਿੱਤਾ ਆ ਜੀ।
ਫੇਰ ਵੀ ਸਲੂਟ ਹੈ ਬੱਚੀ ਨੂੰ। ਮੈਂ ਜਦੋਂ ਵੀ ਗੱਲ ਕਰਦਾ ਸੁਖਵਿੰਦਰ ਸਿੰਘ, ਇੰਨਾ ਹੌਸਲਾ ਉਹਦਾ, ਹਾਂਜੀ ਬਹੁਤ ਜ਼ਿਆਦਾ ਹੌਸਲਾ। ਹੁਣੇ ਕੀਤੀ ਜੀ ਔਨ 에ਅਰ, ਸ਼ਾਇਦ ਤੁਸੀਂ ਸੁਣੀ ਕਿ ਨਹੀਂ ਸੁਣੀ, ਹੁਣੇ ਆਈ ਸੀ। ਉਹ ਇਦਾਂ ਲੱਗਦੀ ਵੀ ਜਿੱਦਾਂ ਬਹੁਤ ਵਧੀਆ ਆਵਾਜ਼ ਆ, ਬੜੀ ਹੌਸਲੇ ਦੇ ਵਿੱਚ ਆ। ਬਿਲਕੁਲ ਬਿਲਕੁਲ, ਮੈਂ ਤਾਂ ਹੈਰਾਨਗੀ, ਬੰਦਾ ਉਦਾਂ ਹੀ ਟੁੱਟ ਜਾਂਦਾ ਜਦੋਂ ਪਤਾ ਲੱਗਦਾ ਵੀ ਮੇਰੀ ਜ਼ਿੰਦਗੀ ਹੈ ਨੀ ਹੈ ਨਾ। ਬਿਲਕੁਲ ਜੀ। ਪਰ ਉਹਦੇ ਕੋਈ ਮਨ ਦੇ ਵਿੱਚ ਇਦਾਂ ਦਾ ਨਹੀਂ ਡਰ ਪਿਆ ਵੀ ਹਾਂ ਮੈਂ ਇਸ ਦੁਨੀਆ ਤੋਂ ਜਾ ਰਹੀ ਹਾਂ ਜੀ। ਤੇ ਮੈਂ ਵੀ ਬੇਨਤੀ ਵੀ ਕਰਦਾ ਜੀ ਇਹ, ਤੇ ਜੇ ਉਹ ਸੁਣਦੇ ਵੀ ਹੁਣ ਜਾਂ ਉਹਦਾ ਹਸਬੈਂਡ ਵੀ ਸੁਣਦਾ ਹੋਵੇ, ਵੀ ਜਿਹੜੇ ਅਸੀਂ ਇਹ ਲੋਕਾਂ ਨੇ ਸਾਰਾ ਪੈਸਾ ਦਿੱਤਾ, ਉਹ ਬੱਚੀ ਦੀ ਹਮਦਰਦੀ ਦੀ, ਔਰ ਬੱਚੀ ਦੀ ਪਿੱਛੇ ਪੇਰੈਂਟਸ ਨੇ ਵੀ ਪੈਸੇ ਚੱਕ ਕੇ ਭੇਜਿਆ ਹੁੰਦਾ ਆਮ ਤੌਰ ਤੇ ਮਿਡ ਤਬਕੇ ਦੇ ਵਿੱਚੋਂ, ਪਰਿਵਾਰ ਦੇ ਵਿੱਚੋਂ ਆ ਵਿਚਾਰੀ ਹੈ ਨਾ। ਜੀ ਜੀ ਜੀ। ਵੀ ਜਿਹੜਾ ਬੱਚਾ ਇੱਥੇ ਰਹਿ ਜਾਣਾ, ਉਹਦਾ ਹਸਬੈਂਡ ਉਹਨੇ ਤਾਂ ਪੈਸੇ ਕਮਾ ਲੈਣੇ ਆ ਇੱਥੇ ਰਹਿ ਕੇ, ਜੀ ਠੀਕ ਹੈ ਜੀ, ਘਾਟੇ ਵਾਦੇ ਪੂਰੇ ਹੋ ਜਾਣੇ। ਇਹ ਅਸ ਬੱਚੀ ਦੀ ਸਪੋਰਟ ਆ, ਤੇ ਬੱਚੀ ਕਹਿੰਦੀ ਵੀ ਮੇਰਾ ਹੀ ਅਕਾਊਂਟ ਹੈ, ਇਹਨੂੰ ਕੋਈ ਛੇੜ ਨਹੀਂ ਸਕਦਾ। ਤਾਂ ਅਸੀਂ ਫਿਰ ਵੀ ਜੇ ਉਹ ਬੱਚਾ ਸੁਣਦਾ ਤਾਂ ਬੇਨਤੀ ਕਰਦੇ ਆ, ਭਾਈ ਇਹ ਪੈਸੇ ਅਸੀਂ ਬੱਚੀ ਨੂੰ ਦਿੱਤੇ ਆ ਤੇ ਬੱਚੀ ਦੇ ਹੀ ਨਾਲ ਜਾਣੇ ਚਾਹੀਦੇ, ਇੰਡੀਆ ਬੱਚੀ ਦੀ ਹੀ ਹੈਲਪ ਹੋਣੀ ਚਾਹੀਦੀ। ਹਾਂ ਬਿਲਕੁਲ ਜੀ। ਵੈਸੇ ਆਪਾਂ ਪੁੱਛ ਲਿਆ ਸੀ, ਮੈਂ ਹੁਣ ਔਨ ਦੀ 에ਅਰ ਵੀ ਪੁੱਛਿਆ ਵੀ ਉਹ ਕਹਿੰਦੀ ਮੇਰਾ ਹੀ ਅਕਾਊਂਟ ਆ, ਮੇਰਾ ਹੀ ਟ੍ਰਾਂਸਫਰ ਆ। ਤੇ ਮੈਂ ਵੀ ਪੁੱਛ ਲਿਆ ਸੀ, ਪਰ ਫਿਰ ਵੀ ਕਿਉਂਕਿ ਮੈਂ ਤਾਂ ਬੋਲ ਰਿਹਾ ਕਿਉਂਕਿ ਕਈ ਵਾਰੀ ਜਿਹੜਿਆਂ ਨੇ ਡੋਨੇਸ਼ਨ ਦਿੱਤੀ ਆ, ਦਾਨ ਦਿੱਤਾ, ਉਹਨਾਂ ਦੇ ਮਨ 'ਚ ਸ਼ੰਕਾ ਹੁੰਦਾ ਹੈ। ਹਾਂਜੀ ਹਾਂਜੀ। ਤੋ ਇਸ ਕਰਕੇ ਆ ਵੀ ਜੇ ਹੱਲੇ ਵੀ ਤੁਸੀਂ ਉਹਦਾ ਬੱਚੀ ਦਾ ਅਕਾਊਂਟ ਜਾਂ ਟ੍ਰਾਂਸਫਰ ਦਿਖਾ ਦਿਓ ਸਕਰੀਨ ਤੇ, ਤੇ ਕੋਈ ਵੀ ਸਾਡਾ ਮਦਦ ਕਰਨਾ ਚਾਹੁੰਦਾ ਹੈ, ਕੋਈ ਭੈਣ ਭਰਾ ਬੱਚਾ, ਤੇ ਉਹ ਜ਼ਰੂਰ ਮਦਦ ਕਰੇ ਬੱਚੀ ਦੀ। ਬਿਲਕੁਲ ਉਹਨੂੰ ਬਹੁਤ ਜ਼ਿਆਦਾ ਲੋੜ ਆ ਇਸ ਵੇਲੇ, ਕਿਉਂਕਿ ਇੰਡੀਆ ਨੂੰ ਜਾ ਰਹੀ ਹੈ ਤਾਂ ਉੱਥੇ ਵੀ ਤੁਹਾਨੂੰ ਪਤਾ ਵੀ ਖਰਚੇ ਬਹੁਤ ਜ਼ਿਆਦਾ ਨੇ, ਹਨਾ। ਹਾਂ ਬਿਲਕੁਲ ਜੀ। ਜਿਹੜੀ PTN 24 ਦੀ ਫੇਸਬੁੱਕ ਤੇ ਵੀ, ਤੇ ਨਾਲ ਜਿਹੜਾ TV ਦੀ ਸਕਰੀਨ ਦੇ ਉੱਤੇ ਵੀ ਉਹ ਜਿਹੜਾ ਉਹਦਾ ਅਕਾਊਂਟ ਨੰਬਰ ਆ ਤੇ ਟ੍ਰਾਂਸਫਰ ਚੱਲ ਰਿਹਾ ਨਾਲੋਂ ਨਾਲ। ਤਾਂ ਮੈਂ ਬੋਲ ਵੀ ਦਿੰਦਾ ਜੀ ਇੱਕ ਵਾਰੀ ਜ਼ਰੂਰ, ਜਿਹੜਾ ਉਹਦਾ ਟ੍ਰਾਂਸਫਰ ਆ ਉਹ ਹੈਗਾ ਜੀ ਸਿੱਧੂ ਕਿਰਨ SIDHU ਸਿੱਧੂ KIRAN ਕਿਰਨ 744@gmail.com। ਤੇ ਉਹਦਾ ਨਾਮ ਪਾਉਣਾ ਪੈਣਾ ਜੀ ਕਿਰਨਦੀਪ ਨਾਲ, ਕੇ ਦੀਪ ਵੀ ਸ਼ਾਇਦ ਕੇ ਕੌਰ ਵੀ ਆਉਂਦਾ ਆ ਜਦੋਂ ਤੁਸੀਂ ਟ੍ਰਾਂਸਫਰ ਕਰਦੇ ਹੋ। ਤਾਂ ਉਹਦਾ ਜਿਹੜਾ ਅਕਾਊਂਟ ਨੰਬਰ ਆ ਉਹ ਹੈਗਾ ਜੀ ਨੋਵਾ ਸਕੂਚੀਆ ਬੈਂਕ ਆ ਜੀ, ਤੇ 255-0725 255-0725 ਅਕਾਊਂਟ ਨੰਬਰ ਆ। ਤੇ ਟ੍ਰਾਂਜ਼ਿਟ ਨੰਬਰ ਹੈਗਾ ਜੀ 90001 ਆ ਜਿਹੜੀ, ਇਹ ਉਹਦਾ ਬ੍ਰਾਂਚ ਨੰਬਰ ਹੈ ਜੀ। ਤੁਸੀਂ ਟ੍ਰਾਂਸਫਰ ਕਰ ਸਕਦੇ ਹੋ, 5, 10, 20 ਡਾਲਰ ਜਿੰਨੇ ਵੀ ਆ ਤੁਸੀਂ ਸ਼ਰਧਾ ਅਨੁਸਾਰ, ਕਿਉਂਕਿ ਕਈ ਵਾਰੀ ਵੀਰ ਜਿਹੜੇ ਸਾਡੇ ਫੋਨ ਨਹੀਂ ਕਰ ਸਕਦੇ ਤੇ ਉਹ ਇਸ ਤਰ੍ਹਾਂ ਟ੍ਰਾਂਸਫਰ ਕਰਦੇ। ਧੰਨਵਾਦ ਵੀਰ ਜੀ ਤੁਹਾਡਾ ਬਹੁਤ ਬਹੁਤ। ਸੁਖਿੰਦਰ, ਫੇਰ ਵੀ ਕਿਸੇ ਨੇ ਕੋਈ ਕਈ ਵਾਰੀ 에ਅਰ ਤੇ ਨਹੀਂ ਫੋਨ ਕਰਦਾ ਤੇ ਬੇਸ਼ੱਕ ਦੀ ਮੇਰਾ ਨੰਬਰ ਦੇ ਦਿਓ, ਆਪਾਂ ਫੋਨ ਆਨਸਰ ਕਰਾਂਗੇ। ਤੇ ਜ਼ਰੂਰ ਜੇ ਕੋਈ ਮਦਦ ਕਰਨੀ ਚਾਹੁੰਦਾ ਤੇ ਆਪਾਂ ਦੀ ਹੈਲਪ ਕਰਾਂਗੇ। ਮੇਰੇ ਕੋਲ ਬੱਚੀ ਦਾ ਟ੍ਰਾਂਸਫਰ ਤੇ ਅਕਾਊਂਟ ਸਾਰਾ ਕੁਝ ਹੈਗਾ, ਸਾਰੀ ਜਾਣਕਾਰੀ ਹੈ। ਬਿਲਕੁਲ ਜੀ। ਭਾਈ ਦਲਬੀਰ ਸਿੰਘ ਨਿੱਜਰ ਹੋਣਾ ਦਾ ਨੰਬਰ ਹੈ ਜੀ 647 964 29 29 647 964 2929। ਤੁਸੀਂ ਆਫ ਦੀ 에ਅਰ ਵੀ ਮੇਰੇ ਕੋਲੋਂ ਵੀ ਕਾਲ ਕਰਕੇ ਨੰਬਰ ਲੈ ਸਕਦੇ ਹੋ। ਧੰਨਵਾਦ ਵੀਰ ਜੀ। ਇਹ ਧੰਨਵਾਦ ਫਿਰ ਵੀਰ ਜੀ ਸਾਰੇ ਸਰੋਤਿਆਂ ਦਾ। ਕੱਲ ਸ਼ਾਰਟ ਟਾਈਮ ਚ ਆਪਾਂ ਕੀਤਾ ਸੀ ਤੇ ਉਮੀਦ ਨਾਲੋਂ ਵੱਧ ਜਿਹੜਾ ਸੰਗਤਾਂ ਨੇ ਸਹਿਯੋਗ ਦਿੱਤਾ, ਉਮੀਦ ਨਾਲੋਂ ਵੱਧ। ਬਿਲਕੁਲ ਜੀ। ਇਹ ਪਿਆਰ ਆਪਣੇ ਸਰੋਤਿਆਂ ਦਾ, ਜਿਹੜੇ ਇੰਨਾ ਵਿਸ਼ਵਾਸ ਕਰਦੇ, ਇੰਨਾ ਪਿਆਰ ਕਰਦੇ ਆ, ਤੇ ਸੈਕੰਡ ਆਪਾਂ ਵੀ ਉਹਨਾਂ ਦੇ ਪਿਆਰ ਤੇ ਪੂਰੇ ਖਰੇ ਉਤਰੇ ਆ ਜੀ। ਹਮੇਸ਼ਾ ਹੀ ਇਸ ਚੀਜ਼ ਤੋਂ ਜਿਹੜੀ ਆ ਮਾਇਆ ਤੋਂ ਬਿਨਾਂ ਸਰਦਾ ਨਹੀਂਗਾ, ਪਰ ਇਹਨੂੰ ਸਿਰਫ ਲੋੜ ਲਈ ਵਰਤਣਾ ਚਾਹੀਦਾ। ਜਿਹੜੇ ਇਹਨੂੰ ਗਲਤ ਢੰਗ ਨਾਲ ਵਰਤਦੇ, ਕਹਿੰਦੇ ਪਾਪਾਂ ਬਾਝ ਨਾ ਹੋਵੇ, ਇਕੱਠੀ ਮੋਇਆਂ ਸੰਗ ਨਾ ਜਾਈ। ਇਸ ਕਰਕੇ ਅਸੀਂ ਇਕੱਠੀ ਕਰਨ ਵਾਲੇ ਹੁੰਦੇ ਨਹੀਂ, ਤੋਰੀ ਫੁਲਕਾ ਚੱਲੀ ਜਾਵੇ, ਇੰਨੇ ਬਹੁਤ। ਧੰਨਵਾਦ ਜੀ। ਬਿਲਕੁਲ ਸੁਖਿੰਦਰ ਜੀ, ਦੇਖੋ ਆਪਾਂ ਅੱਗੇ ਪਰਿਵਾਰਾਂ ਦੀ ਹੈਲਪ ਕਰਦੇ ਹਾਂ, ਆਪਾਂ ਪਰਸਨਲੀ ਤੌਰ ਤੇ ਕਰਦੇ ਹਾਂ, ਕਿਉਂਕਿ ਆਪਾਂ ਜ਼ਿਆਦਾ ਲਾਈਕ ਨਹੀਂ ਕਰਦੇ ਪੈਸੇ ਇਕੱਠੇ ਕਰਨੇ। ਤੁਹਾਨੂੰ ਪਤਾ ਆਪਣਾ ਦੋਨਾਂ ਦਾ ਸੁਭਾਅ ਹੈ। ਜੀ ਜੀ ਬਿਲਕੁਲ ਜੀ। ਕਿਉਂਕਿ ਚੈਰਿਟੀਆਂ ਨੇ ਬਹੁਤ ਮਿਸਯੂਜ਼ ਕੀਤਾ, ਜਿਹੜੀਆਂ ਬਣੀਆਂ ਹੋਈਆਂ ਬਹੁਤ ਰੌਲੇ ਪੈਂਦੇ, ਕਈ ਮੀਡੀਆ ਵਾਲੇ ਵੀ ਇਕੱਠੇ ਕਰ ਲੈਂਦੇ ਆ ਤਾਂ ਮੁੜ ਕੇ ਰੌਲੀ ਪੈਂਦੀ, ਵਿੱਚੋਂ ਪੈਸੇ ਖਾ ਲਏ ਆ, ਹਨਾ। ਜੀ ਜੀ ਜੀ। ਇਸੇ ਕਰਕੇ ਅਸੀਂ ਕੀਤਾ ਵੀ ਸਿੱਧੇ ਬੱਚੀ ਦੇ ਅਕਾਊਂਟ 'ਚ ਪੈਸੇ ਜਾਣ। ਬਿਲਕੁਲ ਜੀ। ਜੇ ਇਹਦੇ ਵਿੱਚ PTN 24 ਦਾ ਜਾਂ ਮੇਰਾ ਕੋਈ ਲੈਣਾ ਦੇਣਾ ਨਹੀਂ ਗਿਆ, ਤੁਸੀਂ ਬੱਚੀ ਦਾ ਈਮੇਲ ਟ੍ਰਾਂਸਫਰ ਲਓ ਤਾਂ ਤੁਸੀਂ ਉਹਦੇ ਅਕਾਊਂਟ 'ਚ ਪੈਸੇ ਪਾਓ। ਬਿਲਕੁਲ ਜੀ। ਜੇ ਕਿਸੇ ਨੇ ਮਦਦ। ਧੰਨਵਾਦ ਜੀ। ਧੰਨਵਾਦ ਜੀ। ਧੰਨਵਾਦ। ਆਪਣੀਆਂ ਸਾਰੀਆਂ ਲਾਈਨਾਂ ਫਲੈਸ਼ ਕਰ ਰਹੀਆਂ ਜੀ 1 by 1 ਤੁਸੀਂ ਕਾਲ ਕਰ ਸਕਦੇ ਹੋ। ਆਪਾਂ ਜਿੱਦਾਂ ਜਿਹੜੀ ਔਨ 에ਅਰ ਹੋਊਗੀ ਤੇ ਖਾਲੀ ਹੋਊਗੀ, ਨਾਲ ਨਾਲ ਕਾਲਾਂ ਕਰ ਸਕਦੇ ਹੋ ਤੁਸੀਂ। ਹਾਂਜੀ 2623 ਸਵਾਗਤ ਹੈ ਜੀ। ਹਾਂਜੀ ਵੀਰ ਜੀ, ਖਾਲਸਾ ਫਤਿਹ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਨੰਬਰ ਨੀਚੇ ਲਿਖ ਲਿਆ ਅਕਾਊਂਟ ਨੰਬਰ। ਮੈਂ ਇਹ ਕਹਿਣਾ ਸੀ ਬੱਚੀ ਨੂੰ ਵੀ ਵੀਰ ਜੀ, ਇੱਕ ਮਿੱਠੇ ਸੋਡਾ ਹੈਗਾ ਨਾ, ਜਿਹਦਾ ਆਪਣਾ ਕਣਕ ਦਾ ਦਾਣਾ ਨਹੀਂ ਹੁੰਦਾ, ਹਾਂਜੀ ਹਾਂਜੀ, ਉਹ ਮਿੱਠਾ ਸੋਡਾ ਖਾਣਾ ਸ਼ੁਰੂ ਕਰ ਲਵੇ ਜੀ। ਤੇ ਇੱਕ ਲਾਗੇ ਸੁਖਮਨੀ ਸਾਹਿਬ ਦਾ ਪਾਠ 24 ਘੰਟੇ ਦੇ ਲਾਗੇ ਸ਼ੁਰੂ ਹੋ ਜਾਵੇ, ਤੇ ਉਹਦੇ ਨਾਲ ਸਾਡਾ ਇੱਕ ਬੰਦਾ ਆਂਦਾ ਸੀ, ਉਹ ਬਿਲਕੁਲ ਠੀਕ ਹੋ ਗਿਆ ਜੀ। ਸਿਰ ਮਿੱਠਾ ਸੋਡਾ ਉਹਨੇ ਰੋਜ਼ ਦਾ ਇੱਕ ਜਾਨੀ ਕਿ ਦਾਣਾ ਖਾਂਦਾ ਰਿਹਾ, ਉਹ ਮੱਕੀ ਦੇ ਦਾਣੇ ਜਿੰਨਾ ਜੀ।
ਮਿੱਠਾ ਸੋਡਾ ਬਸ ਇਹ ਬੱਚੇ ਨੂੰ ਉਹ ਖਾਣਾ ਸ਼ੁਰੂ ਹੋ ਜਾਵੇ, ਬਾਕੀ ਆਪਣੀ ਟ੍ਰੀਟਮੈਂਟ ਵੀ ਕਰਾਵੇ ਡਾਕਟਰੀ ਵੀ, ਲੇਕਿਨ ਉਹ ਮਾੜਾ ਖਾਣਾ ਸ਼ੁਰੂ ਹੋਵੇ, ਉਹ ਜਿਹੜਾ ਕਹਿੰਦੇ ਮਿੱਠਾ ਸੋਡਾ ਅੰਦਰ ਜਾ ਕੇ ਸੈੱਲ ਮਾਰਨੇ ਸ਼ੁਰੂ ਕਰ ਦਿੰਦਾ ਆ ਜੀ ਕੈਂਸਰ ਦੇ। ਹਾਂ ਠੀਕ ਆ ਵੀਰ ਜੀ। ਤੇ ਵੀ ਜਿਹੜੇ ਸਾਡੇ ਹੋਰ ਵੀ ਵੀਰ ਕੋਈ ਅਫੈਕਟਡ ਹੁੰਦੇ ਆ ਉਹ ਵੀ ਨੋਟ ਕਰ ਲੈਣ ਜੀ, ਮਿੱਠਾ ਸੋਡਾ ਕਹਿੰਦੇ ਥੋੜਾ ਜਿਹਾ ਖਾਣ ਤੇ ਉਹਦੇ ਨਾਲ ਵੀ ਫਰਕ ਪੈਂਦਾ ਡੇਲੀ। ਇਹ ਨਹੀਂ ਵੀ ਚਮਚਾ ਭਰ ਕੇ ਖਾਣਾ ਆ ਜੀ, ਮੱਕੀ ਦੇ ਦਾਣੇ ਜਿੰਨਾ, ਮੱਕੀ ਦੇ ਦਾਣੇ ਕਣਕ ਦੇ ਦਾਣੇ ਤੇ ਸ਼ੁਰੂ ਕਰ ਲੈਣਾ, ਮੱਕੀ ਦੇ ਦਾਣੇ ਤੱਕ ਜਾਣਾ, ਉਹਨੂੰ ਫੇਰ ਸਲਿਮ ਲੈ ਆਉਣਾ 1 ਵੀਕ ਚ ਜੀ ਕਰ ਖਾਣਾ ਆ ਪੂਰੀ। ਜਾਨੀ ਕਿ ਸਾਡੇ ਇੰਡੀਆ ਵਿੱਚ ਕਿਸੇ ਬੰਦੇ ਨਾਲ ਹੋਇਆ ਸੀ ਏਦਾਂ, ਪਰ ਉਹਨੂੰ ਕਿਸੇ ਨੇ ਦੱਸਿਆ ਸੀ ਕਿ ਮਹਾਂਪੁਰਸ਼ਾਂ ਨੇ, ਤਾਂ ਉਹ ਬੰਦਾ ਜਾਨੀ ਕਿ ਐਨ ਨੰਬਰ 9 ਹੋ ਗਿਆ ਜੀ। ਉਦੋਂ ਬਾਅਦ ਵਿੱਚ ਉਹ ਹੌਲੀ ਹੌਲੀ ਉਹਦੇ ਸੈੱਲ ਮਾਰਨੇ ਕਹਿੰਦੇ ਸ਼ੁਰੂ ਕਰ ਦਿੰਦਾ ਇਹ ਆਪਣੇ ਜਿਹੜਾ ਮਿੱਠਾ ਸੋਡਾ ਅੰਦਰ ਜਾ ਕੇ, ਉਹ ਚੇਂਜ ਹੋ ਜਾਂਦਾ ਅੰਦਰ ਜਾ ਕੇ ਉਹਦੇ ਸੈੱਲ ਮਾਰਨੇ ਸ਼ੁਰੂ ਕਰ ਦਿੰਦਾ, ਉਹ ਉੱਠਣ ਨਹੀਂ ਦਿੰਦਾ, ਜਿਹੜੇ ਉੱਠੇ ਆ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੰਦਾ ਉਹ। ਧੰਨਵਾਦ ਵੀਰ ਜੀ, ਧੰਨਵਾਦ ਜੀ। ਤੇ ਬੱਚੇ ਨੂੰ ਕਹੋ ਵੀ ਉਹ ਭੈਣ ਜੀ ਉਹਨਾਂ ਕਹੋ ਵੀ ਉਹ ਮਾੜਾ ਲੈਣਾ ਸ਼ੁਰੂ ਕਰ ਲੈਣ ਨਾਲ। ਬਿਲਕੁਲ ਜੀ, ਸ਼ਾਇਦ ਸੁਣਦੇ ਹੋਣ ਪਰ ਆਪਾਂ ਕਾਲ ਕਰਕੇ ਵੀ ਕਹਿ ਦਿੰਦੇ ਪ੍ਰੋਗਰਾਮ ਤੋਂ ਬਾਅਦ। ਧੰਨਵਾਦ ਵੀਰ ਜੀ। ਤੇ ਮੈਂ ਸੁਣਿਆ ਸੀ, ਮੈਂ ਬੜਾ ਦੁੱਖ ਹੋਇਆ ਤੇ ਚਲੋ ਜਿਹੜੇ ਕੀ ਹੋ ਸਕਦਾ ਕਿ ਆਨੇ ਬੰਨ ਗਏ ਜੇ ਕਿਸੇ ਕੋਈ ਬਚ ਸਕਦਾ। ਜੀ ਜੀ ਬਿਲਕੁਲ ਵੀਰ, ਬਿਲਕੁਲ ਓੜ ਪੋੜ ਤੇ ਕਰਨਾ ਚਾਹੀਦਾ। ਧੰਨਵਾਦ ਜੀ। ਹਾਂ ਚੱਲਦੇ ਜੀ ਆਪਾਂ ਨੈਕਸਟ ਕਾਲ ਤੇ। ਹਾਂਜੀ 5000 ਸਵਾਗਤ ਹੈ ਢਿੱਲੋਂ ਸਾਹਿਬ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਚੰਡੀ ਸਾਹਿਬ, ਮਨ ਨੂੰ ਬੱਚਾ ਲੜਕੀ ਨੂੰ ਸਲੂਟ ਬਣਦਾ ਕਰਨਾ ਜੀ। ਦੇਖੋ ਬੱਚੀ 2019 ਦੇ ਵਿੱਚ ਆਈ, ਕੀ ਉਹਦੀਆਂ ਭਾਵਨਾਵਾਂ ਹੋਣਗੀਆਂ ਮਨ ਦੀਆਂ? ਬਿਲਕੁਲ ਜੀ। ਕੀ ਫਿਊਚਰ ਨੂੰ ਸੋਚ ਕੇ ਆਈ ਹੋਏਗੀ ਜੀ ਕਿ ਮੈਂ ਇਸ ਧਰਤੀ ਤੇ ਪਹੁੰਚ ਗਈ ਹਾਂ ਤੇ ਮੇਰਾ ਕੀ ਭਵਿੱਖ ਹੋਏਗਾ, ਮੇਰੇ ਪਰਿਵਾਰ ਦਾ ਕੀ ਭਵਿੱਖ ਹੋਏਗਾ। ਹੁਣ ਜਦੋਂ ਬੱਚੀ ਅੱਜ ਵਾਪਸ ਜਾ ਰਹੀ ਹੈ ਜੀ, ਮਤਲਬ ਕੀ ਸੋਚ ਕੇ ਜਾ ਰਹੀ ਕਿ ਮੁੜ ਕੇ ਦੁਬਾਰਾ ਇਸ ਕੈਨੇਡਾ ਦੀ ਧਰਤੀ ਤੇ ਆਉਣਾ ਨਹੀਂ। ਬਾਕੀ ਤਾਂ ਚਲੋ ਹੁਣ ਸਾਰਿਆਂ ਨੂੰ ਪਤਾ ਹੀ ਆ, ਉਹ ਹੁਣ ਨਹੀਂ ਕਹਿ ਸਕਦਾ ਬੰਦਾ ਕੁਝ ਵੀ। ਜੀ ਜੀ ਜਦੋਂ ਡਾਕਟਰ ਜਵਾਬ ਦਿੰਦੇ ਆ ਤਾਂ ਉਹਦਾ ਕੀ ਹੁੰਦਾ। ਤੇ ਮਾਰਾ ਵੈਸੇ ਤਾਂ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਸੱਚੇ ਪਾਤਸ਼ਾਹ ਇਸ ਬੱਚੇ ਨੂੰ ਲੰਬੀ ਉਮਰ ਬਖਸ਼ੇ ਜੀ, ਇਹ ਰੋਗਤਾ ਬਖਸ਼ੇ ਸੱਚੇ ਪਾਤਸ਼ਾਹ ਜੀ। ਤੋਂ ਬੜਾ ਮਨ ਦੁਖੀ ਹੁੰਦਾ ਜੀ। ਜੀ ਜੀ ਬਿਲਕੁਲ। ਬਸ ਮੈਂ ਤਾਂ ਇਹੀ ਕਹਿਣਾ ਸੀ। ਬਹੁਤ ਬਾਕੀ ਢਿੱਲੋਂ ਸਾਹਿਬ ਜਿਹੜਾ ਆਪਣਾ ਮਾਇਆ ਇਕੱਠੀ ਕਰਨ ਦਾ ਤਰੀਕਾ ਸਹੀ ਹੈ ਨਾ, ਵੀ ਜਿਹੜਾ ਸਿੱਧੇ ਡਾਇਰੈਕਟ ਪੈਸੇ ਉੱਥੇ ਪਹੁੰਚਣੇ ਚਾਹੀਦੇ ਜਿਹੜਾ ਲੋੜਵੰਦ ਆ ਨਾ। ਬਹੁਤ ਸ਼ਾਨਦਾਰ, ਬਹੁਤ ਸ਼ਾਨਦਾਰ ਹੈ। ਬਿਲਕੁਲ ਕੋਈ ਚੀਜ਼ ਸ਼ੱਕ ਨਹੀਂ ਕੀਤੀ ਜਾ ਸਕਦੀ। ਵੈਸੇ ਤੁਹਾਡੇ ਤੇ ਵੀ ਸ਼ੱਕ ਨਹੀਂ ਕੀਤੀ ਜਾ ਸਕਦੀ। ਇਹ ਗੱਲ ਨਹੀਂ ਹੈ ਜੇ ਤੁਹਾਡੇ ਥਰੂ ਵੀ ਜਾਂਦੇ ਤਾਂ ਕੋਈ ਐਸੀ ਗੱਲ ਨਹੀਂ। ਨਹੀਂ ਭਾਈ ਵੀਰ ਜੀ, ਆਪਾਂ ਇਸ ਕੰਮ ਚ ਆਉਣਾ ਹੀ ਨਹੀਂ ਚਾਹੁੰਦੇ। ਤੁਸੀਂ ਮੈਨੂੰ ਕੱਲ ਕਿਹਾ ਸੀਗਾ ਤੁਸੀਂ ਆਪਣਾ ਅਕਾਊਂਟ ਭੇਜ ਦਿਓ, ਮੈਂ ਕਿਹਾ ਨਹੀਂ, ਮੈਂ ਫਿਰ ਵੀ ਬੱਚੀ ਦਾ ਅਕਾਊਂਟ ਭੇਜਿਆ ਕਿਉਂਕਿ ਅਸੀਂ ਚਾਹੁੰਦੇ ਹੀ ਨਹੀਂ ਕਿ ਭਾਜੀ ਵਿੱਚ ਵਿਚੋਲੇ ਦੀ ਤਾਂ ਲੋੜ ਹੀ ਨਾ ਹੋਵੇ। ਨਹੀਂ ਠੀਕ ਹੈ, ਚਲੋ ਠੀਕ ਹੈ, ਬਹੁਤ ਵਧੀਆ, ਤਾਂ ਸਾਰਿਆਂ ਨੂੰ ਵਧੀਆ ਵੈਸੇ ਇਹਦੇ ਚ। ਪਰ ਹਾਂ ਜਿਹੜੀ ਤੁਸੀਂ ਗੱਲ ਦੱਸੀ ਹੈ ਕਿ ਉਹ ਬੱਚੀ ਇਕੱਲੀ ਕਢਾ ਸਕਦੀ ਹੈ, ਇਹ ਸਭ ਤੋਂ ਵਧੀਆ ਗੱਲ ਹੈ ਜਿਹੜਾ ਤੁਸੀਂ ਪਹੁੰਚਾਣ ਕੀਤੀ ਨਾ, ਇਹ ਠੀਕ ਹੈ। ਹਾਂ ਬਿਲਕੁਲ ਜੀ। ਹੁਣ ਮੈਂ ਔਨ ਦੀ ਏਅਰ ਹੁਣੇ ਉਹਦੇ ਨਾਲ ਗੱਲ ਕੀਤੀ ਸੀ, ਉਹ ਕਹਿੰਦੀ ਮੇਰਾ ਹੀ ਅਕਾਊਂਟ ਆ, ਮੇਰਾ ਹੀ ਟ੍ਰਾਂਸਫਰ ਆ, ਕੋਈ ਵੀ ਹੋਰ ਇਹਦੇ ਚ ਕੋਈ ਵੀ ਨਹੀਂ ਹੈਗਾ, ਕੋਈ ਨਹੀਂ ਕਢਾ ਸਕਦਾ। ਕਈ ਵਾਰ ਇਸ ਤਰ੍ਹਾਂ ਕੋਈ ਦੂਸਰਾ ਬੰਦਾ ਲਾਹਾ ਲੈ ਜਾਂਦਾ। ਚਲੋ ਚੰਗੀ ਗੱਲ ਹੈ, ਬਹੁਤ ਵਧੀਆ ਜੀ। ਪਰਮਾਤਮਾ ਦਾ ਇਹ ਅਰਦਾਸ ਕਰਦੇ ਪਰਮਾਤਮਾ ਇਸ ਬੱਚੀ ਨੂੰ ਲੰਬੀਆਂ ਉਮਰਾਂ ਬਖਸ਼ੇ ਜੀ, ਔਰ ਦੁਬਾਰਾ ਵੀ ਇਸ ਧਰਤੀ ਤੇ ਆਵੇ, ਉਹ ਠੀਕ ਹੋ ਗਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਵੀਰ। ਹਾਂਜੀ 2770 ਤੇ ਗੱਲ ਕੀਤੀ ਵੀਰ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਲੱਖਾ ਢਿੱਲੋਂ ਵੀਰ ਜੀ, ਸਵਾਗਤ ਹੈ ਜੀ। ਹਾਂਜੀ ਜੀ ਸਰ, ਮੈਂ ਤੁਹਾਡਾ ਕੱਲ ਪ੍ਰੋਗਰਾਮ ਸੁਣ ਨਹੀਂ ਸਕਿਆ, ਕਿਸੇ ਪ੍ਰੋਗਰਾਮ ਬਿਜੀ ਸੀ ਕੰਮ ਦੇ ਵਿੱਚ। ਅੱਜ ਮੈਂ ਹੁਣੇ ਲੇਟ ਲਾਇਆ ਹੈਗਾ ਜੀ। ਤੇ ਸਭ ਤੋਂ ਪਹਿਲਾਂ ਤਾਂ ਜਿਹੜੀ ਭੈਣ ਦੀ ਤੁਸੀਂ ਹੈਲਪ ਕਰ ਰਹੇ ਹੋ ਨਾ, ਬਹੁਤ ਚੰਗਾ ਕੰਮ ਕਰ ਰਹੇ, ਤੁਹਾਨੂੰ ਸਲੂਟ ਹੈ ਜੀ। ਤੇ ਉਹ ਭੈਣ ਨੂੰ ਮੇਰਾ ਨੰਬਰ ਦਿਓ ਜੀ, ਮੈਂ ਵੀ ਉਹਨਾਂ ਦੀ ਹੈਲਪ ਕਰਨੀ ਮੰਗਦਾ, ਬਟ ਮੈਂ ਇੱਧਰ ਟ੍ਰਾਂਸਫਰ ਨਹੀਂ ਕਰ ਸਕਦਾ, ਮੇਰੀ ਕੋਈ ਪ੍ਰੋਬਲਮ ਹੈਗੀ ਹੈ। ਤੇ ਇੰਡੀਆ ਦੇ ਵਿੱਚ ਬਠਿੰਡੇ ਦਾ ਉਹਨਾਂ ਦਾ ਕੋਈ ਐਡਰੈਸ ਵਗੈਰਾ ਮਿਲ ਸਕਦਾ ਤਾਂ ਉਹਨਾਂ ਨੂੰ ਡਾਕਟਰਾਂ ਨਾਲ ਵੀ ਨਾ ਜਾਣ ਪਛਾਣ ਕਰਾਉਣੀ ਹੈ, ਤੇ ਉਹਨਾਂ ਦੀ ਮਾਲੀ ਮਦਦ ਜਿੱਥੋਂ ਤੱਕ ਹੋ ਸਕਦਾ ਹੋਇਆ ਉਹ ਜ਼ਰੂਰ ਕਰਾਂਗੇ ਜੀ। ਆਪਣੇ ਕੋਲ ਹੈਗਾ ਵੀ ਨੰਬਰ ਉਹਦਾ? ਹਾਂਜੀ ਹਾਂਜੀ। ਇੱਕੋ ਭੈਣ ਨੂੰ ਮੇਰੀ ਹੈਗੀ ਬੇਨਤੀ ਹੈ, ਜੇ ਪਰ ਹੁਣ ਜਾ ਰਹੀ ਹੈ ਤਾਂ ਠੀਕ ਹੈ, ਜੇ ਉੱਥੇ ਜਾ ਕੇ ਵੀ ਜਾਂ ਹੁਣ ਕੋਈ ਵੀ ਬੰਦਾ ਸੁਣ ਰਿਹਾ ਨਾ, ਕਲੌਂਜੀ ਦਾ ਤੇਲ 1 ਚਮਚਾ ਸੁਬਾਹ 1 ਚਮਚਾ ਸ਼ਾਮ ਨੂੰ ਲੈਣਾ ਸ਼ੁਰੂ ਕਰ ਦੇ। ਇੱਥੇ ਮੇਰੇ ਅੱਖੀਂ ਦੇਖਣ ਦੇ ਵਿੱਚ ਬੰਦਾ 10 ਸਾਲ ਕੱਟ ਕੇ ਗਿਆ, ਜਿਹਨੂੰ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਜੀ। 82 ਸਾਲ ਦੇ ਬੁੱਢੇ ਨੇ 10 ਸਾਲ ਕੱਟੇ, ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ, 10 ਸਾਲ ਕੱਟ ਕੇ ਬਾਅਦ ਉਹਦੀ ਮੌਤ ਹੋਈ ਹੈ ਜੀ। ਕਲੌਂਜੀ ਦਾ ਤੇਲ 1 ਚਮਚਾ ਸੁਬਾਹ 1 ਚਮਚਾ ਸ਼ਾਮ ਨੂੰ, ਇੰਗਲਿਸ਼ ਦੇ ਵਿੱਚ ਉਹਨੂੰ ਬਲੈਕ ਸੀਡ ਆਇਲ ਕਹਿੰਦੇ ਆ। ਹਾਂ ਬਿਲਕੁਲ, ਪਰ ਗਰਮ ਵੀ ਬਹੁਤ ਹੁੰਦਾ ਜੀ ਉਹ। ਹਾਂ ਗਰਮ ਬਹੁਤ ਹੁੰਦਾ, ਤਸੀਰ ਉਹਦੀ ਗਰਮ ਹੁੰਦੀ ਹੈ, ਪਰ ਇਹ ਨਹੀਂ ਪਤਾ ਵੀ ਉਹ ਹਰ ਇੱਕ ਬੰਦਾ ਉਹਨੂੰ ਲੈ ਸਕਦਾ ਨਹੀਂ ਲੈ ਸਕਦਾ। ਹਰ ਬੰਦਾ ਨਹੀਂ ਲੈ ਸਕਦਾ, ਕਈਆਂ ਦੇ ਤਾਂ ਉਹ ਨੁਕਸਾਨ ਵੀ ਕਰਦਾ ਜੀ। ਹਾਂਜੀ। ਤੇ ਉੱਥੇ ਆਪਣੇ ਕੋਲ ਡਾਕਟਰ ਇਦਾਂ ਦੇ ਬਹੁਤ ਵਧੀਆ ਹੈਗੇ, ਕੈਂਸਰ ਦਾ ਟ੍ਰੀਟਮੈਂਟ ਕਰਦੇ ਆ ਇੰਡੀਆ ਦੇ ਵਿੱਚ। ਉਹਨਾਂ ਦੇ ਬਠਿੰਡੇ ਦੀ ਇਨਫੋਰਮੇਸ਼ਨ ਮੈਨੂੰ ਜਾਂ ਉਹਨਾਂ ਦਾ ਬਠਿੰਡੇ ਦਾ ਕੋਈ ਲੋਕਲ ਨੰਬਰ, ਕਿਉਂਕਿ ਮੈਂ ਬਠਿੰਡੇ ਤੋਂ ਹੀ ਹਾਂ ਜੀ, ਤੇ ਮਿਲ ਜਾਵੇ ਤਾਂ ਮੈਂ ਉਹਨਾਂ ਦੀ ਪੂਰੀ ਹੈਲਪ ਕਰੂੰਗਾ ਜਿੱਥੋਂ ਤੱਕ ਹੋ ਸਕਦਾ ਜੀ। ਹਾਂ ਬਿਲਕੁਲ ਵੀਰ, ਮੈਂ ਤੁਹਾਨੂੰ ਉਹਨਾਂ ਦਾ ਨੰਬਰ ਭੇਜ ਦੇਣਾ, ਮੇਰੇ ਕੋਲ ਤੁਹਾਡਾ ਨੰਬਰ ਹੈਗਾ, ਮੈਂ ਤੁਹਾਨੂੰ ਇਦਾਂ ਦਾ ਟੈਕਸਟ ਕਰ ਦੇਣਾ ਜੀ। ਧੰਨਵਾਦ ਵੀਰ। ਹਾਂਜੀ ਹਾਂਜੀ, ਉਹਨਾਂ ਨੂੰ ਮੇਰਾ ਨੰਬਰ ਭੇਜ ਦਿਓ ਜਾਂ ਉਹਨਾਂ ਦਾ ਨੰਬਰ ਮੈਨੂੰ ਭੇਜ ਦਿਓ, ਜਿੱਥੋਂ ਤੱਕ ਹੋ ਸਕਦਾ ਉਹਨੇ ਪੂਰੀ ਹੈਲਪ ਕਰਾਂਗੇ ਜੀ। ਬਹੁਤ ਵਧੀਆ ਕੰਮ ਕਰਾਂਗੇ। ਧੰਨਵਾਦ ਜੀ। ਧੰਨਵਾਦ ਵੀਰ, ਧੰਨਵਾਦ ਜੀ। ਤੁਸੀਂ ਅਮਰੀਕਾ 'ਚ ਬੈਠੇ ਵੀ ਚਿੰਤਤ ਹੋ ਜੀ, ਤੇ ਬਿਲਕੁਲ ਜੀ ਤੁਸੀਂ ਸਟੂਡੀਓ 'ਚ ਕਾਲ ਕਰ ਸਕੇ, ਉਹਨਾਂ ਦੀ ਵਿਸ਼ ਵੀ ਦੇ ਸਕਦੇ ਹੋ, ਉਹਨਾਂ ਨੂੰ ਅਰਦਾਸ ਕਰ ਸਕਦੇ ਹੋ ਪ੍ਰਮਾਤਮਾ ਤੰਦਰੁਸਤੀ ਦੇਵੇ, ਤੇ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 905 405 0002 ਤੇ।
ਹਾਂਜੀ 2770 ਸਵਾਗਤ ਹੈ ਜੀ। ਹੈਲੋ ਹੈਲੋ ਦੂਜਾ ਕਿਹੜੇ ਇਲਾਕੇ ਤੋਂ ਆ ਜੀ ਇਹ ਕੁੜੀ? ਇਹ ਬਠਿੰਡੇ ਤੋਂ ਆ ਜੀ। ਅੱਛਾ ਕੀ ਉਹਨਾਂ ਦਾ ਫੋਨ ਨੰਬਰ ਕੀ ਹੈ? ਉਹਨਾਂ ਦਾ ਫੋਨ ਨੰਬਰ ਹੁਣ ਤੇ ਹਾਲੇ ਇੱਥੇ ਹੀ ਆ ਵੀਰ ਜੀ, ਤੇ ਇੱਕ ਮਿੰਟ ਇੱਥੇ ਹੀ ਹੈ ਹਾਲੇ ਮੌਂਟਰੀ ਵਾਲਾ। ਹਾਂਜੀ ਅੱਜ ਚੱਲੇ ਆ, ਉਹਨਾਂ ਦੀ ਫਲਾਈਟ ਆ 438। ਨਹੀਂ ਤੁਸੀਂ ਫੋਨ ਨੰਬਰ ਦੇ ਦਿਓ ਉਹਨਾਂ ਦਾ ਉੱਥੋਂ ਦਾ ਕੋਈ। ਇੰਡੀਆ ਦਾ ਤੇ ਮੇਰੇ ਕੋਲ ਤੁਸੀਂ ਇਹ ਲਿਖ ਲਓ ਜੀ 438 438 ਹਾਂਜੀ 927 ਹਾਂਜੀ 5911 ਹਾਂਜੀ 5911 ਹਾਂਜੀ 5911 ਹਾਂਜੀ। ਓਕੇ ਜੀ, ਓਕੇ ਜੀ, ਧੰਨਵਾਦ ਜੀ, ਧੰਨਵਾਦ। ਤੁਸੀਂ ਹੁਣ ਗੱਲਬਾਤ ਕਰ ਸਕਦੇ ਹੋ, ਸ਼ਾਇਦ ਮੁੜ ਕੇ ਗੱਲਬਾਤ ਨਾ ਹੋਵੇ। ਬਿਲਕੁਲ ਜੀ, ਤੁਸੀਂ ਵੀ ਸਟੂਡੀਓ ਦੇ ਵਿੱਚ ਕਾਲ ਕਰਕੇ ਤੇ ਆਪਣੀ ਵਿਸ਼ ਦੇ ਸਕਦੇ ਹੋ, ਜਾਂ ਕਿਸੇ ਵੀ ਮੁੱਦੇ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਆਪਾਂ ਇੱਕ ਕਮਰਸ਼ੀਅਲ ਬ੍ਰੇਕ ਲੈਣੇ ਜੀ, ਤੁਹਾਡੇ ਨਾਲ ਫੇਰ ਦੁਬਾਰਾ ਇਦਾਂ ਹੀ ਜੁੜਦੇ ਹਾਂ ਜੀ। ਟਰੱਕਾਂ 'ਚ ਅੱਜ ਕੱਲ ਕੁਝ ਨਹੀਂ ਬਚਦਾ। ਉਹ ਤੂੰ ਇੰਸ਼ੋਰੈਂਸ ਕਟਾ ਲੈ। ਇੰਸ਼ੋਰੈਂਸ ਕਟਾ ਕੇ ਕਿਵੇਂ ਚੱਲੂ? ਉਹ ਕਟਾ ਲੈ ਨਹੀਂ, ਘਟਾ ਲੈ। ਕਿਵੇਂ? ਹਰਜੀਤ ਸਿੰਘ ਢੱਡਾ ਨਾਲ ਗੱਲ ਕਰ, ਉਹ ਮੈਕਸਿਮਮ ਡਿਸਕਾਊਂਟਸ ਲੈ ਕੇ ਦਿੰਦੇ ਆ, ਹਰੇਕ ਬਰੀਕੀ ਨੂੰ ਚੰਗੀ ਤਰ੍ਹਾਂ ਸਮਝਦੇ ਤੇ ਚੰਗੀ ਤਰ੍ਹਾਂ ਸਮਝਾਉਂਦੇ ਆ। ਹਰਜੀਤ ਸਿੰਘ ਢੱਡਾ ਨੈਸ਼ਨਲ ਟਰੱਕ ਲੀਗ ਨਾਲ ਕੰਮ ਕਰਦੇ ਆ ਫੋਨ ਕਰ 647 705 5492 6477055492। ਅੱਛਾ, ਇਹਨੂੰ ਕਹਿੰਦੇ ਇੰਸ਼ੋਰੈਂਸ ਪ੍ਰੀਮੀਅਮ ਕੱਟ ਕਰਨਾ। ਨਾ ਸਿਆਣਾ ਤੇ ਬੜਾ ਹੈ ਤੂੰ। ਓ ਘਰ ਤੇ ਤੈਨੂੰ ਬਹੁਤ ਵਧੀਆ ਬਣਾ ਕੇ ਦੇਣਾ ਤੇ ਕੱਢ ਦੇਣੇ ਆ ਕੜੇਲ, ਜਿੰਨੂੰ ਵੇਖ ਕੇ ਜਾਣਗੇ ਸ਼ਰੀਕ ਵੀ ਹਿੱਲ। ਸ਼ਰੀਕਾਂ ਦੇ ਕੱਢਦੇ ਕੜੇਲ, ਕਿਤੇ ਆਪਣਾ ਘਰ ਨਾ ਜਾਵੇ ਹਿੱਲ। ਧਿਆਨ ਰੱਖੀ, ਘਰ ਦੇ ਵਿੱਚ ਪਲੰਬਿੰਗ ਐਂਡ ਇਲੈਕਟ੍ਰੀਕਲ ਦਾ ਸਮਾਨ ਹੋਵੇ ਨੰਬਰ 1। ਓਏ ਜੀਟੀਏ ਪਲੰਬਿੰਗ ਐਂਡ ਇਲੈਕਟ੍ਰਿਕ ਸਪਲਾਈ ਬਰਮਟਨ ਵਿੱਚ ਸਟੋਰ ਆ ਨੰਬਰ 1। ਅੱਛਾ, ਉਹੀ ਜੀਟੀਏ ਵਾਲੇ ਜਿੱਥੋਂ ਕੰਟਰੈਕਟਰਸ ਲਈ ਘਰ ਦੇ ਵਿੱਚ ਪਲੰਬਿੰਗ ਤੇ ਇਲੈਕਟ੍ਰੀਕਲ ਦਾ ਸਾਰਾ ਸਮਾਨ ਡਿਸਕਾਊਂਟ ਤੇ ਮਿਲਦਾ। ਵਾਸ਼ਰੂਮ ਲਈ ਵੈਂਟੀਜ਼, ਟੈਪਸ, ਸਪੌਟਲਾਈਟਸ ਤੇ ਰੇਂਜ ਮਿਲਦੇ ਆ। ਫਿਰ ਕਾਹਨੂੰ ਕਰਨੀ ਹੈ ਦੇਰ, ਅੱਜ ਹੀ ਪਹੁੰਚੋ 241 ਕਲੈਰੈਂਸ ਸਟਰੀਟ ਬਰੈਂਪਟਨ ਤੇ ਸੰਪਰਕ ਕਰੋ 905 792 0036 905 792 0036। ਮੋਰਗੇਜ ਮਿਲੇ ਛੇਤੀ ਤੇ ਟੈਨਸ਼ਨ ਹੋਵੇ ਘੱਟ, ਇਸ ਲਈ ਯਾਦ ਰੱਖੋ ਇੱਕੋ ਨਾ ਪਰਮਿੰਦਰ ਮੰਗਟ। 16 ਸਾਲਾਂ ਤੋਂ ਵੱਧ ਐਕਸਪੀਰੀਅੰਸ ਤੇ ਆਰਬੀਸੀ ਨਾਲ ਟੌਪ ਪ੍ਰੋਡਿਊਸਰ ਰਹਿ ਚੁੱਕੇ ਪਰਮਿੰਦਰ ਮੰਗਟ ਹੁਣ ਆਪਣੀ ਮੋਰਗੇਜ ਅਲਾਈਅੰਸ ਟੀਮ ਰਾਹੀਂ ਤੁਹਾਨੂੰ ਬਹੁਤ ਸਾਰੇ ਬੈਂਕਸ ਤੋਂ ਬੈਸਟ ਡੀਲਸ ਲੈ ਕੇ ਦੇ ਸਕਦੇ ਨੇ। ਸੈਲਫ ਇੰਪਲੋਇਡ ਵਾਸਤੇ ਖਾਸ ਪ੍ਰੋਗਰਾਮ, no last minute surprises, first mortgage, second mortgage, private funds, truck loans, business loans, ਸਾਰੇ ਹੀ ਕੰਮਾਂ ਲਈ ਇੱਕੋ ਨਾ, ਜਿੱਥੇ ਕੰਮ ਹੋਵੇ ਛੇਤੀ ਤੇ ਟੈਨਸ਼ਨ ਹੋਵੇ ਘੱਟ। ਪਰਮਿੰਦਰ ਮੰਗਟ 6472859119 ਜਾਨੀ 647 285 9119। ਪਰਮਿੰਦਰ ਮੰਗਟ with mortgage alliance, broker license number 10530। ਕੀ ਤੁਸੀਂ ਓਨਰ ਆਪਰੇਟਰ ਬਣਨਾ ਚਾਹੁੰਦੇ ਹੋ, ਟਰੱਕ ਪਾਉਣ ਬਾਰੇ ਸੋਚ ਰਹੇ ਹੋ ਜਾਂ ਡਰਾਈਵਰੀ ਕਰਨੀ ਹੈ ਤਾਂ ਅੱਜ ਹੀ ਸੰਪਰਕ ਕਰੋ ਰੋਇਲ ਕ੍ਰੋਨ ਐਕਸਪ੍ਰੈਸ ਤੇ ਪ੍ਰੀਤ ਕਾਲੋ ਹੁਰਾਂ ਦੇ ਨਾਲ 6472106000 647 210 6000। ਛੁੱਟੀ ਦਾ ਦਿਨ ਹੋਵੇ ਤੇ ਨਿਆਗਰਾ ਫਾਲਸ, ਸੀਐਨ ਟਾਵਰਸ, ਕਿਊਬਿਕ ਸਿਟੀ ਘੁੰਮਣ ਜਾਣ ਦਾ ਮਨ ਹੈ, ਪਰ ਇੰਨੀ ਡਰਾਈਵ ਕੌਣ ਕਰੇ? ਜੀ ਐਲੋ ਨੰਬਰ ਤੇ ਹੁਣੇ ਬੁਕਿੰਗ ਕਰੋ। बेस्ट कैनेडियन राइड सर्विस टोरंटो तो मॉन्ट्रियल ते मॉन्ट्रियल तो टोरंटो, जिथे भी घुम्मण दा मन होवे बस एक कॉल ते हाजिर ते सोने ते सुहागा पार्सल्स भी डिलीवर करते ने हर रोज मॉर्निंग, आफ्टरनून एंड इवनिंग, सवेरे दोपहर शाम 24 घंटे सर्विस। कॉल 5145606613। ਜਦੋਂ ਸਵਾਦ ਖਾਣੇ ਦੀ ਕ੍ਰੇਵਿੰਗ ਹੋਵੇ ਤਾਂ ਇੱਕੋ ਨਾਮ ਯਾਦ ਆਵੇ, ਬਾਬਾ ਢਾਬਾ, ਜਿੱਥੇ ਮਿਲਦੀ ਏ ਖਾਣੇ ਦੀ ਹਿਊਜ ਵੈਰਾਈਟੀ। ਇਹ 2 ਲੋਕੇਸ਼ਨਸ ਤੋਂ ਸਰਵ ਕਰਦੇ ਨੇ। ਤਾਜ਼ਾ ਤੇ ਸਵਾਦਲਾ ਖਾਣਾ ਖਾਣ ਲਈ ਜ਼ਰੂਰ ਆਓ। ਬਾਬਾ ਢਾਬਾ ਰੈਸਟੋਰੈਂਟ 255 ਰਦਰਫੋਰਡ ਰੋਡ, ਸਾਊਥ ਬਰੈਂਪਟਨ। ਸਰਵਿਸ 2 ਲੋਕੇਸ਼ਨ। ਕਾਲ ਮਹਾਵੀਰ ਬਾਟ 9054994314 905 499 4314। ਕਿਆ ਬਾਤ। ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਾਰਿਆਂ ਦਾ ਸਵਾਗਤ ਹੈ ਜੀ। ਤੁਸੀਂ ਕਾਲ ਕਰ ਸਕਦੇ 905 405 0002 ਤੇ ਆਪਾਂ ਗੱਲਬਾਤ ਕਰਦੇ ਹਾਂ ਜੀ। ਜਿਹੜਾ ਕਿਸਾਨੀ ਸੰਘਰਸ਼ ਆ ਉਹ ਕਿਹੜੇ ਬੰਨੇ ਨੂੰ ਚੱਲ ਰਿਹਾ ਇਸ ਟਾਈਮ, ਪੂਰੀ ਚਰਮ ਸੀਮਾ ਤੇ ਆ ਤੇ ਜਿਹੜੀਆਂ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਆ, ਪੂਰਾ ਭੜਥੂ ਪਾਇਆ ਹੋਇਆ ਜੀ ਇਸ ਟਾਈਮ। ਉਹਨਾਂ ਨੇ ਜਿੱਥੇ ਵੀ ਜਾ ਰਹੇ ਆ, ਖਾਸ ਕਰਕੇ ਪੱਛਮੀ ਬੰਗਾਲ ਦੇ ਵਿੱਚ ਜਿਹੜੇ ਕਿਸਾਨ ਲੀਡਰ ਗਏ ਉਹਨਾਂ ਨੂੰ ਬੜਾ ਵੱਡਾ ਉੱਥੇ ਸਹਿਯੋਗ ਮਿਲ ਰਿਹਾ, ਤੇ ਇੱਕ ਪਾਂਡੀਚੇਰੀ ਨੂੰ ਛੱਡ ਕੇ ਕਿਸੇ ਵੀ ਜਗ੍ਹਾ ਤੇ ਜਿਹੜੀ ਭਾਰਤੀ ਜਨਤਾ ਪਾਰਟੀ ਉਹਦੇ ਪੈਰ ਲੱਗਦੇ ਨਜ਼ਰ ਨਹੀਂ ਆ ਰਹੇ।
ਆਪਾਂ ਤੁਹਾਡੇ ਵਿਚਾਰ ਲੈਣੇ ਜੀ। ਮੰਨ ਲਓ ਜੇ ਹੁਣ ਭਾਰਤੀ ਜਨਤਾ ਪਾਰਟੀ ਇਹਨਾਂ ਸਟੇਟਾਂ 'ਚੋਂ ਹਾਰ ਜਾਂਦੀ ਆ ਤੇ ਕਿਸਾਨ ਜਿਹੜੇ ਉਹ ਸਿੱਧੀ ਟੱਕਰ ਹੋਈ ਆ ਇਸ ਟਾਈਮ ਨਰਿੰਦਰ ਮੋਦੀ ਦੀ ਤੇ ਕਿਸਾਨਾਂ ਦੇ ਨਾਲ, ਕੀ ਤੁਹਾਨੂੰ ਲੱਗਦਾ ਆ ਵੀ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸੋਚਣ ਲਈ ਮਜਬੂਰ ਹੋ ਜੂਗੀ ਵੀ ਕਿਸਾਨਾਂ ਦਾ ਮਸਲਾ ਹੱਲ ਕੀਤਾ ਜਾਵੇ? ਕਿਉਂਕਿ ਜਿਹੜਾ ਇਹਨਾਂ ਦਾ ਸਾਬਕਾ ਕੈਬਨਿਟ ਮੰਤਰੀ ਆ ਜੀ ਜਸ਼ਵੰਤ ਸਿਨਹਾ, ਉਹ ਵੀ ਭਾਰਤੀ ਜਨਤਾ ਪਾਰਟੀ ਨੂੰ ਅਲਵਿਦਾ ਕਹਿ ਕੇ ਤੇ ਉਹ ਮਮਤਾ ਬੈਨਰਜੀ ਦੇ ਨਾਲ ਜਾ ਚੁੱਕਾ, ਉਹਦੀ ਪਾਰਟੀ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਜੀ ਉਹਨੇ। ਤੇ ਬੜਾ ਤੇਜ਼ ਤਰਾਰ ਆ ਜੀ, ਬਹੁਤ ਪੜ੍ਹਿਆ ਲਿਖਿਆ, ਉਹ ਸ਼ਾਇਦ IAS ਅਫੀਸਰ ਰੈਂਕ ਦਾ ਬੰਦਾ ਉਹ। ਉਸ ਤੋਂ ਪਹਿਲਾਂ ਵੀ ਉਹ ਵਾਜਪੇਈ ਤੋਂ ਪਹਿਲਾਂ ਵੀ ਚੰਦਰ ਸ਼ੇਖਰ ਦੀ ਸੱਤਾ ਦੇ ਵਿੱਚ ਵੀ ਉਹ ਕੈਬਨਿਟ ਮੰਤਰੀ ਰਿਹਾ ਜੀ। ਤੇ ਉਸ ਤੋਂ ਬਾਅਦ ਅਟਲ ਬਿਹਾਰੀ ਵਾਜਪੇਈ ਦੇ ਰਾਜ ਦੇ ਵਿੱਚ ਵੀ ਕੈਬਨਿਟ ਮੰਤਰੀ ਰਿਹਾ। ਤੇ ਨਾਲ ਹੀ ਸ਼ਤਰੂਘਨ ਸਿਨਹਾ ਦੀਆਂ ਵੀ ਆਵਾਜ਼ਾਂ ਆ ਰਹੀਆਂ, ਉਹ ਵੀ ਸਪੋਰਟ ਕਰ ਰਹੇ ਆ। ਤੇ ਉਸ ਤੋਂ ਨਾਲ ਸ਼ਿਵ ਸੈਨਾ ਚ ਉਹ ਲਾ ਲਓ ਤੁਸੀਂ, ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਲਾ ਲਓ, ਸਾਰੇ ਜਿਹੜੇ ਆ ਇਸ ਟਾਈਮ ਭਾਰਤੀ ਜਨਤਾ ਪਾਰਟੀ ਦੇ ਉਲਟ ਇਸ ਟਾਈਮ ਮਮਤਾ ਬੈਨਰਜੀ ਦੇ ਨਾਲ ਆ। ਤੇ ਖਾਸ ਕਰਕੇ ਜਦੋਂ ਦਾ ਉਹਦੇ ਤੇ ਹਮਲਾ ਹੋਇਆ ਉਸ ਤੋਂ ਬਾਅਦ ਉਹ ਜਿਹਨੂੰ ਕਿਹਾ ਜਾਂਦਾ ਜੀ ਬੰਗਾਲ ਦੀ ਸ਼ੇਰਨੀ ਆ, ਤੇ ਪੂਰੀ ਦਹਾੜਨ ਲੱਗ ਪਈ ਆ। ਅਮਿਤ ਸ਼ਾਹ ਦਾ ਜਦੋਂ ਉੱਥੇ ਰੈਲੀ ਸੀਗੀ ਤੇ ਉਹਨੂੰ ਪਤਾ ਲੱਗਿਆ ਵੀ ਉੱਥੇ ਤਾਂ ਲੋਕ 100 ਦੇ ਹਿਸਾਬ ਦੇ ਨਾਲ ਹੀ ਆਏ ਨਹੀਂ ਲੋਕ, ਉਹਦੇ ਨਾਲ ਫਿਰ ਉਹਨੂੰ ਝੂਠ ਬੋਲਣਾ ਪਿਆ ਵੀ ਮੇਰਾ ਹੈਲੀਕਾਪਟਰ ਜਿਹੜਾ ਵੀ ਅਮਿਤ ਸ਼ਾਹ ਦਾ ਹੈਲੀਕਾਪਟਰ ਖਰਾਬ ਹੋ ਗਿਆ ਤੇ ਉਹ ਇਸ ਕਰਕੇ ਇਸ ਰੈਲੀ 'ਚ ਨਹੀਂ ਪਹੁੰਚ ਸਕਦਾ। ਪਰ ਉਸੇ ਟਾਈਮ ਉਹ ਦੂਸਰੀ ਹੋਰ ਰੈਲੀ 'ਚ ਕਿਤੇ ਚਲਿਆ ਗਿਆ, ਹੋਰ ਜਗ੍ਹਾ ਤੇ, ਹੋਰ ਸਟੇਟ ਦੇ ਵਿੱਚ। ਜੇ ਹੈਲੀਕਾਪਟਰ ਖਰਾਬ ਹੋਇਆ ਇੱਕ ਗ੍ਰਹਿ ਮੰਤਰੀ ਦਾ, ਉਹ ਗ੍ਰਹਿ ਮੰਤਰੀ ਝੂਠ ਬੋਲਿਆ ਮੇਰਾ ਹੈਲੀਕਾਪਟਰ ਖਰਾਬ ਹੋ ਗਿਆ, ਤਾਂ ਉਸੇ ਟਾਈਮ ਹੀ ਉਹ ਹੋਰ ਰੈਲੀ ਨੂੰ ਸੰਬੋਧਨ ਕਰਨ ਪਹੁੰਚ ਜਾਂਦਾ। ਸ਼ਾਇਦ ਉਹ ਪੱਛਮੀ ਬੰਗਾਲ ਦੇ ਵਿੱਚ ਜਾਣ ਦਾ ਕਰਕੇ ਹੈਲੀਕਾਪਟਰ ਖਰਾਬ ਹੋ ਜਾਂਦਾ, ਪਰ ਦੂਜੇ ਬੰਦੇ ਨੂੰ ਬਿਲਕੁਲ ਸਹੀ ਰਹਿੰਦਾ ਆ। ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਨਾਲ ਕਰਦੇ ਆ ਜੀ, ਤੁਸੀਂ ਸਟੂਡੀਓ 'ਚ ਕਾਲ ਕਰ ਸਕਦੇ ਹੋ। ਤੁਸੀਂ ਆਪਣੀ ਨਜ਼ਰ ਨਾਲ ਦੱਸਣਾ, ਆਪਣੇ ਤਜਰਬੇ ਦੇ ਨਾਲ ਦੱਸਣਾ ਵੀ ਆਉਣ ਵਾਲਾ ਸਮਾਂ ਕੀ ਹੋਊਗਾ। ਜੇ ਇਦਾਂ ਦੇ ਹਾਲਾਤ ਰਹੇ ਤਾਂ ਭਾਰਤੀ ਜਨਤਾ ਪਾਰਟੀ ਦੇ ਵਿੱਚੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ ਜੀ। ਕੱਲ ਯੂਪੀ ਦੇ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਜਿਹੜੇ ਡਿਫੈਂਸ ਮਿਨਿਸਟਰ ਹੈ ਜੀ ਰਾਜਨਾਥ ਸਿੰਘ, ਉਹਨਾਂ ਨੇ ਵੀ ਜਿਹੜੀ ਆਵਾਜ਼ ਦਿੱਤੀ ਆ, ਉਹ ਕਹਿੰਦੇ ਸਰਕਾਰ ਨੂੰ ਕਿਸਾਨਾਂ ਦੇ ਨਾਲ ਗੱਲ ਕਰਨੀ ਚਾਹੀਦੀ। ਜਿਹੜੀ ਖੜੋਤ ਆਈ ਆ ਉਹਨੂੰ ਅੱਗੇ ਤੋਰਨਾ ਚਾਹੀਦਾ ਆ। ਜਿਹੜੀ ਖੜੋਤ ਆ ਉਹ ਚੰਗੀ ਗੱਲ ਨਹੀਂ ਹੈਗੀ, ਉਹਨੂੰ ਅੱਗੇ ਤੋਰਨਾ ਚਾਹੀਦਾ। ਤੇ ਇਹ ਜਿਹੜੀ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ, ਇਹਨੂੰ ਤੁਸੀਂ ਕਿਸ ਨਜ਼ਰੀਏ ਦੇ ਨਾਲ ਦੇਖਦੇ ਹੋ? ਕੀ ਦੇਖਦੇ ਹੋ ਵੀ ਆਉਣ ਵਾਲਾ ਸਮਾਂ ਜਿਹੜਾ ਬੀਜੇਪੀ ਦਾ ਕਿੱਦਾਂ ਦਾ ਆ? ਤੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ, ਆਪਣੇ ਵਿਚਾਰ ਦੇ ਸਕਦੇ ਹੋ ਜੀ। ਓਪਨ ਵਿਚਾਰ ਆ, ਤੁਹਾਡੇ ਵਿਚਾਰ ਆ, ਤੁਹਾਡੇ ਗੱਲਬਾਤ ਹੋਊਗੀ, ਤੁਸੀਂ ਕਿਸ ਵਿਸ਼ੇ ਤੇ ਗੱਲ ਕਰਨੀ ਚਾਹੁੰਦੇ ਹੋ। ਪਰ ਜਿਸ ਤਰ੍ਹਾਂ ਰਾਜਨਾਥ ਨੇ ਇਹ ਗੱਲ ਕਹੀ ਹੈ ਵੀ ਇਹ ਜਿਹੜੀ ਗੱਲਬਾਤ ਆ ਕਿਸਾਨਾਂ ਦੀ ਤੇ ਸਰਕਾਰ ਦੀ ਆ, ਇਹ ਅੱਗੇ ਤੁਰਨੀ ਚਾਹੀਦੀ ਹੈ, ਇੰਨੀ ਖੜੋਤ ਨਹੀਂ ਆਉਣੀ ਚਾਹੀਦੀ। ਇਹ ਬੜਾ ਵੱਡਾ ਆ। ਇਹਦਾ ਮਤਲਬ ਆ ਵੀ ਅੰਦਰੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ। ਜਿੱਥੇ ਧੂੰਆਂ ਤਾਂ ਹੀ ਨਿਕਲਦਾ ਜੀ ਜੇ ਅੱਗ ਬਲੂਗੀ, ਥੱਲੇ ਅੱਗ ਹੋਊਗੀ ਤਾਂ ਧੂੰਆਂ ਉੱਪਰ ਨਿਕਲੂਗਾ, ਨਹੀਂ ਤਾਂ ਨਹੀਂ ਨਿਕਲਦਾ ਹੁੰਦਾ। ਪਰ ਜਦੋਂ ਖੜੋਤ ਆਉਂਦੀ ਹੈ ਨਾ, ਉਸ ਖੜੋਤ ਨੂੰ ਅੱਗੇ ਤੋਰਨਾ ਜ਼ਰੂਰੀ ਆ। ਜੇ ਪੱਛਮੀ ਬੰਗਾਲ ਦੇ ਵਿੱਚੋਂ ਜਾਂ ਹੋਰਾਂ 4 ਸਟੇਟਾਂ ਦੇ ਵਿੱਚੋਂ ਬੀਜੇਪੀ ਹਾਰਦੀ ਆ ਤਾਂ ਉਹਦਾ ਖਮਿਆਜਾ ਕੀ ਭੁਗਤਣਾ ਪੈ ਸਕਦਾ? ਸ਼ਾਇਦ ਨਰਿੰਦਰ ਮੋਦੀ ਨੂੰ ਆਪਣੀ ਸੱਤਾ ਵੀ ਛੱਡਣੀ ਪੈ ਸਕਦੀ ਹੈ। ਤੁਸੀਂ ਇਹਦੇ ਤੇ ਆਪਣੇ ਕੀ ਵਿਚਾਰ ਦਿੰਦੇ ਹੋ? ਤੁਸੀਂ ਕੀ ਸੋਚਦੇ ਹੋ ਵੀ ਕੀ ਹੋ ਸਕਦਾ ਆ? ਪੂਰੀ ਦੁਨੀਆ ਦੇ ਵਿੱਚ ਜਿਹੜਾ ਕਿਸਾਨਾਂ ਦਾ ਸੰਘਰਸ਼ ਹੈ ਇਸ ਟਾਈਮ ਪੂਰੀ ਚਰਮ ਸੀਮਾ ਤੇ ਆ। ਸ਼ਾਇਦ ਉਹ ਲੀਡਰਾਂ ਨੂੰ ਵੀ ਨਹੀਂ ਪਤਾ ਕਿੱਥੇ ਕਿੱਥੇ ਜਿਹੜਾ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ। ਇੱਕ ਬੜੀ ਵੱਡੀ ਐਕਟਿਵ ਲਿਲੀ ਸਿੰਘ ਅਮਰੀਕਾ ਦੇ ਵਿੱਚ, ਉਹ ਇੱਕ ਗਈ ਹੈ ਜੀ, ਕੋਈ ਭਾਰਤੀ ਸੀਗਾ, ਉਹਨੂੰ ਸਨਮਾਨ ਕਰਨਾ ਸੀਗਾ, ਤੇ ਉਹਨੇ ਵੀ ਲਿਖਿਆ ਸੀਗਾ ਆਪਣੇ ਮਾਸਕ ਦੇ ਉੱਪਰ ਲਿਖਿਆ ਸੀ ਆਈ ਸਪੋਰਟ ਫਾਰਮਰਸ। ਇਹ ਬੜੀ ਵੱਡੀ ਗੱਲ ਆ। ਏਡੀਆਂ ਵੱਡੀਆਂ ਖਬਰਾਂ, ਪੂਰੇ ਸੈਲੀਬ੍ਰਿਟੀ ਜਿਹੜੇ ਉਹ ਕਿਸਾਨਾਂ ਦੇ ਨਾਲ ਆ। ਤੇ ਸਰਕਾਰ ਕਿਹੜੇ ਬੰਨੇ ਨੂੰ ਜਾ ਰਹੀ ਹੈ, ਜਿੱਦ ਜਿਹੜੀ ਆ ਉਹ ਕੀ ਕਰੂਗੀ, ਇਹ ਆਉਣ ਵਾਲਾ ਸਮਾਂ ਦੱਸੂਗਾ। ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਕੀ ਚਾਹੁੰਦੇ ਹੋ। ਤੇ ਇਹ ਸਾਰਾ ਕੁਝ ਜਿਹੜਾ ਆਪਾਂ ਲੋਕਾਂ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ, ਤੁਹਾਡੇ ਵਿਚਾਰ ਆ ਜੀ। ਤੁਸੀਂ ਆਪਣੇ ਵਿਚਾਰ ਜਿਹੜੇ ਓਪਨ ਦੇ ਸਕਦੇ ਹੋ। ਚੱਲਦੇ ਆਪਾਂ ਕਾਲ ਤੇ। ਹਾਂਜੀ 7380 ਸਵਾਗਤ ਹੈ ਜੀ। ਹਾਂਜੀ ਚੰਦੀਪ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਚਲੋ ਆਪਾਂ ਧੰਨਵਾਦ ਸਾਰੇ ਕਰਦੇ ਆ ਵੀ ਆਪਣੀ ਭੈਣ ਦੀ ਖਾਤਰ ਜਿਹੜੀ ਹੈਲਪ ਹੋ ਰਹੀ ਆ ਜੀ, ਵੱਧ ਤੋਂ ਵੱਧ ਕਰੋ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਵੀ ਆਪਣੇ ਵੀ ਇਕੱਲੇ ਪੈਸੇ ਨਾਲ ਉਹਨਾਂ ਦੁਆਵਾਂ ਵੀ ਦਵੋ। ਹਾਂਜੀ ਮੈਂ ਪਹਿਲਾਂ ਤਾਂ ਹੀ ਵੀ ਤੁਹਾਡੀ ਗੱਲ ਮਾਫ ਕਰਨਾ, ਮੈਂ ਤੁਹਾਡੀ ਗੱਲ ਤੋਂ ਮੈਂ ਕਿਹਾ ਨਾਲ ਅਰਦਾਸ ਵੀ ਕਰੋ। ਅਰਦਾਸ ਦੇ ਵਿੱਚ ਬੜੀ ਪਾਵਰ ਹੈ ਜੀ। ਦੇਖੋ ਜੀ ਇਹ ਕੰਟਰੀ ਦੇ ਵਿੱਚ ਵਿਚਾਰੀ ਵਧੀਆ ਫਿਊਚਰ ਲੈਣ ਦੀ ਖਾਤਰ ਆਈ ਸੀ। ਹੁਣ ਇੱਥੇ ਸਟੂਡੈਂਟਾਂ ਦੀਆਂ ਆ ਕੇ ਲਾਟਰੀਆਂ ਤੱਕ ਵੀ ਨਿਕਲ ਗਈਆਂ ਨੇ, ਲਾਸ਼ਾਂ ਵੀ ਗਈਆਂ ਨੇ, ਹਨਾ। ਬਿਲਕੁਲ ਜੀ ਬਿਲਕੁਲ। ਬਾਕੀ ਤਾਂ ਪ੍ਰਮਾਤਮਾ ਨੂੰ ਮਨਜ਼ੂਰ ਹੁੰਦਾ ਤੇ ਵਾਹਿਗੁਰੂ ਠੀਕ ਕਰੂਗਾ ਆਪਣੇ, ਤੇ ਪਾਠ ਜ਼ਰੂਰ ਕਰਨ ਜੀ। ਤੇ ਬਾਕੀ ਜਿਹੜੀ ਆਪਾਂ ਗੱਲ ਕਰਦੇ ਆ ਜੀ, ਇਹ ਬੀਜੇਪੀ ਦਾ ਇਹ ਤਾਂ ਆਊਟ ਕਰਨੀ ਪੈਣੀ ਆ ਇਹ ਕੰਟਰੀ ਦੇ ਵਿੱਚੋਂ, ਹਨਾ ਜੀ ਜੀ ਜੀ। ਕਿਉਂਕਿ ਇਕੱਲਾ ਕਿਸਾਨਾਂ ਦੇ ਮੁੱਦੇ ਨਹੀਂ, ਇਹ ਤਾਂ ਬਰਬਾਦ ਕਰ ਦੂਗਾ ਕੰਟਰੀ ਨੂੰ। ਜਿਹੜੇ ਇਹਨਾਂ ਦੇ ਅੰਧੇ ਭਗਤ ਵੀ ਨੇ ਨਾ ਇੱਥੇ, ਉਹ ਵੀ ਸੁਧਰ ਜਾਣ, ਹਨਾ ਜੀ ਜੀ।
ਕਿਵੇਂ ਅੱਗੇ ਬੋਰਡ ਲਵਾ ਕੇ ਬਿਨਾਂ ਗੱਲ ਤੋਂ ਆਪਦੇ ਕੋਲੋਂ ਹੀ ਧੰਨਵਾਦ ਕਰੀ ਜਾਂਦੇ ਨੇ, ਕੋਈ ਗੱਲ ਨਹੀਂ, ਕੋਈ ਗਿਆਨ ਨਹੀਂ। ਕਿੱਥੇ ਤਾਂ ਇੱਕ ਬੰਦੇ ਤਾਂ ਵੱਡੇ ਪਏ ਨੇ, ਇੱਕ ਬੰਦੇ ਜ਼ਖਮਾਂ ਤੇ ਮਲਮ ਲਾਉਣ ਦੀ ਬਜਾਏ ਆ ਕੇ ਉਹਨਾਂ ਨੂੰ ਅਪੋਜ਼ ਕਰਨਾ ਸ਼ੁਰੂ ਕਰ ਦਿੰਦੇ ਨੇ, ਹਨਾ। ਜੀ ਜੀ। ਤੇ ਕਿਉਂਕਿ ਹੁਣ ਸਾਰੇ ਪਾਸੇ, ਹੁਣ ਮੈਂ ਅੱਜ ਲੱਖੇ ਦੀ ਵੀ ਇੰਟਰਵਿਊ ਸੁਣਦਾ ਸੀ, ਉਹ ਵੀ ਇਹੀ ਗੱਲ ਕਹਿੰਦਾ ਸੀ, ਕਹਿੰਦਾ ਤੁਸੀਂ ਬਾਰ-ਬਾਰ ਨਾ ਕਹੋ ਵੀ ਤੁਸੀਂ ਆਪਦੀ ਅੱਡ ਸਟੇਜ ਲਾ ਲਓ, ਫਲਾਨਾ ਧਮਕਾ, ਵੀ ਕਹਿੰਦਾ ਅਸੀਂ ਉਹਨਾਂ ਦੇ ਨਾਲ ਹੀ ਆ, ਇਕੱਠੇ ਹੀ ਆ, ਹਨਾ। ਹੁਣ ਉਹਨੇ ਵੀ ਇਹ ਗੱਲ ਕਹਿਣੀ ਸ਼ੁਰੂ ਕਰਤੀ ਆ ਵੀ ਇਹ ਜਿਹੜੀ ਮੇਰੇ ਨਾਲ ਕਿਹੜ ਕਿੱਡੀ ਆ ਬੰਦੇ ਨੇ, ਕਹਿੰਦਾ ਉਹ ਮੇਰੀ ਪਰਸਨਲੀ ਦੁਸ਼ਮਣੀ ਸੀ, ਪਰ ਉਹਨੂੰ ਇੱਥੇ ਸਟੇਜਾਂ ਤੇ ਆ ਕੇ ਨਹੀਂ ਸੀ ਕਰਨਾ ਚਾਹੀਦਾ, ਹਨਾ। ਤੇ ਬਾਕੀ ਹੁਣ ਬੰਗਾਲ ਦੇ ਵਿੱਚ ਤਾਂ ਚਲੋ ਜੀ ਇਹਨਾਂ ਨੂੰ ਮੁੱਦੇ ਮੋਂ ਡਿੱਗਣਾ ਹੀ ਡਿੱਗਣਾ, ਕਿਉਂਕਿ ਉੱਥੇ ਲੋਕੀ ਪੜ੍ਹੇ ਲੋਕ ਵੀ ਆ, ਕੋਈ ਜਵਾਬ ਵੀ ਰਾਈਟ ਵੇ ਦਿੰਦੇ ਆ, ਉਹ ਲੋਕ ਇੱਕ ਬਕਾਊ ਹੈ ਨਹੀਂ। ਬਿਲਕੁਲ। ਇੱਕ ਵੀਰ ਜਿਹੜੀ ਗੱਲ ਵੱਡੀ ਹੋ ਗਈ ਜੀ, ਕਹਿੰਦੇ ਪੰਜਾਬੀ ਤੇ ਬੰਗਾਲੀ ਫੇਰ ਇਕੱਠੇ ਹੋ ਗਏ ਤੇ ਕਹਿੰਦੇ ਤਾਂ ਵੱਡਿਆਂ ਵੱਡਿਆਂ ਦੇ ਪੈਰ ਨਹੀਂ ਲੱਗਣ ਦਿੰਦੇ। ਦੇਖੋ ਜੀ, ਜਦੋਂ ਇੱਕ ਚੀਜ਼ ਸੋਚਣ ਵਾਲੀ ਆ, ਜਿਹੜੇ ਆਜ਼ਾਦੀ ਦੇ ਘਲਾਟੀਏ ਹੋਏ ਨੇ ਸਭ ਨੂੰ ਵੱਡੇ ਪੰਜਾਬ ਤੇ ਬੰਗਾਲ ਦੇ ਹੀ ਹੋਏ ਨੇ। ਜੀ ਜੀ। ਉਸ ਟਾਈਮ ਇਹਨਾਂ ਦਾ ਰਾਬਤਾ ਨਹੀਂ ਸੀ ਹੁੰਦਾ ਗੋਰਿਆਂ ਮੌਕੇ, ਹੁਣ ਸੌਖਾ ਹੋ ਗਿਆ ਜੀ, ਹਨਾ। ਭਾਵੇਂ ਹੋਰ ਵੀ ਆਪਾਂ ਸਪੋਰਟਸਮੈਨਾਂ ਦੀ ਗੱਲ ਕਰ ਲਈਏ, ਭਾਵੇਂ ਸਿੰਗਰਾਂ ਦੀ ਗੱਲ ਕਰ ਲਈਏ, ਇਹ ਹਮੇਸ਼ਾ ਬੰਗਾਲ ਤੇ ਪੰਜਾਬ ਚੋਂ ਵੱਡੇ ਹੋਏ ਨੇ। ਬਿਲਕੁਲ ਜੀ, ਹਨਾ। ਤੇ ਹੁਣ ਦੇਖੋ ਬਾਕੀ ਕੀ ਬਣਦਾ, ਤੇ ਉੱਥੋਂ ਤਾਂ ਜਿੱਤ ਯਕੀਨੀ ਹੈਗੀ ਹੋਈ ਆ ਮਮਤਾ ਦੀ, ਉਹ ਤਾਂ ਕੋਈ ਚਾਂਸ ਹੀ ਹੈ ਨਹੀਂ ਵੀ ਉੱਥੋਂ ਮਾੜਾ ਮੋਟਾ ਲੈ ਜਾਣ। ਤਾਂ ਇਹੀ ਆ ਵੀ ਉੱਥੋਂ ਮਾੜੀ ਮੋਟੀ ਆਪਦੀ ਇੱਜ਼ਤ ਬਚਾ ਕੇ ਮੁੜੇ ਹੁਣ ਤਾਂ ਚੰਗੇ ਰਹਿਣਗੇ। ਜੀ ਜੀ। ਧੰਨਵਾਦ ਵੀਰ ਜੀ, ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਬਿਲਕੁਲ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਦੇ ਸਕਦੇ ਹੋ, ਥੋੜਾ ਜਿਹਾ ਹੋਲਡ ਜ਼ਰੂਰ ਰੱਖਿਆ ਕਰੋ। ਹਾਂਜੀ 2156 ਸਵਾਗਤ ਹੈ ਜੀ। ਮੈਂ ਦੁਬਾਰਾ ਹੈ ਜੀ, ਜਿਹੜੀ ਇਲੈਕਸ਼ਨ ਦੀ ਗੱਲ ਹੈਗੀ, ਕਿਸਾਨ ਬਹੁਤ ਵਧੀਆ ਕਰ ਰਹੇ ਆ ਜੀ। ਮੈਨੂੰ ਤਾਂ ਇੱਥੇ ਤੱਕ ਲੱਗਦਾ ਕਿਸਾਨਾਂ ਦੀਆਂ ਮੰਗਾਂ ਨਾਲੋਂ ਮੋਦੀ ਦਾ ਜਾਣਾ ਜਿਹੜਾ ਜ਼ਿਆਦਾ ਜ਼ਰੂਰੀ ਆ। ਨਹੀਂ ਤਾਂ ਉਹ ਇਦਾਂ ਦਾ ਕੋਈ ਨਾ ਕੋਈ ਹੋਰ ਢੰਗਾਂ 'ਚ ਫੇਰ ਲੈ ਕੇ ਆ ਜਾਓ, ਫੇਰ ਲੋਕ ਸੜਕਾਂ ਤੇ ਆਣਗੇ। ਜਿੰਨਾ ਚਿਰ ਮੋਦੀ ਨਹੀਂ ਜਾਂਦਾ ਉਹਨਾਂ ਚਿਰ ਕੰਟਰੀ ਦਾ ਤਰੱਕੀ ਕਰਨੇ ਦਾ ਕੋਈ ਮੈਨੂੰ ਰਸਤਾ ਨਹੀਂ ਦੇਖਦਾ। ਇਸ ਲਈ ਮੋਦੀ ਦਾ ਜਾਣਾ ਬਹੁਤ ਜ਼ਰੂਰੀ ਆ। ਹਰ ਇੱਕ ਚੀਜ਼ ਨਾਲ ਜ਼ਰੂਰੀ ਇਹੀ ਆ ਕਿ ਕਿਸੇ ਨਾ ਕਿਸੇ ਤਰ੍ਹਾਂ ਮੋਦੀ ਨੂੰ ਵੱਖ ਕੀਤਾ ਜਾਵੇ, ਫਿਰ ਹੀ ਕੋਈ ਆਊਗਾ ਕਿਸੇ ਦੀ ਗੱਲ ਸੁਣੂਗਾ। ਜੇ ਹੁਣ ਇੱਕ ਜਗ੍ਹਾ ਤੋਂ ਹਾਰ ਵੀ ਗਿਆ, ਦੂਸਰੀ ਜਗ੍ਹਾ ਜਿੱਤ ਗਿਆ, ਫਿਰ ਵੀ ਖਰਾਬੀ ਹੈ। ਮੈਂ ਕਹਿੰਦਾ ਹਰ ਇੱਕ ਜਗ੍ਹਾ ਤੇ ਇਹ ਕੁਛ ਹੋਵੇ, ਮੋਦੀ ਸਦਾ ਤੋਂ ਬਾਹਰ ਹੋਵੇ, ਕੋਈ ਚੰਗਾ ਬੰਦਾ ਆਵੇ ਜਿਹੜਾ ਕਿਸਾਨਾਂ ਦੀਆਂ ਤੇ ਲੋਕਾਂ ਦੀਆਂ ਤਕਲੀਫਾਂ ਨੂੰ ਦੇਖੇ। ਇਹਨੇ ਨਹੀਂ ਦੇਖਣਾ, ਇਹਨੇ ਤਾਂ ਵੀ ਜ਼ਿਆਦਾ ਦੇਣੀ ਲੋਕਾਂ ਨੂੰ, ਤਕਲੀਫੇ ਦੇਣੀਆਂ। ਤੁਸੀਂ ਸ਼ੁਰੂ ਤੋਂ ਦੇਖ ਲਓ, ਮੈਂ ਅਕਾਊਂਟਾਂ 'ਚ ਪੈਸੇ ਭੇਜ ਦਊਂਗਾ, ਫਿਰ ਕਰਾਚੀ ਏਦਾਂ ਕਰ ਦਊਂਗਾ, ਬਾਹਰੋਂ ਪੈਸਾ ਆ ਜਾਊਗਾ, ਕੱਖ ਨਹੀਂ ਇਹਨੇ ਕੀਤਾ ਸਵਾਏ ਹੇਰਾ ਫੇਰੀ ਵਾਲਿਆਂ ਤੋਂ, ਪ੍ਰਮੋਟ ਕਰਨੇ ਤੋਂ ਬਗੈਰ ਕੁਝ ਨਹੀਂ ਕੀਤਾ। ਸਿਰਫ ਇਹ ਜਿਹੜੇ ਲੋਕਾਂ ਦਾ ਹੱਕ ਮਾਰਦੇ ਉਹਨਾਂ ਨੂੰ ਪ੍ਰਮੋਟ ਕਰਦਾ, ਦੂਸਰਿਆਂ ਨੂੰ ਥੱਲੇ ਦੱਬਦਾ। ਇਹ ਇਹਦੀ ਨੀਤੀ ਆ ਜਿਹੜੀ ਕਿ ਬਹੁਤ ਘਾਤਕ ਹੈਗੀ ਆ। ਉਹ ਰੰਗੀਏ ਵਰਗੀਆਂ ਦੀਆਂ ਨੀਤੀਆਂ ਰਲਦੀਆਂ ਮਿਲਦੀਆਂ ਹੈਗੀਆਂ, ਜਿੱਦਾਂ ਰਲ ਕੇ ਸਾਰੀਆਂ ਪਾਵਰਾਂ ਨੇ ਰੰਗੀਏ ਨੂੰ ਬਾਹਰ ਕੀਤਾ ਸੀਗਾ ਤੇ ਉਹਦਾ ਰਾਜ ਖਤਮ ਹੋ ਗਿਆ। ਏਦਾਂ ਮੋਦੀ ਦਾ ਰਾਜ ਖਤਮ ਹੋਊਗਾ, ਫਿਰ ਕੁਝ ਬਣ ਸਕਦਾ, ਨਹੀਂ ਤਾਂ ਮੈਨੂੰ ਕੋਈ ਭਵਿੱਖ ਚੰਗਾ ਨਹੀਂ ਦਿਖਦਾ। ਬਿਲਕੁਲ ਚੌਹਾਨ ਸਾਹਿਬ, ਗੱਲ ਤੁਹਾਡੀ ਸਹੀ ਆ, ਐਡਾ ਭਵਿੱਖ ਵਧੀਆ ਨਹੀਂ ਹੈਗਾ, ਪਰ ਬੀਜੇਪੀ ਦੇ ਅੰਦਰੋਂ ਆਵਾਜ਼ਾਂ ਵੀ ਉੱਠਣੀਆਂ ਸ਼ੁਰੂ ਹੋ ਗਈਆਂ ਜੀ। ਉਹ ਜਦੋਂ ਬੰਦਾ ਅੰਦਰੋਂ ਬਿਮਾਰੀ ਲੱਗਦੀ ਹਮੇਸ਼ਾ ਅੰਦਰੋਂ ਹੁੰਦੀ ਆ, ਉਹਦਾ ਅਸਰ ਬਾਹਰ ਚ ਦੇਖਦਾ। ਤੇ ਸ਼ੁਰੂ ਜਿਹੜੀ ਅੰਦਰੋਂ ਬਿਮਾਰੀ ਸ਼ੁਰੂ ਹੋ ਗਈ ਆ, ਇਹਦਾ ਮਤਲਬ ਇਹ ਮੋਦੀ ਜਾਣ ਦੇ ਪਾਸੇ ਨੂੰ ਤੁਰ ਪਿਆ ਹੈਗਾ। ਬਿਮਾਰੀ ਉਦੋਂ ਅੰਦਰੋਂ ਸ਼ੁਰੂ ਹੁੰਦੀ ਆ ਜਦੋਂ ਲੋਕਾਂ ਦੀਆਂ ਆਵਾਜ਼ਾਂ ਉੱਠਦੀਆਂ। ਹੁਣ ਲੋਕਾਂ ਦਾ ਇਕੱਠ ਹੋਵੇ, ਆਪਸ ਵਿੱਚ ਲੜਾਈਆਂ ਦਾ ਕਾਰਨ ਸਾਰੇ ਇਕੱਠੇ ਹੋ ਕੇ ਇਹਨੂੰ ਭਜਾਉਣ ਦੀ ਕੋਸ਼ਿਸ਼ ਕਰਨ ਤਾਂ ਇਹਨਾਂ ਦੀਆਂ ਥੋੜ੍ਹੀਆਂ ਅੱਖਾਂ ਖੁੱਲੂਗੀਆਂ, ਨਹੀਂ ਤਾਂ ਇਹਨਾਂ ਦੀ ਅੱਖਾਂ ਦੇ ਜਿੱਦਾਂ ਕਹਿੰਦੇ ਆ ਨਾ ਮਗਰੂਰ ਹੋ ਗਈਆਂ, ਇਹਨਾਂ ਨੂੰ ਕੁਛ ਦੇਖਦਾ ਨਹੀਂ। ਲੋਕ ਇਹਨਾਂ ਨੂੰ ਕਾਢੇ ਕਿਰੀਆਂ ਦੇਖਦੇ ਆ ਔਰ ਆਪਣੀ ਪਾਵਰ ਜ਼ਿਆਦਾ ਦੇਖਦੀ ਆ। ਜਿਹੜੇ ਇੱਥੇ ਬਿੱਲ ਬੁੱਲ ਲਾਉਂਦੇ ਆ, ਮੈਂ ਉਹਨਾਂ ਨੂੰ ਵੀ ਕਹਿੰਦਾ ਸਮਝ ਜਾਓ, ਮੋਦੀ ਨੇ ਛੱਡਣਾ ਤੁਹਾਡਾ ਵੀ ਕੱਖ ਨਹੀਂ। ਬਰਬਾਦ ਉਹਨਾਂ ਨੇ ਹਰੇਕ ਨੂੰ ਕਰਨਾ, ਅੱਜ ਇੱਕ ਨੂੰ ਕਰ ਲੂ, ਕੱਲ ਨੂੰ ਦੂਸਰੇ ਨੂੰ ਕਰ ਦੇਣਾ। ਜਿਹੜਾ ਆਪਣੇ ਘਰਦਿਆਂ ਦਾ ਮਿੱਤ ਨਹੀਂ ਹੋ ਸਕਿਆ, ਤੁਹਾਡਾ ਕਿੱਥੋਂ ਹੋ ਜਾਊਗਾ? ਆ ਜਿਹੜੇ ਵੋਮੈਨ ਦੇ ਉੱਥੇ ਮਨਾਉਂਦੇ ਫਿਰਦੇ, ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ, ਪਹਿਲਾਂ ਤੁਸੀਂ ਉਸ ਮੁਜ਼ਾਹਰੇ ਦੀ ਪ੍ਰਧਾਨ ਜਿਹੜੀ ਆ ਮੋਦੀ ਦੀ ਬਾਰਿਸ਼ ਨੂੰ ਬਣਾਵੇ, ਜਿਹੜੀ ਸਾਰੀ ਉਮਰ ਦੀ ਵਿਚਾਰੀ ਦਰਗਾਹੀਓ ਘਰ ਬੈਠੀ ਆ, ਉਹਨੂੰ ਆਪਣੇ ਇਸ ਇਜਲਾਸ ਦਾ ਮੁਖੀਆ ਲਿਆਵੇ, ਉਹਨੂੰ ਉੱਥੇ ਥੋੜਾ ਜਿਹਾ ਨਿਮੰਤਰਣ ਦੇ ਕੇ ਉਹਨੂੰ ਸਨਮਾਨ ਦਿੰਦੇ। ਫਿਰ ਸਨਮਾਨ ਸੀ ਕਿ ਜ਼ਿਆਦਾ ਸਨਮਾਨ ਥੱਲੇ ਸ਼ੁਰੂ ਕੀਤਾ ਜਾਂਦਾ ਜਾਂ ਉੱਤੋਂ ਸ਼ੁਰੂ ਕੀਤਾ ਜਾਂਦਾ, ਫਿਰ ਉਹ ਸਹੀ ਤਰੀਕਾ ਸੀਗਾ। ਉਹਨੂੰ ਲਿਆ ਕੇ ਸਨਮਾਨਿਤ ਕਰਦੇ, ਉਹਨੂੰ ਵੀ ਪਤਾ ਲੱਗਦਾ ਮੈਂ ਵੀ ਦੁਨੀਆ ਵਿੱਚ ਕੁਛ ਹੈਗੀ ਆ, ਮੈਂ ਅਜੇ ਜਿੰਦਾ ਆ। ਫਿਰ ਮੋਦੀ ਨੂੰ ਵੀ ਦੇਖਦਾ ਵੀ ਔਰਤਾਂ ਦਾ ਸਨਮਾਨ ਕਰੀਦਾ, ਉਹਦੀ ਔਰਤ ਨੂੰ ਲਿਆ ਕੇ ਉਹਦਾ ਸਨਮਾਨ ਤੁਸੀਂ ਕਰਦੇ, ਫਿਰ ਉਹਦੇ ਤੱਕ ਆਵਾਜ਼ ਪਹੁੰਚਦੀ ਸੀ, ਪਰ ਕਿਸੇ ਨੇ ਸਹੀ ਰਸਤਾ ਨਹੀਂ ਦੇਖਿਆ। ਓਕੇ ਜੀ, ਧੰਨਵਾਦ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਚੱਲਦੇ ਆਪਾਂ ਨੈਕਸਟ ਕਾਲ ਤੇ 6088 ਸਵਾਗਤ ਹੈ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਚੱਲ ਰਿਹਾ ਜੀ ਸਰ ਜੀ ਪ੍ਰੋਗਰਾਮ। ਥੈਂਕ ਯੂ ਜੀ। ਹਾਂਜੀ ਮੇਰਾ ਸਰ ਜੀ ਇਹ ਕੁਐਸਚਨ ਆ ਵੀ ਜਿੱਦਾਂ
ਜਿਹੜੀ ਰੈਲੀ ਹੋਈ ਆ ਵਲਟੋਵੇ ਨੇ ਕਰਾਈ ਆ, ਜਿਹੜੇ ਲੋਕ ਜਾਗੇ ਆ ਉਹਨਾਂ ਨੂੰ ਸਲੂਟ ਕਰਦਾ ਮੈਂ। ਪਰ ਇਹ ਜਿਹੜੇ ਲੋਕ ਤੁਸੀਂ ਵੇਖੋ ਕਿੰਨਾ ਉੱਥੇ ਇਕੱਠ ਸੀ, ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਸੀਗਾ ਉੱਥੇ। ਜੀ ਜੀ। ਉਹ ਲੋਕ ਅਜੇ ਵੀ ਆਸ ਰੱਖਦੇ ਆ ਵੀ ਪਤਾ ਨਹੀਂ ਸੁਖਬੀਰ ਨੇ ਪੰਜਾਬ ਦੀ ਬੇੜੀ ਜਿਹੜੀ ਉਹ ਬੰਨੇ ਲਾ ਦੇਣੀ ਆ, ਵਲਟੋਵੇ ਨੇ ਜਾਂ ਉਹਨੇ ਮਜੀਠੀਏ ਨੇ ਲਾ ਦੇਣੀ ਆ। ਇਹਨਾਂ ਲੋਕਾਂ ਦੀ ਸੋਚ ਦੇ ਉੱਤੇ ਕੀ ਕਹੋਗੇ ਤੁਸੀਂ? ਮਤਲਬ ਹਨਾ ਸਾਡੇ ਲੋਕ ਅਸੀਂ ਜਿੱਦਾਂ ਕਿੰਨੀ ਇੱਥੋਂ ਹੈਲਪ ਕਰਨੇ ਆ, ਕਈ ਵਾਰ ਕੋਈ ਮਾੜਾ ਮੋਟਾ ਕਿਸੇ ਦਾ ਸਾਡੇ ਉੱਥੇ ਕੋਈ ਨੁਕਸਾਨ ਹੋਵੇ ਜਾਂ ਕੋਈ ਗੱਲ ਹੋਵੇ, ਪਰ ਅਜੇ ਜਿਹੜੇ ਲੋਕ ਜਾਗੇ ਆ ਉਹਨਾਂ ਨੂੰ ਅਸੀਂ ਨਮਸਕਾਰ ਔਰ ਸਲੂਟ ਕਰਦੇ ਆ। ਬਿਲਕੁਲ ਜੀ। ਬਾਰੇ ਕੀ ਕਹੋਗੇ ਤੁਸੀਂ? ਅੱਛਾ, ਜਾਗੇ ਪਤਾ ਨਹੀਂ ਹੁਣ ਤੱਕ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਏਡਾ ਵੱਡਾ ਹੋਇਆ। 1978 ਦੇ ਵਿੱਚ ਨਿਰੰਕਾਰੀ ਕਾਂਡ ਹੋਇਆ ਸੀਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਮਾਈ ਦੇ ਅੰਦਰ, ਤੇ ਲੋਕਾਂ ਨੇ 20 ਸਾਲ ਬਾਦਲ ਨੂੰ ਸੱਤਾ ਦੇ ਨੇੜੇ ਨਹੀਂ ਆਉਣ ਦਿੱਤਾ। 20 ਸਾਲ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਹੱਥ ਪਾ ਲਿਆ ਤੇ ਪਤਾ ਨਹੀਂ ਲੋਕਾਂ ਦੀ ਜ਼ਮੀਰ ਕਿੱਥੋਂ ਮਰ ਗਈ ਹੈ ਜੀ। ਫਿਰ ਸਰ ਜੀ ਮੇਰੀ 60 ਸਾਲ ਏਜ ਆ, ਮੈਂ ਇੱਥੇ ਅਮਰੀਕਾ 'ਚ ਰਹਿਣਾ, ਤੇ ਉਹਦਾ ਮੈਂ ਵੀ ਬੜਾ ਚਿਰ ਬਾਦਲ ਦਾ ਭਗਤ ਰਿਹਾ, ਬੜਾ ਚਿਰ ਉਹਦੀ ਮਾਲਾ ਫੇਰੀ ਆ। ਪਰ ਅਸੀਂ 2000 ਸਨ ਦੇ ਵਿੱਚ ਅਸੀਂ ਜਾਗ ਪਏ, ਪਰ ਜਿਹੜੇ ਲੋਕ ਅਜੇ ਵੀ ਨਹੀਂ ਜਾਗੇ ਹੈਨਾ, ਪਰ ਉਹਨਾਂ ਲੋਕਾਂ ਦਾ ਕੋਈ ਰੱਬ ਹੀ ਉਹਨਾਂ ਨੂੰ ਜਗਾਵੇ, ਬਸ ਅਸੀਂ ਤੇ ਆਪ ਹੀ ਕਰ ਸਕਦੇ। ਪਰ ਵੀਰ ਪਤਾ ਨਹੀਂ ਕੀ ਗੱਲ ਆ, ਜਿਹੜੇ ਅੰਨੇ ਭਗਤ ਆ ਉਹਨਾਂ ਦਾ ਖਰੇ ਪਤਾ ਨਹੀਂ ਸਿਰ ਖਾਲੀ ਹੁੰਦਾ, ਤੂੜੀ ਭਰੀ ਹੁੰਦੀ। ਇਹ ਨਹੀਂ ਸਮਝ ਆਈ ਵੀ ਏਡੀ ਭਗਤੀ ਕਿਹੜੇ ਬੰਨੇ ਦੀ, ਕੀ ਇਹਦੇ 'ਚ ਦੇਖ ਲਿਆ ਕਿੰਨਾ ਕੁ ਪੰਜਾਬ ਦੀ ਤਰੱਕੀ ਕਰ ਦਿੱਤੀ ਹੈ। ਘੱਟੋ ਘੱਟ ਜਿਹੜਾ ਬੰਦਾ ਕੌਮ ਦਾ ਨਹੀਂ ਬਣ ਸਕਿਆ ਉਹ ਤੁਹਾਡਾ ਕਿੱਥੋਂ ਬਣ ਜੂ? ਮੈਂ ਕਿਹਾ ਜੀ ਜਿੱਦਾਂ ਲੋਕ ਜਾਗ ਪਏ ਨਾ ਸਰ ਜੀ, ਤੁਸੀਂ ਦੇਖ ਲਿਓ ਪੰਜਾਬ ਨੇ ਆਪ ਹੀ ਤਰੱਕੀ ਕਰ ਜਾਣੀ ਹੈ। ਹੁਣ ਤੁਸੀਂ ਵੇਖੋ ਸਨ 97 ਤੱਕ ਤੇ ਪੰਜਾਬ ਸਿਰ ਕਿੰਨਾ ਕਰਜ਼ਾ ਸੀ, ਉਹ 85-8600 ਕਰੋੜ ਸੀ, ਅੱਜ ਪੌਣੇ 3 ਲੱਖ ਕਰੋੜ ਦਾ ਕਰਜ਼ਾ ਹੋ ਗਿਆ। ਜੀ ਜੀ। ਇਹ ਤਰੱਕੀ ਆ ਵੀਰੇ, ਸਾਡੇ ਲੀਡਰਾਂ ਨੇ ਚਾੜਿਆ ਜੀ। ਨਹੀਂ, ਇਹ ਤਰੱਕੀ ਕੀਤੀ ਹੈ, ਤਰੱਕੀ ਕੀਤੀ ਆ। ਹਾਂਜੀ ਹਾਂਜੀ ਜੀ। ਤੇ ਅਸੀਂ ਫੇਰ ਆਪਾਂ ਉਹਨਾਂ ਲੀਡਰ ਨੇ ਝੰਡੀਆਂ ਫੜ ਕੇ ਤਾਂ ਉਛਲ ਕੇ ਨਾਰੇ ਮਾਰਦੇ। ਹਾਂ ਬਿਲਕੁਲ ਵੀਰੇ, ਇਹ ਗੱਲ ਤੁਹਾਡੀ 'ਚ ਵਜਨ ਆ ਵਾਕਈ। ਤਾਂ ਉਧਰ ਜਿਹੜਾ ਕਮਰ ਵਿਜੇ ਪ੍ਰਤਾਪ ਸਿੰਘ ਆ ਉਹਨੇ ਵੀ ਜਿਹੜੀ ਜਾਂਚ ਆ ਉਹ ਮੁਕੰਮਲ ਕਰ ਲਈ ਆ, ਤੇ ਸਿੱਧੀਆਂ ਤਾਰਾਂ ਜਿਹੜੀਆਂ ਬਾਦਲ ਪਿੰਡ ਦੇ ਨਾਲ ਜੁੜ ਰਹੀਆਂ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦੇ ਨਾਲ। ਇੱਕ ਬੰਨੇ ਜਿੱਦਾਂ ਬਣਿਆ ਨਾ ਨਰਿੰਦਰ ਮੋਦੀ ਜਦੋਂ ਬਣਿਆ ਪ੍ਰਧਾਨ ਮੰਤਰੀ, ਅਜੇ ਬਣੇ ਨੂੰ ਸਾਲ ਕੀ ਹੋਇਆ ਸੀ, ਜਿਹੜਾ ਵਸੀਲ ਸਾਂਝ ਆ ਨਾ ਉਹ ਆਇਆ ਇੱਕ ਚੈਨਲ ਤੇ ਉਹ ਦੱਸ ਰਿਹਾ ਸੀ, ਕਹਿੰਦਾ ਕਿ ਜਿਹੜੇ ਮੇਰੇ ਬੱਚੇ ਆ ਨਾ, ਇੱਕ ਮੇਰੀ ਬੇਟੀ ਇੱਕ ਮੇਰਾ ਬੇਟਾ ਆ, ਕਹਿੰਦਾ ਮੇਰੇ ਬੇਟੇ ਤੁਹਾਡੇ ਨਾਲੋਂ ਇੰਗਲਿਸ਼ ਵੀ ਚੰਗੀ ਬੋਲਦੇ ਜਿਹੜੇ ਤੁਸੀਂ ਬਾਹਰ ਰਹਿੰਦੇ ਹੋ, ਤੇ ਜਿਹੜੇ ਲੋਕ ਹਿੰਦੀ ਬੋਲਦੇ ਆ ਮੇਰੇ ਬੱਚੇ ਉਹਨਾਂ ਨਾਲੋਂ ਹਿੰਦੀ ਵੀ ਚੰਗੀ ਬੋਲਦੇ ਆ, ਔਰ ਪੰਜਾਬ ਵਿੱਚ ਰਹਿੰਦੇ ਆ ਤੇ ਘਰੇ ਪੰਜਾਬੀ ਬੋਲਦੇ ਆ। ਪੰਜਾਬੀ ਕਹਿੰਦਾ ਸਾਡੀ ਭਾਸ਼ਾ ਆ। ਕਹਿੰਦਾ ਉਹ ਨਰਿੰਦਰ ਮੋਦੀ ਨੂੰ ਇੱਕ ਚੈਨਲ ਤੇ ਸੁਣ ਰਹੇ ਸੀ ਤੇ ਮੇਰੇ ਬੱਚੇ ਕਹਿ ਰਹੇ ਸੀ ਵੀ ਡੈਡੀ ਇਹ ਪ੍ਰਧਾਨ ਮੰਤਰੀ ਦੇਸ਼ ਦਾ ਆ ਕਿ ਇੱਕ ਪਾਰਟੀ ਦਾ, ਉਹਦੀਆਂ ਗੱਲਾਂ ਚੋਂ ਹੰਕਾਰ ਝਲਕਦਾ। ਇਹ ਗੱਲ ਇੱਕ ਉਦੋਂ ਹੀ ਇਹਨਾਂ ਨੇ ਉਹ ਕਹਿੰਦਾ ਮੇਰੇ ਬੱਚੇ ਕਹਿ ਰਹੇ ਸੀ ਜਦੋਂ ਇਹਨੂੰ 1 ਸਾਲ ਨਰਿੰਦਰ ਮੋਦੀ ਬਣੇ ਨੂੰ ਹੋਇਆ ਸੀ। ਤੇ ਇਹ ਤੁਸੀਂ ਵੇਖ ਲਓ ਅੱਜ ਤੱਕ ਨਰਿੰਦਰ ਮੋਦੀ ਜਿਹੜਾ ਇਹ ਦੇਸ਼ ਦਾ ਪ੍ਰਧਾਨ ਮੰਤਰੀ ਤੇ ਬਣਿਆ ਹੀ ਨਹੀਂ, ਇੱਕ ਪਾਰਟੀ ਦਾ ਹੀ ਬਣਿਆ। ਜਦੋਂ ਇਹ ਕਰਦਾ ਆ ਕਿਸੇ ਵੀ ਸਟੇਜ ਤੇ ਜਾਂਦਾ, ਇਹਦਾ ਤੇ ਪ੍ਰਧਾਨ ਮੰਤਰੀ ਵਾਲੀ ਇਹਦੀ ਸਪੀਚ ਹੀ ਨਹੀਂ ਹੁੰਦੀ। ਜੀ 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 ਬਿਲਕੁਲ। ਹਾਂਜੀ ਹਾਂਜੀ ਸਰ, ਧੰਨਵਾਦ ਵੀਰ ਜੀ। ਵਾਕਿਆ ਗੱਲ ਸਹੀ ਹੈ ਜੀ, ਪ੍ਰਧਾਨ ਮੰਤਰੀ ਵਾਲੀ ਸਪੀਚ ਨਹੀਂ ਹੁੰਦੀ। ਧੰਨਵਾਦ। ਚੱਲਦੇ ਨੈਕਸਟ ਕਾਲ ਤੇ ਆਪਾਂ। ਹਾਂਜੀ 4546 ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਭਾਜੀ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ। ਪਹਿਲਾਂ ਤਾਂ ਉਹ ਜਿਹੜੀ ਭੈਣ ਆਈ ਸੀ ਸਾਡੀ, ਉਹਦੀ ਅਰਦਾਸ ਕਰਦੇ ਆ ਪਰਮਾਤਮਾ ਅੱਗੇ ਵੀ ਉਹਨਾਂ ਨੂੰ ਲੱਭੀ ਉਮਰਾਂ ਬਖਸ਼ੇ ਜੀ। ਹਾਂਜੀ। ਤੇ ਭਾਜੀ ਇੱਕ ਚੀਜ਼ ਮੈਂ ਹੋਰ ਗੱਲ ਕਰਨੀ ਸੀ, ਜਿੱਦਾਂ ਹੁਣ ਮੈਂ ਦੇਖਿਆ ਕਿ ਜਿੱਦਾਂ ਕਈ ਵਾਰੀ ਇੱਥੇ ਜਿੱਦਾਂ ਕੋਈ ਨਹੰਗ ਕੋਈ ਮਾੜੀ ਮੋਟੀ ਕੋਈ ਗਲਤੀ ਹੋ ਜਾਵੇ ਜਾਂ ਉੱਦਾਂ ਹੋ ਜਾਵੇ, ਬੜੀਆਂ ਕਾਲਾਂ ਆਉਂਦੀਆਂ ਜੀ ਤੁਸੀਂ ਜੀ ਇਹਨੂੰ ਆਹ ਕਰਦੇ ਨਹੀਂ ਆਹ ਕਰਤਾ। ਜਿੱਦਾਂ ਹੁਣ ਇੱਕ ਮੈਂ ਖਬਰ ਸੁਣਿਆ ਸੀਗਾ ਜਿੱਦਾਂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀਗੀ, ਉਹਦਾ ਕੋਈ ਕੇਸ ਸੀਗਾ ਜਾਂ ਉਹਦੇ ਨਾਲ ਇੱਕ ਮੁੰਡੇ ਨੂੰ ਕੁੱਤਿਆਂ ਦੇ ਕੋਲੋਂ ਪਾਣੀ ਪੀਣ ਕਰਕੇ ਜੀ। ਇਹ ਲੋਕਾਂ ਨੂੰ ਉੱਤਾਂ ਜਦੋਂ ਕੋਈ ਧੱਕਾ ਮਾਰਦਾ ਜਾਂਦਾ ਉਹ ਤਾਂ ਬੜੀ ਛੇਤੀ ਦਿਖਦੀ ਹੈ। ਇਹ ਚੀਜ਼ਾਂ ਕਿਉਂ ਨਹੀਂ ਦਿਖਦੀਆਂ ਮੈਨੂੰ? ਮੈਂ ਵੀ ਤਾਂ ਦੇਖ ਲਓ ਕਿੰਨੀ ਵਾਰੀ ਕਿਹਾ ਓਪਨ ਟਾਕ ਸ਼ੋ ਆ, ਤੁਸੀਂ ਆਪਣੇ ਵਿਚਾਰ ਦੇ ਸਕਦੇ ਹੋ, ਪਰ ਮੈਂ ਥੋਪ ਨਹੀਂ ਸਕਦਾ ਨਾ। ਪਰ ਫਿਰ ਵੀ ਆਈ ਡੋਂਟ ਨੋ ਇਸ ਵਿਸ਼ੇ ਤੋਂ ਧੰਨਵਾਦ ਆ, ਤੁਸੀਂ ਬੜੀ ਵਧੀਆ ਗੱਲ ਕੀਤੀ ਹੈ ਜੀ। ਪਰ ਇਹ ਚੀਜ਼ ਆਪਾਂ ਨੂੰ ਸਿੱਖਣ ਨੂੰ ਸਮਝਣੀ ਚਾਹੀਦੀ ਆ ਵੀ ਜਾਣੀ ਕਿ ਦੇਖੋ ਲੋਕ ਕੀ ਕਰ ਰਹੇ। ਤੇ ਇੱਕ ਚੀਜ਼ ਹੋਰ, ਪਿਛਲੇ 3 ਵੀਕਾਂ ਤੋਂ ਕੁਛ ਕੁ ਪ੍ਰੋਗਰਾਮ ਵਾਲਿਆਂ ਨੇ ਬਹੁਤ ਕੰਮ ਚੱਕਿਆ ਹੋਇਆ ਜੀ। ਇੱਥੇ ਦੀਆਂ ਪ੍ਰੋਬਲਮਾਂ ਦੀ ਗੱਲ ਨਹੀਂ ਕਰਦੇ, ਇੱਥੇ ਪ੍ਰੋਬਲਮਾਂ ਹੈਗੀਆਂ, ਪਰ ਇੱਥੇ ਪ੍ਰੋਬਲਮਾਂ ਹੋਰ ਹਿਸਾਬ ਦੀਆਂ ਨੇ। ਇੱਥੇ ਇਹ ਪ੍ਰੋਬਲਮਾਂ ਨਹੀਂ ਹੈਗੀਆਂ ਵੀ ਕੋਈ ਸਿੱਖ ਰਹਿ ਜਾਂਦਾ ਉਹਦੀ ਪੱਗ ਲਾ ਕੇ ਕੋਈ ਲੈ ਗਿਆ ਕਿਸੇ ਨੂੰ ਹੇਠ ਕਰ ਗਿਆ ਨਾ, ਇਹ ਪ੍ਰੋਬਲਮਾਂ ਨਹੀਂ ਹੈਗੀਆਂ। ਇਸ ਕਰਕੇ ਇਹ ਗੱਲ ਤੇ ਸਮਝਣਾ ਚਾਹੀਦਾ। ਪਰ ਤੁਸੀਂ ਦੇਖੋ ਜਿਹੜੀ ਕਿ ਨਾ ਲੋਕਾਂ ਦੀ
ਜੇ ਤਾਂ ਕਿਸੇ ਸਿੱਖ ਦੀ ਖਬਰ ਆ ਫੇਰ ਦੇਖੋ ਕਿਦਾਂ ਨੱਠ ਕੇ ਕਾਲਾਂ ਕਰਦੇ ਆ, ਈਵਨ ਆਪਣੇ ਵਾਲੇ ਵੀ। ਪਰ ਜਦੋਂ ਇਹਨਾਂ ਦੀ ਕੋਈ ਗੱਲਬਾਤ ਹੁੰਦੀ ਆ ਫੇਰ ਦੇਖੋ ਇਹਨਾਂ ਨੂੰ ਕੋਈ ਕਾਲ ਨਹੀਂ ਕਰਦੇ। ਪਰ ਰੱਬ ਤਾਂ ਉੱਤੇ ਦੇਖਦਾ ਦੇਖੋ ਜੀ, ਤੇ ਰੱਬ ਜੋ ਵੀ ਕਰ ਰਿਹਾ ਵਧੀਆ ਹੀ ਕਰ ਰਿਹਾ। ਜਿਹੜੇ ਪਾਸੇ ਨੂੰ ਜਿੱਦਾਂ ਮੋਦੀ ਕਹਿੰਦਾ ਸੀ ਨਾ ਵੀ ਅਸੀਂ ਮੁਕਤ ਕਰ ਦਿੰਦੇ ਕਾਂਗਰਸ, ਅੱਜ ਦੇਖ ਲਓ ਉਹੀ ਟਾਈਮ ਆ ਗਿਆ, ਲੋਕੀ ਅੱਜ ਮੋਦੀ ਨੂੰ ਮੁਕਤ ਕਰਨ ਨੂੰ ਫਿਰਦੇ ਆ। ਤੇ ਬਾਬੇ ਦੀ ਕਿਰਪਾ ਜੀ, ਵਧੀਆ ਪ੍ਰੋਗਰਾਮ ਚੱਲਦਾ ਰੱਖੋ ਜੀ। ਬਹੁਤ ਬਹੁਤ ਥੈਂਕ ਯੂ। ਧੰਨਵਾਦ ਵੀਰ ਜੀ, ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਵਾਕਿਆ ਜਿੱਦਾਂ ਵੀਰ ਨੇ ਕਿਹਾ ਜੀ, ਜਿਸ ਤਰ੍ਹਾਂ ਮੰਦਿਰ ਦੇ ਵਿੱਚ ਉਹ ਬੱਚਾ ਪਾਣੀ ਪੀਣ ਨੂੰ ਗਿਆ ਤੇ ਉਹਦੇ ਇਹ ਹਾਲਾਤ ਕੀਤੇ ਗਏ, ਉਹਦੀ ਕੁੱਟਮਾਰ ਨਹੀਂ ਕੀਤੀ ਗਈ ਆ, ਪਰ ਫਿਰ ਵੀ ਆਪਾਂ ਬੋਲਦੇ ਨਹੀਂ ਕਿ ਜਿਹੜੀ ਬੜੀ ਮਾੜੀ ਗੱਲ ਆ। ਅਸੀਂ ਹਮੇਸ਼ਾ ਓਪਨ ਦਾ ਮਤਲਬ ਹੁੰਦਾ ਤੁਸੀਂ ਆਪਣੇ ਕੋਈ ਵੀ ਵਿਚਾਰ ਦੇ ਸਕਦੇ ਹੋ, ਕਿਸੇ ਵੀ ਵਿਸ਼ੇ ਤੇ ਆਣ ਕੇ ਕੋਈ ਗੱਲ ਥੋਪੇ ਨਹੀਂ ਜਾਂਦੀ, ਵਿਚਾਰ ਤੁਹਾਡੇ ਆ, ਕਿਉਂਕਿ ਜਿਹੜੇ ਔਨ ਏਅਰ ਵਿਚਾਰ ਜਾਂਦੇ ਆ ਜੀ ਉਹ ਕਿਤੇ ਨਾ ਕਿਤੇ ਜ਼ਰੂਰ ਸੁਣੇ ਜਾਂਦੇ ਆ। ਬਿਲਕੁਲ ਗੱਲ ਸਹੀ ਹੈ ਵੀਰ ਦੀ। ਤੇ ਆਉਣ ਵਾਲਾ ਜਿਹੜਾ ਸਮਾਂ, ਜਿੱਦਾਂ ਕਹਿੰਦੇ ਵੀਰ ਨੇ ਕਿਹਾ ਸੀ ਵੀ ਉਹਨਾਂ ਨੇ ਕਿਹਾ ਸਾਡੇ ਬੱਚੇ ਜਿਹੜੇ ਉਹ ਕਹਿੰਦੇ ਵੀ ਇੱਕ ਪਾਰਟੀ ਦਾ ਪ੍ਰਧਾਨ ਮੰਤਰੀ ਇੱਕ ਦੇਸ਼ ਦਾ ਆ, ਇਹ ਤਾਂ ਉਹਦੇ ਪਤਾ ਲੱਗ ਗਿਆ ਸੀ। ਪਰ ਹੁਣ 6.5 ਸਾਲ ਦਾ ਸਮਾਂ ਲੰਘ ਚੁੱਕਾ ਤੇ ਹਾਲਾਤ ਤੁਹਾਨੂੰ ਪਤਾ ਹੀ ਹੈ ਕਿਦਾਂ ਦੇ। ਜੇ ਆਪਾਂ ਇੱਕ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ ਤੇ ਤੁਹਾਡੀਆਂ ਗੱਲਾਂ ਫੇਰ ਆਪਾਂ ਔਨ ਏਅਰ ਜ਼ਰੂਰ ਕਰਦੇ ਹਾਂ ਜੀ। क्या बात बई, गड्डी ਤਾਂ ਨਵੀਂ ਕਢਾਈ ਲੱਗਦੀ। ਉਹ ਨਾ ਉਹ ਆ ਬਸ ਰਿਪੇਅਰ ਕਰਾਈ ਆ। ਉਹ ਕਿੱਥੋਂ? ਪੀਲ ਆਟੋ ਕਲੀਜਨ ਵਾਲਿਆਂ ਕੋਲੋਂ। ਜੀ ਹਾਂ, ਜੇ ਤੁਸੀਂ ਵੀ ਗੱਡੀ ਦੀ ਰਿਪੇਅਰ, ਡੈਂਟਿੰਗ, ਪੇਂਟਿੰਗ ਕਰਾਉਣੀ ਹੋਵੇ, GTA ਵਿੱਚ ਕੋਈ ਵੀ ਐਕਸੀਡੈਂਟ ਹੋਵੇ ਤਾਂ ਗੱਡੀ ਨੂੰ ਰਿਪੇਅਰ ਕਰਦੇ ਨੇ। ਹਰ ਇੱਕ ਇੰਸ਼ੋਰੈਂਸ ਕੰਪਨੀ ਦੇ ਨਾਲ ਇਹਨਾਂ ਦਾ ਟਾਈ ਅਪ ਹੈ। ਹੁਣ ਗੱਡੀ ਦੀ ਨੋ ਮੋਰ ਟੈਨਸ਼ਨ, ਕਿਉਂਕਿ ਬਸ ਅੱਜ ਹੀ ਆਓ ਪੀਲ ਆਟੋ ਕਲੀਜਨ, 14 ਹਿਲ ਰੋਡ, ਬ੍ਰੈਂਪਟਨ। ਕਾਲ ਦਰਬਾਰਾ ਸਿੰਘ 9054591300 905 459 1300। ਬਸ ਤੂੰ ਹੁਣ ਤਿਆਰੀ ਖਿੱਚ, ਛੇਤੀ ਇੱਥੇ ਆਉਣ ਦੀ। ਅੱਛਾ, ਨਾਲੇ ਕਹਿੰਦੇ ਬੜਾ ਹੀ ਔਖਾ ਹੈ। ਉਹ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਦੇ ਹੁੰਦਿਆਂ ਕੋਈ ਔਖਾ ਨਹੀਂ। ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਫॉर स्टूडेंट वीजा, विजिटर वीजा, LMI refugees case appeals, family case sponsorship. Call Sandeep Singh 6477862012 647 786 2012। ਘਰ ਦੀ ਚਾਰ ਦੀਵਾਰੀ, ਸੁਪਨਿਆਂ ਦੀ ਫੁਲਵਾੜੀ, ਅਸੀਂ ਬਣਾਂਗੇ ਤੁਹਾਡੇ ਸੁਪਨਿਆਂ ਦੇ ਹਾਣੀ। ਬੇਸਮੈਂਟ, ਬਾਥਰੂਮ, ਕਿਚਨ, ਘਰ ਦੀ ਹਰ ਤਰ੍ਹਾਂ ਦੀ ਰੈਨੋਵੇਸ਼ਨ ਅਤੇ ਇਲੈਕਟ੍ਰਿਕ ਕੰਮ ਕਰਵਾਉਣ ਦੇ ਲਈ ਸੰਪਰਕ ਕਰੋ ਹਰਦਿਆਲ ਸਿੰਘ ਚੀਤਾ ਦੇ ਨਾਲ 6474098915 647 409 9915। ਜੇਕਰ ਤੁਸੀਂ ਟਰੱਕ ਦਾ ਲਾਇਸੈਂਸ ਬਾਪੂ ਪੈਸੇ ਮਿਲ ਗਏ ਸੀ ਨਾ ਟਾਈਮ ਸਰ? ਹਾਂ ਪੁੱਤਰ, ਇੱਧਰ ਤੂੰ ਪੈਸੇ ਪਾਏ ਨਾਲੇ ਮੈਨੂੰ ਮਿਲ ਗਏ। ਬਸ ਇਸੇ ਕਰਕੇ ਮੈਂ ਅਪਰਾ ਟ੍ਰੇਡਿੰਗ ਇੰਕ ਵਾਲਿਆਂ ਤੇ ਭਰੋਸਾ ਕਰਦਾ। ਜੀ ਹਾਂ, ਅਪਰਾ ਟ੍ਰੇਡਿੰਗ ਇਨਕੋਰਪੋਰੇਟ ਮਨੀ ਐਕਸਚੇਂਜ। ਜੇ ਤੁਸੀਂ ਪੈਸੇ ਇੰਡੀਆ ਭੇਜਣਾ ਜਾਂ ਮੰਗਵਾਉਣਾ ਚਾਹੁੰਦੇ ਹੋ, ਵਧੀਆ ਡਾਲਰਾਂ ਦਾ ਰੇਟ ਲੈਣਾ ਚਾਹੁੰਦੇ ਹੋ, ਤਾਂ ਅੱਜ ਹੀ ਕਾਲ ਕਰੋ ਜਗਤਾਰ ਸਿੰਘ ਢਾ ਹੁਣਾਂ ਨੂੰ 9057943233 905 794 3233 4167317710 416 731 7710 6 ਰੇ ਐਵੇਨਿਊ ਬ੍ਰੈਂਪਟਨ। ਓਏ ਹੋਏ ਹੈ ਕਿ ਨਾ, ਮੈਂ ਕਿਹਾ ਮੈਂ ਮੋਣਿਓ ਗੱਡੀ ਦਾ ਟਾਇਰ ਤੇ ਗਿਆ ਨਾ, ਹੁਣ ਕੀ ਕਰੀਏ? ਓਏ ਹੋਏ ਓਹੋ, ਕਿੰਨੀ ਵਾਰ ਕਿਹਾ ਹੈ ਕਿ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਹੀ ਟਾਇਰ ਲਿਆ ਕਰੋ, ਜਿੱਥੇ ਮਿਲਦੇ ਨੇ ਟਰੱਕ, ਟਰਾਲੇ ਤੇ ਕਾਰ ਦੇ ਲਈ ਹਰ ਤਰ੍ਹਾਂ ਦੇ ਵਧੀਆ ਟਾਇਰ। ਇੱਥੇ ਮਿਸ਼ਲਿਨ, BF ਗੁੱਡ ਰਿਚ, ਬ੍ਰਿਜਸਟੋਨ, ਫਾਇਰਸਟੋਨ, ਚਾਈਨੀਜ਼ ਬ੍ਰਾਂਡ ਹੋਰ ਵੀ ਕਈ ਕੰਪਨੀਆਂ ਦੇ ਟਾਇਰ ਘੱਟ ਰੇਟ ਤੇ ਮਿਲਦੇ ਨੇ। ਹੁਣੇ ਪਹੁੰਚੋ ਨਿਊ ਮਿਲੇਨੀਅਮ ਟਾਇਰ ਸੈਂਟਰ, 25 ਕਲਾਰਕ ਬੁਲੇਵਾਰਡ, ਬ੍ਰੈਂਪਟਨ। ਕਾਲ 9054520111 905 452 0111। क्यों भाई सुखी, क्यों हो इन्ने दुखी? डॉक्टर की आखा मेरे पति दा परफॉर्मेंस हुन टोटली दुखी, ओ भी परेशान ते मैं भी। पर इस विच की शर्माना, बहुत सारे मर्दां दी ये है रेगुलर दुख मतलब प्रॉब्लम। पर हुन गुड न्यूज़, मर्दां दी कमजोरी दे लई हुन डॉक्टर दी जरूरत नहीं। अच्छा, ओ किवें? पेश है एनर्जेक्स, एक नेचुरल आयुर्वेदिक इलाज जो मर्दां दी हर कमजोरी नु दूर करदा है ते ओ भी जस्ट 4 दिनां विच। फुल परफॉर्मेंस और सच? थैंक यू डॉक्टर बॉब। दुख दौड़ाओ, एनर्जेक्स खाओ। कॉल SPM 1888-732-9935 1888-732-9935। मैं ना ਬਿਲਕੁਲ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰਿਆਂ ਦਾ ਸਵਾਗਤ ਆ ਜੀ। ਤੇ ਮੈਂ ਮੈਸੇਜ ਹੀ ਕੀਤਾ ਸੀਗਾ ਤੇ ਸਾਡੇ ਜਿਹੜੇ ਪ੍ਰਾਊਡ ਸਪਾਂਸਰ ਆ ਸਾਡੇ ਨਾਲ ਜੁੜ ਚੁੱਕੇ ਆ ਜੀ। ਤੇ ਜਿਹੜੀ ਕੋਵਿਡ ਦੀ 3rd ਵੇਵ ਆ ਉਹ ਸ਼ੁਰੂ ਹੋ ਗਈ ਆ। ਹਮੇਸ਼ਾ ਗੱਲ ਕਰੀਦੀ ਹੈ ਜੀ, ਆਪਣੇ ਤੇ ਆਪਣੇ ਆਲੇ ਦੁਆਲੇ ਦਾ ਖਿਆਲ ਜ਼ਰੂਰ ਰੱਖਿਆ ਕਰੋ। ਤੁਹਾਡੀ ਸਿਹਤ ਆ ਕਹਿੰਦੇ ਜਾਨ ਆ ਤੇ ਜਹਾਨ ਆ, ਬਾਕੀ ਸਭ ਵਰਾਨ ਆ। ਆਪਣੀ ਸਿਹਤ ਜੇ ਤੁਹਾਡੀ ਜਾਨ ਬਿਲਕੁਲ ਦਰੁਸਤ ਆ, ਤੁਹਾਡਾ ਪਰਿਵਾਰ ਸਹੀ ਸਲਾਮਤ ਆ ਤੇ ਤੁਸੀਂ ਕਿਸੇ ਨਾਲ ਵੀ ਲੜ ਸਕਦੇ ਹੋ। ਪਰ ਜੇ ਬਿਮਾਰੀਆਂ ਨਾਲ ਦੇ ਨਾਲ ਲੜਨਾ ਤਾਂ ਤੁਹਾਡੀ ਸਿਹਤ ਜਿਹੜੀ ਬਿਲਕੁਲ ਤੰਦਰੁਸਤ ਹੋਣੀ ਚਾਹੀਦੀ ਆ। ਆਪਣੇ ਖਾਣ ਪੀਣ ਦਾ ਸਾਰਾ ਕੰਟਰੋਲ ਰੱਖਿਆ ਕਰੋ, ਟੈਨਸ਼ਨਾਂ ਘਟਾਇਆ ਕਰੋ। ਤੁਸੀਂ
ਕੰਮਾਂ-ਕਾਰਾਂ ਤੋਂ ਜਾਂਦੇ ਹੋ ਤੇ ਬਹੁਤ ਜ਼ਿਆਦਾ ਖਿਆਲ ਰੱਖਿਆ ਕਰੋ, ਬਿਨਾਂ ਲੋੜ ਤੋਂ ਘਰੋਂ ਨਾ ਨਿਕਲੋ। ਸਰਕਾਰਾਂ ਵੀ ਬੇਨਤੀ ਕਰਦੀਆਂ ਤੇ ਪਰ ਆਪਾਂ ਨੂੰ ਵੀ ਸੋਚ ਸਮਝ ਕੇ ਚੱਲਣਾ ਚਾਹੀਦਾ। ਪਰ ਜੇ ਫਿਰ ਵੀ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਜਾਂਦੀ ਆ ਤੇ ਸਰੂਜਾ ਜੀ ਹੁਣੇ ਆਪਣੇ ਨਾਲ ਜੁੜ ਚੁੱਕੇ, ਉਹਨਾਂ ਦਾ ਆਪਾਂ ਸਵਾਗਤ ਕਰਦੇ, ਉਹਨਾਂ ਦੇ ਕੋਲੋਂ ਪੁੱਛਦੇ ਜੀ ਇਹਦਾ ਇਲਾਜ। जी सरूजा जी स्वागत है, गुड मॉर्निंग जी। गुड मॉर्निंग, सत श्री अकाल, कैसे हो आप? बस बहुत बढ़िया जी, आप सुनाओ। जी हाँ, आपने बिल्कुल फरमाया कि कोरोना जो है वो दिन ब दिन बढ़ता जा रहा है। अंडरग्राउंड भी केसेस बहुत है, वो बाहर नहीं आते क्योंकि पब्लिक अब डर रही है। 1.5 साल होने को आएगा, अभी भी कोरोना जाने का नाम नहीं ले रहा है। थर्ड वेव शुरू होगी जी, सरकार ने डिक्लेयर करता थर्ड वेव शुरू होगी। अंटारियो के डॉक्टर विलियम ने भी कह दिया जी। एग्जैक्टली, बट फिर भी हम लोग सीरियस नहीं ले रहे हैं। थर्ड वेव तो क्या, मार्क माय वर्ड, फोर्थ वेव भी आएगा जी। क्योंकि जैसे जैसे समर आएगा लोग अपने आप को कंट्रोल नहीं कर पाते हैं। क्योंकि घर में, मैं उनको भी ब्लेम नहीं करती हूँ, क्योंकि कितना आप अंदर रहोगे घर के अंदर। 1 साल यानी आप 10 साल पीछे चले गए। 1 साल घर के अंदर रहना, और लोग समझते नहीं कि घर के अंदर रहने से और तबीयत खराब होती है, क्योंकि एयर बॉन्ड होते हैं घर के अंदर, मोल्ड होती है, राइट। कितने सारे वायरस और बैक्टीरिया होते हैं सोफे के अंदर, कर्टेन के अंदर, कारपेट के अंदर। लोग ही समझते नहीं है, क्योंकि ये मैं मेडिकल स्पीकिंग करती हूँ, बहुत लोगों को तो सुनकर आज जो लोग ये आपका प्रोग्राम सुन रहे हैं, मैं तो बोलती हूँ ध्यान से सुनो कि यस, ये बात बिल्कुल सही है। बीमारी सिर्फ ऐसा नहीं है कि पेट से ही आती है, बीमारी जो है हमारे आसपास के एटमॉस्फेयर से भी क्रिएट होती है। जैसे मैट्रेस हो गया, कर्टेन हो गया, कारपेट हो गया, आपका सोफा हो गया, जो जितने जितना पुराना होता है उतनी चीजें अंदर से निकलती है। तो इस बारे में हम ज्यादा डिस्कस नहीं करेंगे क्योंकि मेरे पास टाइम नहीं होता है। बट मेरा कहने का मतलब यही है कि बीमारी कहीं से भी आ सकती है। हम सोचते हैं कि बीमारी सिर्फ खाने से और कोरोना की वजह से आती, नहीं, बीमारी तो पेट में हुए बच्चे को भी होती है सुखविंदर जी, क्योंकि पेट में से बच्चा बाहर आता है तो वो भी बीमार होकर आता है। तो हमें बस इतना ही सोचना है कि हमारी बॉडी का जो मेन इंजन है वो है हमारा इम्यूनिटी सिस्टम। अगर बीमारी को अगर आपको कंट्रोल करना है, आपके बॉडी के अंदर से बीमारी को कंट्रोल करना है, तो एक ही चीज है जो है वो आपकी इम्यूनिटी सिस्टम। अगर आपकी इम्यूनिटी सिस्टम स्ट्रांग होगी तो काफी सारी बीमारी को आप इनवाइट नहीं कर सकते हो, वो नहीं आ सकती है, कंट्रोल कर सकते हो। मैं ये नहीं कहती हूँ कि आएगी नहीं, कंट्रोल कर सकते हो। और कंट्रोल करना भी सुखविंदर जी बहुत बड़ी बात है, राइट। जैसे अभी आपकी फैमिली में सबको शुगर है, राइट, आपको मालूम है कि मेरी फैमिली में जेनेटिक है शुगर, तो आप एटलीस्ट कंट्रोल तो कर सकते हो कि भाई नहीं, कल को मेरे को ना आए, मेरे डैडी को तो, मम्मी को थी, पापा को थी, सबको थी, तो अब मेरे को नहीं आए तो मैं क्या ऐसा कर सकता हूँ, तो कंट्रोल कर सकता हूँ इसको। तो रिजुना जो है आपकी सारी बॉडी को कंट्रोल करता है। आपकी बॉडी में से जो भी आप सुखविंदर जी, आप जब भी ऑफिस में होगे ना तो आप नल का पानी खोलना और ग्लास पर पानी भर के देखना कितना व्हाइट स्टफ आता है। हम लोग ये समझते नहीं कि व्हाइट फॉर्म क्यों आता है, क्योंकि उसके अंदर इतना सारा क्लोराइड और फ्लोरीन होता है। तो हम सुबह में, क्योंकि 80% हमारी बॉडी के अंदर पानी होता है, राइट, तो पानी से ही हम शुरुआत करते हैं कि टॉक्सिक जमा करना शुरू कर देते हैं। उसके बाद फिर सब्जियां, फल, हर चीज के ऊपर पेस्टिसाइड्स, फिर फ्रोजन फूड ले लो, फिर जंक फूड ले लो। यानी मैं तो एंड अप नहीं होगी सुखविंदर जी, तो इन्हीं सारी चीजों से हमारी बॉडी के अंदर जो है टॉक्सिन जमा होते हैं और बीमारियां स्टार्ट होती है। और दूसरी बात यह है, सबसे बड़ी बात यह है स्ट्रेस लेवल। आपको, मेरे को, सबको स्ट्रेस है, किसी ना किसी चीज का स्ट्रेस होता है। स्ट्रेस की वजह से क्या हो जाता है, वो क्या बोलते हैं, ब्लड प्रेशर आ जाता है, और ब्लड प्रेशर की वजह से फिर ओबेसिटी स्टार्ट हो जाती है। लोग खाना शुरू कर देते हैं। कई लोगों को ब्लड प्रेशर में क्रेविंग्स बहुत होती है, कई लोगों को ब्लड प्रेशर में काफी डिफरेंट चीजें होती है। तो ब्लड प्रेशर को भी कंट्रोल करना बहुत जरूरी है, इम्यूनिटी को भी कंट्रोल करना बहुत जरूरी है। और ओबेसिटी यानी ओवरवेट की मैं बात कर रही हूँ, जो आजकल लोग घर बैठे बैठे अपना वेट गेन कर रहे हैं, ब्लेम कर रहे हैं कि जिम नहीं चालू है, ये नहीं है, वो नहीं है, क्या करें हम बैठे बैठे। तो बॉटम लाइन ये कि सब्जेक्ट बहुत लंबा है, टाइम बहुत छोटा है, तो उसके लिए आपको कुछ नहीं करना है। रिजुना जो है आपकी बॉडी में से टॉक्सिक एलिमेंट करता है, आपकी इम्यूनिटी सिस्टम को स्ट्रांग करता है, और आपको एनर्जी लेवल हाई करता है, और आपके ब्लड को भी प्यूरिफाई करता है। और उसके साथ साथ हमारे पास मर्दाना कमजोरी के लिए रोमांस के बिना तो इस दुनिया में कुछ भी नहीं है। देखो, हर चीज का इलाज एक ही है, प्यार भरी जिंदगी। आपकी प्यार भरी जिंदगी में रोमांस लाना है तो एक ही चीज है, जो है मर्दाना कमजोरी। और मर्दाना कमजोरी का मतलब ये नहीं है, सुनने वालों को मैं माफी चाहती हूँ कि मैं ये नहीं कहना चाहती हूँ कि आप लोगों को मर्दाना कमजोरी है, नहीं। मर्दाना कमजोरी ऑटोमेटिकली आई जाती है सर्टेन एज के बाद, क्योंकि सुखविंदर जी बॉडी है, राइट, बॉडी सर्टेन एज के बाद स्लो डाउन हो जाती है, मेंटेनेंस मांगती है। तो मर्दाना कमजोरी जो है वो आपका मेंटेनेंस है,
तो आपके मसल्स को भी स्ट्रेन करता है, आपके ब्लड को भी प्यूरिफाई करता है, इंक्रीज करता है और एंटीऑक्सीडेंट है। और ये जो है मेल और फीमेल दोनों सेफली ले सकते हैं। और दूसरा कि जिन लोगों को डायबिटीज है, कोलेस्ट्रॉल है और जिन लोगों को कार्डियोवैस्कुलर की बीमारी है, हार्ट सर्जरी करवाई, उनके लिए भी बहुत सेफ है। हमारे सारी प्रोडक्ट जो है सुखविंदर जी हेल्थ कैनेडा अप्रूवल है, साइट लाइसेंस है हमारे पास, एनपीए नंबर के साथ है। आपको चिंता करने की कोई जरूरत नहीं है। नो केमिकल्स, नो पेस्टिसाइड, नो एनिमल प्रोडक्ट, उसमें कोई चीज यूज नहीं की है, सारा नेचुरल है। पिछले 12 साल से हम कम्युनिटी को सर्व करते हैं और हमारा एक ही लोकेशन है जो है 1133 डेरी रोड ईस्ट। हमारी और कोई शाखा नहीं है। आपको किसी भी किस्म की जानकारी लेनी है, किसी भी किस्म का कंसल्टेशन करना है, आप मुझे कॉल कर सकते हैं 6472812274। हमारे पास डायबिटीज से लेकर वेट लॉस से लेकर कोलेस्ट्रॉल से लेकर किसी भी किस्म की आपको हेमरोइड है, पाइल्स है, बाबाशीर है या स्किन रिलेटेड कोई प्रॉब्लम है, एक्जिमा है, हेयर लॉस है, पिगमेंटेशन है, किसी वेरिकोस वेन है, यानी कोई भी बीमारी है उसका सिंपल विदाउट सर्जिकल इलाज है, वो है एसबीएम रिजुना। हमारे पास हर किस्म की प्रोडक्ट है, 100% नेचुरल है। थैंक यू वेरी मच। बिल्कुल जी, बिल्कुल जी। जे किसी ਦੇ ਪਿੰਪਲ ਨਿਕਲਦੇ ਆ ਮੂੰਹ ਦੇ ਉੱਤੇ ਛਾਈਆਂ ਆ ਤਾਂ ਸਾਡੀਆਂ ਭੈਣਾਂ ਜਿਹੜੀਆਂ ਉਹ ਕਹਿ ਦਿੰਦੀਆਂ ਵੀ ਸਾਡੇ ਮੂੰਹ ਦੇ ਉੱਤੇ ਛਾਈਆਂ ਉਹ ਠੀਕ ਨਹੀਂ ਹੁੰਦੀਆਂ। ਉਹ ਸਾਰੀਆਂ ਬਿਮਾਰੀਆਂ ਦਾ ਇਲਾਜ ਹੈਗਾ। ਸਿਰਫ ਇੱਕ ਕਾਲ ਕਰਨੀ ਹੈ, ਤੁਸੀਂ ਕਾਲ ਕਰਨੀ ਹੈ 647 281 2274 ਤੇ ਹਰੇਕ ਬਿਮਾਰੀ ਦਾ ਇਲਾਜ ਹੈ। ਲੇਡੀਜ਼ ਦੇ ਨਾਲ ਕਈ ਬਿਮਾਰੀਆਂ ਪੈਦਾਂ ਦੀਆਂ ਹੁੰਦੀਆਂ ਜਿਹੜੀ ਬੋਲ ਨਹੀਂ ਸਕਦੇ, ਪਰ ਲੇਡੀਜ਼ ਅੰਡਰਸਟੈਂਡ ਕਰਦੀਆਂ ਵੀ ਕਿਹੜੀਆਂ ਹੁੰਦੀਆਂ ਤੇ ਇਸ ਕਰਕੇ ਤੁਸੀਂ ਸਿਰਫ ਕਾਲ ਕਰਨੀ ਹੈ 6472812274। ਤੁਹਾਡਾ ਜਿਹੜਾ ਨਾਂ ਆ ਬਿਲਕੁਲ ਗੁਪਤ ਰੱਖਿਆ ਜਾਂਦਾ, ਕਿਸੇ ਦੇ ਨਾਲ ਤੁਹਾਡੀ ਕੋਈ ਗੱਲ ਨਹੀਂ ਕੀਤੀ ਜਾਂਦੀ। ਹਰ ਬੰਦੇ ਦਾ ਆਪਣਾ ਹੁੰਦਾ, ਸੈਪਰੇਟ ਗੱਲਬਾਤ ਕੀਤੀ ਜਾਂਦੀ ਹੈ, ਕਿਸੇ ਦੇ ਸਾਹਮਣੇ ਕੋਈ ਗੱਲ ਨਹੀਂ ਕੀਤੀ ਜਾਂਦੀ। ਕਿਸੇ ਵੀ ਤਰ੍ਹਾਂ ਦੀ ਬਿਮਾਰੀ ਹੈ ਤਾਂ ਤੁਸੀਂ ਸਰੂਜਾ ਜੀ ਹੁਣਾਂ ਨੂੰ ਕਾਲ ਕਰ ਸਕਦੇ ਹੋ। 1133 ਡੇਅਰੀ ਰੋਡ ਮਿਸੀਸਾਗਾ ਦੇ ਵਿੱਚ ਪਹੁੰਚਣਾ ਜੀ। ਤੇ 11 ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਜੀ? नहीं है सुखविंदर जी, हम ओपन करते हैं 1 PM 1 बजे से लेकर शाम को 8 बजे तक। ਤੁਸੀਂ ਟਾਈਮ ਚੇਂਜ ਹੋਣ ਦੇ ਨਾਲ ਤੁਸੀਂ ਆਪਣਾ ਟਾਈਮ ਵੀ ਚੇਂਜ ਕਰਤਾ ना? जी हाँ, क्योंकि अभी आजकल क्या है सुखविंदर जी, ये लॉकडाउन की वजह से स्कूलें बंद है तो लोग आराम से उठते हैं सुबह में, तो इतना कोई जल्दी आता नहीं। वैसे तो स्टोर खुल जाते हैं 12-12:30 बजे, पर वैसे ऑफिशियली हम लोग 1 बजे खोलते हैं। पर आपने सही बोला कि लेडीज जो है वो ज्यादातर अपनी बातें बताती नहीं है, प्राइवेट रखती है। पर लेडीज की कोई भी प्रॉब्लम हो, मंथली साइकिल की प्रॉब्लम हो या फैमिली प्लान की प्रॉब्लम हो या सेक्सुअल प्रॉब्लम हो या किसी भी किस्म का प्रॉब्लम है, डोंट बी शाय, कम आउट। हर चीज का एक सॉल्यूशन होता है, क्योंकि नहीं बताने से प्रॉब्लम और बढ़ती है। इससे बेटर है कि हर प्रॉब्लम का सॉल्यूशन होता है, हर बीमारी का एक इलाज होता है। देखो सुखविंदर जी, जिंदगी एक बार मिलती है, बीमारी बार बार आती है, और बीमारी जब एक बार घर कर देती है ना तो उसका पीछा छुड़वाना बहुत मुश्किल हो जाता है। इसलिए मैं हमेशा लोगों को कहती हूँ कि जिंदगी जीनी है खुलकर जियो विदाउट बीमारी, और बीमारी आती है तो उसका लेकिन नेचुरल इलाज करो। आजकल देखो सुखविंदर जी, ये जो मैं ये नहीं कि मैं अंग्रेजी दवाई के खिलाफ नहीं, पर आप खुद ही उसके गवाह हो कि क्या आजकल सरकार कोई किसी भी किस्म की दवाई निकाल पाई है क्या? डायबिटीज की, थायराइड की, शुगर कोलेस्ट्रॉल की कोई दवाई है? नहीं है जी। सुरुचा जी, अपना समा समाप्त हो गया जी। थैंक यू जी। 6472812274 ਤੇ ਸੁਰਜਾ ਜੀ ਨੂੰ ਕਾਲ ਕਰ ਸਕਦੇ। ਧੰਨਵਾਦ ਜੀ। ਕੀਪ ਸਮਾਈਲਿੰਗ ਐਂਡ ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ। ਬਿਲਕੁਲ ਜੀ, ਇਸ ਦੇ ਨਾਲ ਇੱਕ ਖਬਰ ਆਈ ਹੈ ਜੀ, ਬਲਕਰਨ ਸਿੰਘ ਲੋਧੀਵਾਲ ਦਾ ਜਿਹੜਾ ਅੰਤਿਮ ਸੰਸਕਾਰ ਹੋ ਗਿਆ ਜੀ। ਉਹ ਨੌਜਵਾਨ ਜਿਹੜਾ ਬਲਕਰਨ ਸਿੰਘ 22 ਸਾਲ ਪੁੱਤਰ ਪਵਿੱਤਰ ਸਿੰਘ ਟਰੈਕਟਰ ਤੋਂ ਡਿੱਗਣ ਕਾਰਨ ਉਹਦੀ ਗੰਭੀਰ ਜ਼ਖਮੀ ਹੋ ਗਿਆ ਸੀ। ਲੁਧਿਆਣਾ ਦੇ ਡੀਐਮਸੀ ਹਸਪੀਟਲ 'ਚ ਇਲਾਜ ਕਰਾ ਰਿਹਾ ਸੀਗਾ ਤੇ ਉਹਦਾ ਜਿਹੜਾ ਉਹ ਅੰਤਮ ਸਾਹਾਂ ਨੂੰ ਪੂਰਾ ਕਰ ਗਿਆ ਜੀ। ਤੇ ਆਪਣਾ ਸਮਾਂ ਜਿਹੜਾ ਪ੍ਰੋਗਰਾਮ ਦਾ ਸਮਾਪਤ ਆ। ਤੇ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਤੇ 5149169593 5149169593 ਤੇ ਤੁਸੀਂ ਆਪਣੇ ਬਿਜ਼ਨਸ ਨੂੰ ਵੀ ਪ੍ਰਮੋਟ ਕਰਨਾ ਤੇ ਗੱਲਬਾਤ ਕਰ ਸਕਦੇ ਹੋ। ਤੇ ਇਸ ਟਾਈਮ ਭੱਟੀ ਸਾਹਿਬ ਹੁਣੀ ਪਹੁੰਚ ਚੁੱਕੇ ਆ ਜੀ ਪ੍ਰੋਗਰਾਮ ਹਲਚਲ ਲੈ ਕੇ। ਮੈਨੂੰ ਦਿਓ ਇਜਾਜ਼ਤ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। मैं ना जी सुपने च देखिया कि मेरा घर बड़ा आलीशान, बड़ा वड्डा ते बड़ा सोहना है।